ਤੇ ਜੇਕਰ ਤੁਹਾਨੂੰ ਲੱਗਦਾ ਹੁੰਦਾ ਹੈ, ਦੇਖੋ ਰਿਕੁਐਸਟ ਹੀ ਕਰ ਸਕਦੇ ਆ, ਕੰਪੈਲ ਨਹੀਂ ਕਰ ਸਕਦੇ, ਤੁਹਾਨੂੰ ਜਿੱਦ ਨਹੀਂ ਹੈਗੀ, ਪਰ ਇੱਕ ਰਿਕੁਐਸਟ ਹੁੰਦੀ ਹੈ ਕਿ ਅਗਰ ਪ੍ਰੋਗਰਾਮ ਸ਼ੇਅਰ ਤੁਹਾਨੂੰ ਚੰਗਾ ਲੱਗਦਾ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ। ਜੀ ਡਾਕਟਰ ਸਾਹਿਬ, ਹੋ ਚੁੱਕੇ ਹੋ ਫ੍ਰੀ ਤੁਸੀਂ? ਹਾਂਜੀ ਹਾਂਜੀ, ਬਸ ਮੈਂ ਸ਼ੇਅਰ ਕਰ ਰਿਹਾ ਸੀ, ਹੋ ਗਿਆ ਕਾਫੀ। ਓਕੇ, ਸ਼ਾਮਿਲ ਹੋ ਜੀ। ਫਿਰ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਦਿਨ ਦੇ ਵਿੱਚ, ਔਰ ਅਸੀਂ ਆਪਣੇ ਸਰੋਤਿਆਂ ਦੇ ਨਾਲ ਵੀ ਅੱਜ ਸਿਹਤ ਦੇ ਬਾਬਤ ਹੀ ਗੱਲਾਂ ਬਾਤਾਂ ਕਰ ਰਹੇ ਸੀਗੇ। ਜੀ ਆਜੋ ਜੀ, ਫਿਰ ਵੈਲਕਮ ਹੈ ਤੁਹਾਡਾ, ਸਵਾਗਤ ਹੈ ਪ੍ਰਵਾਸ ਦੇ ਇਸ ਮੰਚ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਮਨਜੀਤ ਮਾਨ ਜੀ, ਤੁਹਾਨੂੰ, ਪ੍ਰਵਾਸ ਰੇਡੀਓ ਦੀ ਪੂਰੀ ਟੀਮ ਨੂੰ ਤੇ ਸਾਰੇ ਸਰੋਤੇ ਜੀ ਜਿੰਨੇ ਵੀ ਲਾਈਵ ਸੁਣ ਰਹੇ ਨੇ ਜੀ, ਔਰ ਜਿਹੜੇ ਬਾਅਦ ਚ ਸੁਣਨਗੇ ਆਫਲਾਈਨ, ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਟੌਪਿਕ ਜਿਹੜਾ ਸਾਡਾ ਆਲਰੇਡੀ ਤੈਅ ਹੈ ਉਹ ਹੈ ਬਲੱਡ ਪ੍ਰੈਸ਼ਰ ਜੀ। ਬਲੱਡ ਪ੍ਰੈਸ਼ਰ ਉਹਨਾਂ ਬਿਮਾਰੀਆਂ ਚੋਂ ਆਪਾਂ ਗਿਣ ਸਕਦੇ ਜਿਨ੍ਹਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ, ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਇਹਨਾਂ ਚੀਜ਼ਾਂ ਨੂੰ ਇਹ ਸਮਝਿਆ ਜਾਂਦਾ ਹੈ ਹਾਏ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਬਸ ਹੁਣ ਅਸੀਂ ਨਾਰਮਲ ਲਾਈਫ ਕਿਵੇਂ ਜੀਵਾਂਗੇ ਜੀ। ਤੇ ਆਪਾਂ ਨੂੰ ਸਮਝਣਾ ਹੋਏਗਾ ਜੀ, ਪਹਿਲੀ ਗੱਲ ਅਸਲ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਜੀ, ਠੀਕ ਹੈ। ਬਲੱਡ ਪ੍ਰੈਸ਼ਰ ਦਾ ਹਾਈ ਹੋਣਾ ਤੇ ਲੋ ਹੋਣਾ, ਇਟ ਇਜ਼ ਨਾਟ ਏ ਡਿਜ਼ੀਜ਼, ਇਹ ਬਿਮਾਰੀ ਨਹੀਂ ਹੈ। ਬਿਮਾਰੀ ਨਹੀਂ ਹੈ, ਪਹਿਲਾਂ ਤਾਂ ਇਹ ਡਿਸਾਈਡ ਹੋ ਗਿਆ ਕਿ ਇਹ ਕੋਈ ਬਿਮਾਰੀ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ। ਹੁਣ ਅਸੀਂ ਸਮਝਾਂਗੇ ਵੀ ਬਲੱਡ ਪ੍ਰੈਸ਼ਰ ਹੁੰਦਾ ਕੀ ਹੈ ਜੀ। ਅਸਲ ਚ ਸਾਡੇ ਸਰੀਰ ਦੇ ਵਿੱਚ ਬਲੱਡ ਹੈ, ਬਲੱਡ ਦੇ ਵਿੱਚ ਪ੍ਰੈਸ਼ਰ ਦੀ ਲੋੜ ਕੀ ਹੈ, ਕਿਉਂ ਹੁੰਦਾ ਹੈ ਇਹ ਪ੍ਰੈਸ਼ਰ ਜੀ? ਕਿਉਂ ਸਾਡੇ ਸਰੀਰ ਦੇ ਵਿੱਚ ਮਤਲਬ ਬਲੱਡ ਪ੍ਰੈਸ਼ਰ ਦੀ ਜ਼ਰੂਰਤ ਕੀ ਹੈ? ਤਾਂ ਆਪਾਂ ਇਹਨੂੰ ਸਮਝਣ ਲਈ ਜ਼ਰੂਰੀ ਹੋਊਗਾ ਕਿ ਅਸੀਂ ਬਾਡੀ ਦੇ ਸਿਸਟਮ ਨੂੰ ਸਮਝੀਏ ਜੀ। ਸਾਡਾ ਸਰੀਰ, ਪਹਿਲਾਂ ਵੀ ਕਈ ਉਹਦੇ ਚ ਗੱਲ ਹੋਈ ਹੈ, ਸਾਡੀ ਗੱਲ ਸ਼ੁਰੂ ਹੀ ਇੱਥੋਂ ਹੁੰਦੀ ਹੈ। ਸਾਡਾ ਸਰੀਰ ਦਾ ਜੋ ਮੁੱਢਲਾ ਢਾਂਚਾ ਹੈ, ਹਾਂਜੀ, ਉਹ ਹੈ ਸੈੱਲ ਜੀ। ਸਾਡਾ ਸਰੀਰ ਕਰੋੜਾਂ ਸੈੱਲਾਂ ਤੋਂ ਮਿਲ ਕੇ ਬਣਿਆ ਹੋਇਆ। ਬਿਲਕੁਲ ਜੀ। ਅੱਛਾ, ਉਹ ਸੈੱਲ ਜਿਉਂਦੇ ਨੇ, ਉਹਨਾਂ ਨੂੰ ਹਰ ਵੇਲੇ ਖੁਰਾਕ ਚਾਹੀਦੀ ਹੈ। ਸਹੀ ਹੈ। ਲਗਾਤਾਰ ਖੁਰਾਕ ਦੀ ਸਪਲਾਈ ਸੈੱਲਾਂ ਨੂੰ ਚਾਹੀਦੀ ਹੈ, ਤੇ ਉਹ ਸਪਲਾਈ ਕਿੱਥੋਂ ਮਿਲਦੀ ਹੈ, ਸੈੱਲਾਂ ਨੂੰ ਖੁਰਾਕ ਕਿੱਥੋਂ ਮਿਲਦੀ ਹੈ? ਉਹਦੇ ਲਈ ਜੀ ਸਾਡੇ ਸਰੀਰ ਦੇ ਅੰਦਰ ਨਾੜੀਆਂ ਦਾ ਇੱਕ ਜਾਲ ਵਿਛਿਆ ਹੋਇਆ, ਜਿਨ੍ਹਾਂ ਦੇ ਵਿੱਚ ਵੀ ਖੂਨ ਵਗਦਾ ਹੈ ਜੀ। ਤੁਸੀਂ ਇੱਕ ਪੇੜ ਦੀ, ਇਹਨੂੰ ਚੰਗੀ ਤਰ੍ਹਾਂ ਸਮਝਣ ਲਈ ਨਾ, ਇੱਕ ਦਰਖਤ ਦੀ ਟਹਿਣੀ ਤੋੜ ਲਓ, ਚਾਹੇ ਛੋਟੀ ਚਾਹੇ ਵੱਡੀ ਜੀ। ਇੱਕ ਟਹਿਣੀ ਤੋੜ ਕੇ ਉਹਨੂੰ ਧਿਆਨ ਨਾਲ ਦੇਖੋ। ਪਹਿਲਾਂ ਮੋਟੀ ਟਾਹਣੀ ਹੋਏਗੀ, ਉਸ ਤੋਂ ਬਾਅਦ ਇੱਕ ਬਰੀਕ ਟਾਹਣੀ ਹੋਏਗੀ, ਉਸ ਤੇ ਅੱਗੇ ਬਹੁਤ ਸਾਰੀਆਂ ਬਰੀਕ ਟਾਹਣੀਆਂ ਹੋਣਗੀਆਂ, ਉਸ ਤੇ ਅੱਗੇ ਹੋਰ ਬਰੀਕ ਟਾਹਣੀਆਂ ਹੋਣਗੀਆਂ, ਉਸ ਤੇ ਐਂਡ ਤੇ ਜਾ ਕੇ ਪੱਤਾ ਲੱਗਿਆ। ਹਾਂਜੀ ਜੀ। ਜਦੋਂ ਆਪਾਂ ਪੱਤੇ ਨੂੰ ਸੈੱਲ ਮੰਨ ਲਈਏ ਅਗਰ, ਹਾਂਜੀ, ਤਾਂ ਬਿਲਕੁਲ ਇਸੇ ਤਰ੍ਹਾਂ ਸਾਡਾ ਹਰ ਸੈੱਲ, ਜਿੱਦਾਂ ਹਰ ਪੱਤਾ ਟਹਿਣੀ ਨਾਲ ਜੁੜਿਆ ਹੋਇਆ ਜੀ, ਇਵੇਂ ਸਾਡਾ ਹਰ ਸੈੱਲ ਖੂਨ ਦੀ ਨਾੜੀ ਨਾਲ ਜੁੜਿਆ ਹੋਇਆ ਜੀ। ਠੀਕ ਹੈ। ਜਦੋਂ ਪੱਤਾ ਟਾਹਣੀ ਨਾਲ ਟੁੱਟ ਜਾਂਦਾ ਤਾਂ ਉਸ ਤੋਂ ਬਾਅਦ ਸੁੱਕ ਜਾਂਦਾ, ਜਿਉਂਦਾ ਨਹੀਂ ਰਹਿੰਦਾ ਜੀ। ਤੇ ਇਵੇਂ ਜਿਹੜੇ ਵੀ ਸਾਡੇ ਸੈੱਲ ਨੂੰ ਬਲੱਡ ਦੀ ਸਪਲਾਈ ਬੰਦ ਹੋ ਜੇ, ਉਹ ਉਸ ਖੂਨ ਦੀ ਨਾੜੀ ਨਾਲ ਉਹਦਾ ਕਨੈਕਸ਼ਨ ਟੁੱਟ ਜੇ ਤਾਂ ਉਹ ਸੈੱਲ ਮਰ ਜਾਂਦਾ ਹੈ, ਉਹ ਜਿਉਂਦਾ ਨਹੀਂ ਰਹਿ ਸਕਦਾ ਜੀ। ਤਾਂ ਜਦੋਂ ਆਪਾਂ ਨਾ ਕਿਸੇ ਸ਼ਹਿਰ ਨੂੰ ਉੱਪਰੋਂ ਹਵਾਈ ਜਹਾਜ਼, ਹੈਲੀਕਾਪਟਰ ਤੋਂ ਦੇਖਦੇ ਆ ਜੀ, ਤਾਂ ਸ਼ਹਿਰ ਦੇ ਵਿੱਚ ਬੜਾ ਸਾਰਾ ਸਾਨੂੰ ਜਾਲ ਵਿਛਾ ਦਿਖਦਾ, ਘਰ ਦਿਖਦੇ ਨੇ, ਗਲੀਆਂ ਦਾ, ਸੜਕਾਂ ਦਾ ਜਾਲ ਵਿਛਾ ਦਿਖਦਾ ਜੀ। ਬਿਲਕੁਲ ਜੀ। ਆਪਾਂ ਇਹਨੂੰ ਹੋਰ ਤਰ੍ਹਾਂ ਵੀ ਸਮਝ ਸਕਦੇ ਹਾਂ। ਸਾਡਾ ਘਰ, ਸਾਡੇ ਘਰ ਦੇ ਮੂਹਰੇ ਗਲੀ ਹੁੰਦੀ ਹੈ, ਉਹ ਗਲੀ ਅੱਗੇ ਜਾ ਕੇ ਸੜਕ ਨਾਲ ਜੁੜੀ ਹੁੰਦੀ ਹੈ, ਉਹ ਸੜਕ ਅੱਗੇ ਜਾ ਕੇ ਵੱਡੀ ਸੜਕ ਨਾਲ ਜੁੜੀ ਹੁੰਦੀ ਹੈ, ਉਹ ਸੜਕ ਫਿਰ ਕਿਸੇ ਹਾਈਵੇ ਨਾਲ ਜੁੜ ਜਾਂਦੀ ਹੈ ਜੀ। ਬਿਲਕੁਲ। ਉੱਥੋਂ ਵੱਡੀ ਸੜਕ ਤੋਂ ਟਰੱਕ ਭਰ ਕੇ ਆਉਂਦੇ ਨੇ, ਫਿਰ ਛੋਟੀ ਸੜਕ ਤੋਂ ਹੁੰਦੇ ਹੋਏ ਸਾਡੇ ਸ਼ਹਿਰ ਚ ਆਉਂਦੇ ਨੇ, ਉਸ ਤੋਂ ਬਾਅਦ ਰਾਸ਼ਨ ਸਾਡੇ ਘਰ ਤੱਕ ਪਹੁੰਚਦਾ ਗਲੀ ਤੋਂ ਹੁੰਦਾ ਹੋਇਆ ਜੀ। ਤਾਂ ਹੀ ਅਸੀਂ ਜ਼ਿੰਦਾ ਹਾਂ। ਤਾਂ ਅਗਰ ਉਸ ਹਾਈਵੇ ਦੇ ਉੱਤੇ ਟਰੱਕ ਖੜੇ ਨੇ, ਉਹਨਾਂ ਦੇ ਵਿੱਚ ਰਾਸ਼ਨ ਭਰਿਆ ਹੋਇਆ ਜੀ, ਲੇਕਿਨ ਉਹ ਟਰੱਕ ਮੂਵ ਨਹੀਂ ਕਰ ਰਹੇ, ਅਗਰ ਉਹ ਟਰੱਕ ਚੱਲ ਨਹੀਂ ਰਹੇ, ਖੜੇ ਨੇ,
ਤਾਂ ਵੀ ਰਾਸ਼ਨ ਸਾਡੇ ਘਰ ਤੱਕ ਨਹੀਂ ਪਹੁੰਚ ਸਕਦਾ। ਜੀ ਇਵੇਂ ਹੀ ਪਹਿਲਾ ਗੱਲ ਤਾਂ ਬਲੱਡ ਦੇ ਵਿੱਚ ਖੁਰਾਕ ਆਉਂਦੀ ਕਿੱਥੋਂ ਹੈ? ਜੋ ਵੀ ਅਸੀਂ ਖਾਣਾ ਖਾਂਦੇ ਆ ਉਹ ਡਾਈਜੈਸਟ ਹੁੰਦਾ, ਹਜਮ ਹੁੰਦਾ, ਤੇ ਉਹਦੇ ਜਿਹੜੇ ਇਨਗਰੀਡੀਅੰਟ ਉਹਦੇ ਤੱਤ ਨੇ ਉਹ ਬਲੱਡ 'ਚ ਘੁਲ ਜਾਂਦੇ। ਠੀਕ ਹੈ। ਅਸੀਂ ਪਾਣੀ ਪੀਂਦੇ ਆ, ਪਾਣੀ ਨਾਲ ਰਿਲੇਟਡ ਜਿਹੜੇ ਇਨਗਰੀਡੀਅੰਟ ਚਾਹੀਦੇ ਉਹ ਵੀ ਬਲੱਡ 'ਚ ਚਲੇ ਜਾਂਦੇ ਜੀ। ਅਸੀਂ ਸਾਹ ਲੈਂਦੇ ਆ, ਹਵਾ ਨਾਲ ਰਿਲੇਟਡ ਜਿਹੜੇ ਇਨਗਰੀਡੀਅੰਟ ਸਾਡੇ ਸੈੱਲਾਂ ਨੂੰ ਚਾਹੀਦੇ ਨੇ ਉਹ ਵੀ ਬਲੱਡ 'ਚ ਮਿਕਸ ਹੋ ਜਾਂਦੇ ਜੀ। ਤਾਂ ਹੁਣ ਬਲੱਡ ਦੇ ਵਿੱਚ ਸਾਰਾ ਕੁਝ ਮੌਜੂਦ ਹੈ, ਲੇਕਿਨ ਉਹ ਲਗਾਤਾਰ ਸੈੱਲਾਂ ਨੂੰ ਮਿਲਦਾ ਰਹੇ ਇਹਦੇ ਲਈ ਜ਼ਰੂਰੀ ਹੈ ਕਿ ਬਲੱਡ ਸਰਕੂਲੇਟ ਹੋਵੇ। ਜੀ ਜੀ ਬਿਲਕੁਲ। ਸਾਡੇ ਸਰੀਰ ਦੇ ਵਿੱਚ ਸੈੱਲਾਂ ਨੂੰ ਖੁਰਾਕ ਮਿਲਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡਾ ਖੂਨ ਘੁੰਮਦਾ ਰਹੇ। ਜੀ। ਜਾਂ ਦੂਜੇ ਸ਼ਬਦਾਂ 'ਚ ਆਪਾਂ ਇਹ ਕਹਿ ਲਈਏ, ਜਦੋਂ ਸਾਡਾ ਖੂਨ ਘੁੰਮਣਾ ਬੰਦ ਹੋ ਗਿਆ ਉਸੇ ਸਥਿਤੀ ਨੂੰ ਮੌਤ ਕਿਹਾ ਜਾਂਦਾ। ਠੀਕ ਹੈ। ਜਦੋਂ ਸਾਡਾ ਬਲੱਡ ਰੁਕ ਜਾਂਦਾ ਹੈ ਤਾਂ ਇਨਸਾਨ ਦੀ ਮੌਤ ਹੋ ਜਾਂਦੀ ਜੀ। ਤੇ ਉਸੇ ਖੂਨ ਨੂੰ ਘੁੰਮਦਾ ਰੱਖਣ ਲਈ ਨੇਚਰ ਨੇ ਇੱਕ ਅਰੇਂਜਮੈਂਟ ਕੀਤਾ ਹੈ। ਸਾਨੂੰ ਇੱਕ ਇਹੋ ਜਿਹਾ ਆਰਗਨ ਦਿੱਤਾ ਹੈ, ਇੱਕ ਇਹੋ ਜਿਹਾ ਪੰਪ ਦਿੱਤਾ ਹੈ ਜਿਹੜਾ ਹਰ ਵੇਲੇ 24 ਘੰਟੇ 7 ਦਿਨ 12 ਮਹੀਨੇ ਜੀ ਲਗਾਤਾਰ ਚੱਲਦਾ ਰਹਿੰਦਾ। ਠੀਕ ਹੈ। ਲਗਾਤਾਰ ਪੰਪ ਕਰਦਾ ਰਹਿੰਦਾ ਖੂਨ ਨੂੰ ਤਾਂ ਕਿ ਬਲੱਡ ਦੇ ਵਿੱਚ ਇੱਕ ਪ੍ਰੈਸ਼ਰ ਬਣਿਆ ਰਹੇ ਜੀ, ਜਿਹਦੇ ਨਾਲ ਬਲੱਡ ਜਿਹੜਾ ਮੂਵਮੈਂਟ 'ਚ ਰਹੇ, ਘੁੰਮਦਾ ਰਹੇ। ਠੀਕ ਹੈ। ਇਹੀ ਸਾਡੇ ਜ਼ਿੰਦਾ ਰਹਿਣ ਦਾ ਮੁੱਖ ਸਰੋਤ ਹੈ। ਤਾਂ ਬਲੱਡ ਪ੍ਰੈਸ਼ਰ ਜਿਹੜਾ ਹੈ ਇਹ ਕੋਈ ਮਾੜੀ ਚੀਜ਼ ਨਹੀਂ ਹੈ, ਬਲਕਿ ਸਾਡੇ ਸਰੀਰ ਲਈ ਜ਼ਰੂਰੀ ਚੀਜ਼ ਹੈ। ਜ਼ਰੂਰੀ ਚੀਜ਼ ਜੀ, ਬਿਲਕੁਲ। ਜਦੋਂ ਹੀ ਸਾਡੇ ਬਲੱਡ 'ਚੋਂ ਪ੍ਰੈਸ਼ਰ ਖਤਮ ਹੋ ਜਾਂਦਾ ਹੈ ਉਦੋਂ ਮੌਤ ਹੋ ਜਾਂਦੀ ਹੈ ਜੀ। ਜਦੋਂ ਹੀ ਸਾਡਾ ਉਹ ਮਸ਼ੀਨ ਜਿਹੜੀ ਸਾਡੀ ਪੰਪ ਕਰਦੀ ਹੈ ਉਹ ਰੁਕ ਜਾਂਦੀ ਹੈ ਜੀ, ਉਦੋਂ ਇਨਸਾਨ ਦੀ ਮੌਤ ਹੋ ਜਾਂਦੀ ਜੀ। ਕਿਉਂਕਿ ਇੱਕ ਚੀਜ਼ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਸਾਡੇ ਸੈੱਲਾਂ ਨੂੰ ਮੁੱਖ ਤੌਰ ਤੇ ਆਕਸੀਜਨ ਤੇ ਗਲੂਕੋਜ਼ ਦੋ ਚੀਜ਼ਾਂ ਬਹੁਤ ਜ਼ਰੂਰੀ ਚਾਹੀਦੇ ਨੇ, ਹਰ ਵੇਲੇ ਚਾਹੀਦੀਆਂ। ਠੀਕ ਹੈ। ਮਤਲਬ ਮੰਨ ਲਓ ਕੈਲਸ਼ੀਅਮ ਹੈ, ਵਿਟਾਮਿਨ ਬੀ ਹੈ, ਵਿਟਾਮਿਨ ਸੀ ਹੈ, ਆਇਰਨ ਹੈ, ਇਹ ਸਾਰੇ ਇਨਗਰੀਡੀਐਂਟ ਅਗਰ ਇੱਕ ਅੱਧਾ ਦਿਨ ਕਿਸੇ ਸੈੱਲ ਨੂੰ ਨਹੀਂ ਮਿਲਦੇ ਤਾਂ ਕੰਮ ਚੱਲ ਜਾਂਦਾ। ਠੀਕ ਹੈ। ਲੇਕਿਨ ਗਲੂਕੋਜ਼ ਤੇ ਆਕਸੀਜਨ ਇਹ ਇੱਕ ਮਿੰਟ ਲਈ ਵੀ ਨਾ ਮਿਲਣ ਤਾਂ ਉਹ ਸੈੱਲ ਡੈਡ ਹੋ ਜਾਂਦਾ ਜੀ। ਇਸ ਕਰਕੇ ਜਿੰਨੀ ਦੇਰ ਤੱਕ ਸਾਡੇ ਖੂਨ 'ਚ ਪ੍ਰੈਸ਼ਰ ਹੈ ਉਨੀ ਦੇਰ ਤੱਕ ਹੀ ਅਸੀਂ ਜਿੰਦਾ ਹਾਂ। ਇਸੇ ਨੂੰ ਬਲੱਡ ਪ੍ਰੈਸ਼ਰ ਕਿਹਾ ਜਾਂਦਾ। ਓਕੇ, ਠੀਕ ਹੈ। ਜਦੋਂ ਸਾਡਾ ਦਿਲ ਸਿਕੜਦਾ ਉਦੋਂ ਜ਼ੋਰ ਨਾਲ ਬਲੱਡ ਨੂੰ ਨਾੜੀਆਂ 'ਚ ਧੱਕਦਾ। ਠੀਕ ਹੈ। ਤੇ ਜਦੋਂ ਸਾਡਾ ਦਿਲ ਫੈਲਦਾ ਤਾਂ ਹੋਰ ਨਾੜੀਆਂ ਦੇ ਵਿੱਚ ਵੀ ਹੋ ਕੇ ਖੂਨ ਫਿਰ ਦਿਲ 'ਚ ਵਾਪਸ ਆਉਂਦਾ। ਠੀਕ ਹੈ। ਤੁਸੀਂ ਮਤਲਬ ਆਪਾਂ ਦੇਖਦੇ ਇੱਕ ਮੋਟਰ ਹੁੰਦੀ ਹੈ ਜਿਹੜੀ ਸਾਡੇ ਖੇਤਾਂ 'ਚ ਲੱਗੀ, ਉਹਦੇ ਨਾਲ ਪੰਪ ਹੁੰਦਾ ਜਿਹੜਾ ਪਾਣੀ ਨੂੰ ਧਰਤੀ 'ਚੋਂ ਬਾਹਰ ਕੱਢਦਾ। ਹਾਂਜੀ ਜੀ। ਲੇਕਿਨ ਇੱਕ ਮੋਟਰ ਉਹ ਹੁੰਦੀ ਜਿੱਥੇ ਫੁਹਾਰਾ ਲੱਗਿਆ ਹੁੰਦਾ, ਫਾਊਂਟੇਨ ਲੱਗਿਆ ਹੁੰਦਾ, ਉਹ ਇਹੋ ਜਿਹੀ ਮੋਟਰ ਹੁੰਦੀ ਜਿਹੜੀ ਉਸੇ ਪਾਣੀ ਨੂੰ ਬਾਰ-ਬਾਰ ਘੁਮਾ ਕੇ ਸੁੱਟਦੀ ਹੈ। ਠੀਕ ਹੈ। ਹੈਨਾ? ਹਾਰਟ ਸਾਡਾ ਜਿਹੜਾ ਉਹ ਕਿਤੋਂ ਬਾਹਰੋਂ ਨਹੀਂ ਲੈ ਕੇ ਆਉਣਾ ਬਲੱਡ ਨੂੰ, ਉਸਾ ਜਿਹੜਾ ਬਲੱਡ ਸਾਡੇ ਅੰਦਰ ਮੌਜੂਦ ਹੈ ਉਸੇ ਨੂੰ ਬਾਰ-ਬਾਰ ਪੰਪ ਕਰਦਾ ਹੈ ਜੀ। ਸਾਡਾ ਸੈੱਲ ਜੋ ਬਲੱਡ ਚੋਂ ਖੁਰਾਕ ਲੈ ਲੈਂਦਾ ਜਿਹੜੀ ਉਹਦੀ ਵੇਸਟੇਜ ਆ ਜੀ ਉਹ ਵੀ ਬਲੱਡ ਦੇ ਵਿੱਚ ਹੀ ਐਡ ਕਰ ਦਿੰਦਾ ਹੈ ਜੀ। ਜਿਵੇਂ ਅਸੀਂ ਬਾਹਰ ਗਲੀ ਤੋਂ ਸਬਜ਼ੀ ਖਰੀਦਦੇ ਆ, ਉਹ ਤੋਂ ਬਾਅਦ ਉਹਨੂੰ ਕੱਟ ਕੇ ਛਿੱਲ ਕੇ ਜਿਹੜਾ ਕੂੜਾ ਹੁੰਦਾ ਫਿਰ ਬਾਹਰ ਜਿਹੜਾ ਕੂੜੇ ਵਾਲਾ ਉਹਨਾਂ ਨੂੰ ਆਪਾਂ ਦੇ ਦਿੰਦੇ। ਇਵੇਂ ਸਾਡਾ ਸੈੱਲ ਵੀ ਬਲੱਡ ਚੋਂ ਖੁਰਾਕ ਲੈ ਲੈਂਦਾ ਤੇ ਉਹਦੀ ਜਿਹੜੀ ਵੇਸਟੇਜ ਹੈ, ਜਿਵੇਂ ਆਕਸੀਜਨ ਨੂੰ ਯੂਜ਼ ਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਬਣਦੀ ਹੈ ਤੇ ਹੋਰ ਵੀ ਜੋ ਵੇਸਟੇਜ ਜਿਹੜੀ ਸੈੱਲ ਬਣਾਉਂਦਾ ਹੈ ਉਹ ਵੇਸਟੇਜ ਜਿਹੜੀ ਉਹ ਬਲੱਡ 'ਚ ਪਾ ਦਿੰਦਾ। ਬਲੱਡ ਫਿਰ ਦੁਬਾਰਾ ਪਿਓਰ ਹੁੰਦਾ ਹੈ। ਉਹ ਵੇਸਟੇਜ ਜਿਹੜੀ ਪਿਸ਼ਾਬ ਰਾਹੀਂ, ਪਸੀਨੇ ਰਾਹੀਂ
ਸਟੂਲ ਰਾਹੀਂ ਬਾਹਰ ਨਿਕਲ ਜਾਂਦੀ ਹੈ, ਬਲੱਡ ਫਿਰ ਪਿਓਰ ਹੋ ਕੇ ਦੁਬਾਰਾ ਹਾਰਟ ਦੇ ਰਾਹੀਂ ਹੋ ਕੇ ਫਿਰ ਉਹ ਸੈੱਲਾਂ ਤੱਕ ਪਹੁੰਚਦਾ, ਲਗਾਤਾਰ ਚੱਲਦਾ ਰਹਿੰਦਾ। ਇੱਕ ਬੀਪੀ ਦੀ ਗੱਲ ਏਦਾਂ ਚੱਲੀ ਸੀ ਕਿ ਬੀਪੀ ਕਿਉਂ ਵੱਧ ਜਾਂਦਾ ਹੈ ਹਨਾ, ਤਾਂ ਜਿਵੇਂ ਅੱਜ ਸਾਡੇ ਕਈ ਸਰੋਤੇ ਵੀ ਕਹੀ ਜਾਂਦੇ ਸੀ, ਮੈਂ ਖੁਦ ਵੀ ਕਹਿ ਦਿੰਦੀ ਹਾਂ ਕਿ ਬੀਪੀ ਬਹੁਤ ਵੱਧ ਜਾਂਦਾ ਹੈ, ਬਸ ਫਿਰ ਆਏ ਹੋ ਜਾਂਦਾ ਕਿ ਬਲਾਸਟ ਹੋਣਾ ਕੁਛ ਨਾ ਕੁਛ। ਤਾਂ ਉੱਥੇ ਕਿਸੇ ਨੇ ਮੈਨੂੰ ਇਹ ਦੱਸਿਆ ਮਤਲਬ ਜਿਵੇਂ ਪਰਪੱਕ ਨੌਲੇਜ ਟਾਈਪ ਨਾ, ਮੈਨੂੰ ਉਹਨਾਂ ਨੇ ਦੱਸਿਆ, ਕੋਈ ਮਰੀਜ਼ ਸੀ ਬੀਪੀ ਦਾ, ਉਹ ਕਹਿੰਦੇ ਸਾਡਾ ਡਾਕਟਰ ਕਹਿੰਦਾ ਕਿ ਜਦੋਂ ਬੀਪੀ ਵੱਧਦਾ ਨਾ ਇਹ ਖੂਨ ਗਾੜਾ ਹੋ ਜਾਂਦਾ ਹੈ, ਤੇ ਖੂਨ ਗਾੜਾ ਹੋਣ ਦੇ ਲਈ ਇੱਕ ਟੈਬਲੇਟ ਜਿਹੜੀ ਉਹ ਉਹਨਾਂ ਨੂੰ ਕੰਟੀਨਿਊ ਲੱਗੀ ਹੋਈ ਹੈ ਵੀ ਜਦੋਂ ਤੁਹਾਡਾ ਬੀਪੀ ਵੱਧਦਾ, ਬੀਪੀ ਵਾਲੀ ਗੋਲੀ ਤਾਂ ਲੈਣੀ ਹੈ, ਉਹ ਤਾਂ ਪੱਕੀ ਉਹ ਲੱਗ ਗਈ ਸਾਡੇ ਨਾਲ ਹੈਨਾ। ਤਾਂ ਉਹ ਕਹਿੰਦੇ ਕਿ ਬੀਪੀ ਵਧਣ ਦਾ ਕਾਰਨ ਹੀ ਬਲੱਡ ਦਾ ਗਾੜਾ ਹੋਣਾ ਹੁੰਦਾ, ਤੇ ਉਹਦੇ ਲਈ ਇੱਕ ਐਕਸਟਰਾ ਟੈਬਲੇਟ ਹੈ ਜਿਹੜੀ ਉਹ ਵੀ ਮਤਲਬ ਲੈਣੀ ਹੁੰਦੀ ਆ, ਤਾਂ ਉਹਦੇ ਨਾਲ ਸਾਡਾ ਬਲੱਡ ਹੈ ਜਿਹੜਾ ਉਹ ਪਤਲਾ ਹੋ ਜਾਂਦਾ। ਠੀਕ ਹੈ, ਇੱਕ ਆਪਾਂ ਡਾਕਟਰੀ ਨਜ਼ਰੀਏ ਦੇ ਨਾਲ ਇਹ ਕਹਿ ਲੈਂਦੇ ਹਾਂ ਕਿ ਖੂਨ ਗਾੜਾ ਜਾਂ ਪਤਲਾ ਹੁੰਦਾ ਹੋਵੇਗਾ, ਪਰ ਇੱਕ ਮਰੀਜ਼ ਨੂੰ ਏਦਾਂ ਕਿੱਦਾਂ ਫੀਲ ਹੁੰਦਾ ਕਿ ਹਾਂਜੀ ਗਾੜਾ ਹੋ ਗਿਆ ਮਤਲਬ ਬੀਪੀ ਵੱਧ ਗਿਆ, ਕੀ ਪਤਾ ਹੁੰਦਾ ਪਤਲੇ ਤੋਂ ਵੀ ਬੀਪੀ ਵੱਧਦਾ ਹੋਵੇ, ਇਹ ਕੋਈ ਹੁੰਦਾ ਰੀਜ਼ਨ ਕਿ ਨਹੀਂ? ਇਹ ਗਲਤ ਥਿਉਰੀ ਹੈ। ਇਹ ਠੀਕ ਹੈ ਕਿ ਬਲੱਡ ਜਦੋਂ ਜ਼ਰੂਰਤ ਤੋਂ ਜ਼ਿਆਦਾ ਗਾੜਾ ਹੋਏਗਾ ਤਾਂ ਬੀਪੀ ਵਧੇਗਾ, ਇਹ ਇੱਕ ਕਾਰਨ ਹੈ। ਓਕੇ ਠੀਕ ਹੈ, ਪਰ ਬੀਪੀ ਕਿਉਂ ਵੱਧਦਾ ਤੇ ਕਿਉਂ ਘਟਦਾ ਇਹਦੇ ਤੇ ਆਪਾਂ ਛੋਟੀ ਜਿਹੀ ਗੱਲ ਕਰਦੇ ਹਾਂ। ਹਾਂਜੀ, ਬੀਪੀ ਵੱਧ ਗਿਆ ਜਾਂ ਘਟ ਗਿਆ ਇਹ ਕੋਈ ਬਿਮਾਰੀ ਨਹੀਂ ਹੈ। ਤੁਸੀਂ ਹੁਣ ਇੱਕ ਸਿੰਪਲ ਜਿਹਾ ਐਕਸਪੈਰੀਮੈਂਟ ਆਪਣੇ ਘਰ 'ਚ ਕਰ ਲਓ, ਤੁਸੀਂ ਆਰਾਮ ਨਾਲ ਲੇਟ ਜਾਓ ਬੈੱਡ ਤੇ, ਕੋਸ਼ਿਸ਼ ਕਰੋ ਸੋਚੋ ਵੀ ਕੁਛ ਨਾ। ਜਦੋਂ ਤੁਸੀਂ ਇਹੋ ਜਿਹੀ ਸਥਿਤੀ ਜਿਹਨੂੰ ਆਪਾਂ ਮੈਡੀਟੇਸ਼ਨ ਕਹਿੰਦੇ ਆ, ਉਸ ਵੇਲੇ ਅਗਰ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੋਗੇ ਤਾਂ ਬਲੱਡ ਪ੍ਰੈਸ਼ਰ ਬਹੁਤ ਲੋ ਰੇਂਜ 'ਚ ਹੋਏਗਾ। ਅੱਛਾ ਠੀਕ ਹੈ, ਕਿਉਂ? ਕਿਉਂਕਿ ਸਾਡੇ ਸਾਰੇ ਸੈੱਲ ਜਿਹੜੇ ਆਰਾਮ ਕਰ ਰਹੇ ਨੇ, ਕੋਈ ਕੰਮ ਨਹੀਂ, ਐਕਸਟਰਾ ਕੰਮ ਨਹੀਂ ਕਰ ਰਹੇ। ਅੱਛਾ ਠੀਕ ਹੈ। ਅਸਲ 'ਚ ਹੁੰਦਾ ਕੀ ਹੈ ਜੀ, ਹਾਰਟ ਪ੍ਰੈਸ਼ਰ ਨੂੰ ਕਿੰਨਾ ਵਧਾਏਗਾ ਜਾਂ ਕਿੰਨਾ ਘਟਾਏਗਾ ਇਹ ਇਸ ਗੱਲ ਤੇ ਤੈਅ ਹੁੰਦਾ ਹੈ ਕਿ ਸਾਡੇ ਸੈੱਲ ਖਾਣੇ ਦੀ ਡਿਮਾਂਡ ਕਿੰਨੀ ਕਰਦੇ ਆ। ਠੀਕ ਹੈ ਜੀ। ਹੁਣ ਜਦੋਂ ਤੁਸੀਂ ਲੇਟੇ ਹੋਏ ਹੋ, ਦਿਮਾਗ ਵੀ ਤੁਹਾਡਾ ਰੈਸਟ ਕਰ ਰਿਹਾ, ਸਾਰਾ ਕੁਝ ਕਰ ਰਿਹਾ, ਤਾਂ ਤੁਹਾਡਾ ਬੀਪੀ ਲੋ ਰੇਂਜ 'ਚ ਹੋਏਗਾ, ਕਿਉਂਕਿ ਸਾਡੇ ਸੈੱਲਾਂ ਨੂੰ ਬਹੁਤ ਜ਼ਿਆਦਾ ਖਾਣੇ ਦੀ ਲੋੜ ਨਹੀਂ ਹੈ, ਕਿਉਂਕਿ ਐਕਸਟਰਾ ਕੰਮ ਨਹੀਂ ਕਰ ਰਿਹਾ। ਠੀਕ ਹੈ। ਅੱਛਾ, ਫਿਰ ਤੁਸੀਂ ਇੱਕ ਵਾਰ ਉੱਠ ਕੇ ਬੈਠ ਜਾਓ ਤੇ ਇਕੱਲੇ ਹੱਥ ਹਿਲਾਉਣੇ ਸ਼ੁਰੂ ਕਰ ਦਿਓ, ਨਾਲ ਬੀਪੀ ਚੈੱਕ ਕਰੋਗੇ ਤਾਂ ਬੀਪੀ ਥੋੜਾ ਜਿਹਾ ਵਧਿਆ ਹੋਇਆ ਮਿਲੇਗਾ। ਠੀਕ ਹੈ ਜੀ। ਕਿਉਂਕਿ ਹੁਣ ਹੱਥਾਂ ਦੇ ਸੈੱਲ ਜਿਹੜੇ ਆ ਉਹ ਐਕਟੀਵਿਟੀ ਕਰ ਰਹੇ ਨੇ, ਉਹਨਾਂ ਨੂੰ ਵੱਧ ਖਾਣੇ ਦੀ ਜ਼ਰੂਰਤ ਹੈ। ਜਦੋਂ ਹੀ ਸਾਡੇ ਸੈੱਲ ਖਾਣੇ ਲਈ ਚਿল্ਲਾਉਂਦੇ ਨੇ, ਰੌਲਾ ਪਾਉਂਦੇ ਨੇ, ਸਾਨੂੰ ਖਾਣਾ ਚਾਹੀਦਾ ਹੈ, ਤਾਂ ਬ੍ਰੇਨ ਹਾਰਟ ਨੂੰ ਮੈਸੇਜ ਦਿੰਦਾ ਹੈ, ਗਿਵ ਦਾ ਮੋਰ ਪ੍ਰੈਸ਼ਰ। ਬ੍ਰੇਨ ਹਾਰਟ ਨੂੰ ਮੈਸੇਜ ਦਿੰਦਾ ਕਿ ਪ੍ਰੈਸ਼ਰ ਵਧਾ ਭਾਈ, ਕੁਝ ਸੈੱਲਾਂ ਨੂੰ ਵੱਧ ਖਾਣਾ ਚਾਹੀਦਾ। ਠੀਕ ਹੈ। ਪ੍ਰੈਸ਼ਰ ਵਧਣ ਦਾ ਮਤਲਬ ਕੀ ਹੈ? ਖੂਨ ਉਹਨਾਂ ਸੈੱਲਾਂ ਤੱਕ ਤੇਜ਼ੀ ਨਾਲ ਪਹੁੰਚੇਗਾ। ਜੀ ਜੀ। ਅੱਛਾ, ਹੁਣ ਤੁਸੀਂ ਹੱਥ ਹਿਲਾਏ, ਤੁਹਾਡਾ ਬੀਪੀ ਥੋੜਾ ਜਿਹਾ ਵੱਧ ਗਿਆ, ਹੁਣ ਤੁਸੀਂ ਬਾਹਾਂ ਹਿਲਾਉਣੀਆਂ ਸ਼ੁਰੂ ਕਰ ਦਿਓ ਜੀ, ਫਿਰ ਚੈੱਕ ਕਰੋ ਬੀਪੀ ਥੋੜਾ ਜਿਹਾ ਹੋਰ ਵੱਧ ਜਾਏਗਾ। ਓਕੇ, ਫਿਰ ਤੁਸੀਂ ਉੱਠ ਕੇ ਖੜੇ ਹੋ ਜਾਓ ਜੀ, ਤੁਰਨਾ ਸ਼ੁਰੂ ਕਰੋਗੇ, ਬੀਪੀ ਥੋੜਾ ਹੋਰ ਵਧੇਗਾ ਜੀ। ਹੁਣ ਤੁਸੀਂ ਦੌੜਨਾ ਸ਼ੁਰੂ ਕਰੋ। ਠੀਕ ਹੈ। ਜਦੋਂ ਤੁਸੀਂ ਤੇਜ਼ੀ ਨਾਲ ਦੌੜੋਗੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰੇਂਜ ਚਲਿਆ ਜਾਏਗਾ। ਠੀਕ ਹੈ। ਹੋ ਸਕਦਾ ਉਹ 200 ਵੀ ਚਲਿਆ ਜਾਵੇ, ਕਿਉਂਕਿ ਪੂਰੀ ਬਾਡੀ ਦੇ ਸੈੱਲ ਹਰਕਤ ਨੇ, ਉਹਨਾਂ ਨੂੰ ਕੰਮ ਕਰਨਾ ਪੈ ਰਿਹਾ, ਉਹਨਾਂ ਨੂੰ ਵੱਧ ਖਾਣੇ ਦੀ ਜ਼ਰੂਰਤ ਹੈ। ਜਾਂ ਦੂਜੇ ਸ਼ਬਦਾਂ ਵਿੱਚ ਤੁਸੀਂ ਇਹ ਕਹੋਗੇ ਕਿ ਜੇ ਤੁਹਾਡਾ ਬਲੱਡ ਪ੍ਰੈਸ਼ਰ ਨਹੀਂ ਵੱਧਦਾ ਤਾਂ ਤੁਸੀਂ ਦੌੜ ਸਕਦੇ ਹੀ ਨਹੀਂ। ਜੀ ਜੀ। ਦੌੜਨ ਲਈ ਇਹ ਜ਼ਰੂਰੀ ਹੈ ਕਿ ਬਲੱਡ ਪ੍ਰੈਸ਼ਰ ਵਧੇ। ਜੀ। ਜੇ ਬਲੱਡ ਪ੍ਰੈਸ਼ਰ ਨਹੀਂ ਵੱਧਦਾ ਤੁਸੀਂ ਦੌੜ ਹੀ ਨਹੀਂ ਸਕਦੇ। ਤੁਸੀਂ ਕਦੇ ਲੋ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਦੇਖੇ ਹੋਣ ਅਗਰ ਜੀ, ਜਿਨ੍ਹਾਂ ਦਾ ਬੀਪੀ ਲੋ ਹੁੰਦਾ, ਉਹ ਸੁਸਤ ਹੁੰਦੇ ਨੇ, ਨੀਂਦ ਆਉਂਦੀ, ਉਹਨਾਂ ਨੂੰ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਬੈਠੇ ਰਹਿੰਦੇ ਨੇ ਜੀ। ਤਾਂ ਅਗਰ ਇਹਦਾ ਮਤਲਬ ਬਲੱਡ ਪ੍ਰੈਸ਼ਰ ਲੋ ਦਾ ਮਤਲਬ ਕੀ ਹੈ ਕਿ ਸਾਡੇ ਸੈੱਲਾਂ ਤੱਕ ਖੁਰਾਕ ਜਿਹੜੀ ਪ੍ਰੋਪਰ ਨਹੀਂ ਪਹੁੰਚ ਰਹੀ। ਜੀ ਜੀ ਜੀ, ਬਿਲਕੁਲ। ਇਸ ਕਰਕੇ ਉਹ ਨਹੀਂ ਫੰਕਸ਼ਨ ਕਰ ਪਾ ਰਹੇ।
ਵੱਧ ਕੰਮ ਵੱਧ ਖਾਣਾ, ਜੀ ਘੱਟ ਕੰਮ ਘੱਟ ਖਾਣੇ ਦੀ ਜ਼ਰੂਰਤ, ਇਹ ਕਾਮਨ ਸੈਂਸ ਦੀ ਗੱਲ ਹੈ। ਠੀਕ ਤਾਂ ਹੈ। ਹੁਣ ਤੁਸੀਂ ਦੇਖੋ ਕਿ ਜਦੋਂ ਤੁਸੀਂ ਰੈਸਟ ਕੀਤੀ, ਜਦੋਂ ਤੁਸੀਂ ਮੈਡੀਟੇਸ਼ਨ ਕਰ ਰਹੇ ਹੋ ਤਾਂ ਬੀਪੀ ਲੋ ਹੈ, ਹਾਂਜੀ ਜਦੋਂ ਤੁਸੀਂ ਦੌੜ ਰਹੇ ਹੋ ਤਾਂ ਬੀਪੀ ਹਾਈ ਹੈ। ਠੀਕ ਹੈ। ਅਗਰ ਲੋ ਬਲੱਡ ਪ੍ਰੈਸ਼ਰ ਤੇ ਹਾਈ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਹੈ ਤਾਂ ਡਾਕਟਰ ਕਿਉਂ ਨਹੀਂ ਕਿਸੇ ਨੂੰ ਕਹਿੰਦੇ ਕਿ ਮੈਡੀਟੇਸ਼ਨ ਨਾ ਕਰੋ ਜੀ, ਇਹਨਾਂ ਦਾ ਬੀਪੀ ਲੋ ਹੋ ਜਾਏਗਾ ਤੁਹਾਡਾ। ਜੀ ਜਾਂ ਕਿਉਂ ਖਿਡਾਰੀਆਂ ਨੂੰ ਕਹਿੰਦੇ ਨਹੀਂ ਵੀ ਮਤ ਖੇਡੋ ਕਿਉਂਕਿ ਬੀਪੀ ਹਾਈ ਹੋ ਜਾਏਗਾ, ਹਾਈ ਬੀਪੀ ਤਾਂ ਬਿਮਾਰੀ ਹੈ। ਕੋਈ ਡਾਕਟਰ ਕਿਸੇ ਖਿਲਾੜੀ ਨੂੰ ਇਹ ਨਹੀਂ ਕਹਿੰਦਾ ਵੀ ਤੂੰ ਦੌੜਨਾ ਨਹੀਂ ਹੈ ਜੀ, ਕਿਉਂਕਿ ਨਾਰਮਲ ਬਲੱਡ ਪ੍ਰੈਸ਼ਰ ਤਾਂ 120-80 ਹੁੰਦਾ, ਜੇ 120 ਤੋਂ ਉੱਪਰ ਚਲਾ ਗਿਆ ਤੂੰ ਤਾਂ ਮਰ ਜਾਏਗਾ। ਤੇ ਜਦੋਂ ਕੋਈ ਖਿਲਾੜੀ ਗਰਾਊਂਡ 'ਚ ਖੇਡਦਾ ਹੈ ਉਹਦਾ ਬਲੱਡ ਪ੍ਰੈਸ਼ਰ ਤਾਂ ਪਤਾ ਨਹੀਂ 160, 170, 180, 200 ਤੱਕ ਵੀ ਹੁੰਦਾ ਹੋਊਗਾ, ਪਰ ਨਾ ਤਾਂ ਉਹਨੂੰ ਚੱਕਰ ਆਉਂਦਾ ਹੈ, ਨਾ ਉਹਦਾ ਸਿਰ ਦੁਖਦਾ ਹੈ, ਨਾ ਉਹਨੂੰ ਕੋਈ ਹੋਰ ਤਕਲੀਫ ਹੁੰਦੀ ਹੈ। ਜਦੋਂ ਉਹ ਖੇਡਦਾ ਹੈ ਉਹਨੂੰ ਕੋਈ ਤਕਲੀਫ ਥੋੜੀ ਹੁੰਦੀ ਹੈ, ਭਾਵੇਂ ਹਾਈ ਬਲੱਡ ਪ੍ਰੈਸ਼ਰ ਹੁੰਦਾ ਜੀ। ਤਾਂ ਇਹਦਾ ਮਤਲਬ ਕੀ ਹੈ, ਸਾਡਾ ਸਰੀਰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬਲੱਡ ਪ੍ਰੈਸ਼ਰ ਨੂੰ ਖੁਦ ਮੈਨੇਜ ਕਰਦਾ ਹੈ। ਜੀ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਤੁਹਾਨੂੰ ਰੋਕੂੰਗੀ ਕਿ ਤੁਹਾਡੇ ਕੋਲ ਇਸ ਸਮੇਂ ਪੇਜ ਦੇ ਉੱਪਰ ਜਿਹੜੇ ਮੈਸੇਜ ਆ ਰਹੇ ਸ਼ੋ ਹੋ ਰਹੇ ਆ ਜੀ। ਸਰਬਜੀਤ ਹੋਰਾਂ ਦੇ 2 ਸਵਾਲ ਆਏ ਆ ਤੁਹਾਡੇ ਲਈ। ਜੀ ਜੀ ਹਾਂਜੀ, ਦੇਖੋ ਜੇ ਆਪਾਂ ਅੱਜ ਦੇ ਇਸ ਦਿਨ ਦੇ ਵਿੱਚ ਇਹਨੂੰ ਜੋੜ ਸਕਦੇ ਹਾਂ ਤੇ ਕੀ ਇਹਨਾਂ ਦੇ ਸਵਾਲ ਦਾ ਦੱਸੋ, ਜਵਾਬ? ਪੜ੍ਹ ਕੇ ਦੱਸੋ ਜੀ, ਪੜ੍ਹ ਕੇ ਮੈਂ ਨਹੀਂ ਦੇਖ ਰਿਹਾ ਪੇਜ। ਅੱਛਾ, ਪਹਿਲਾਂ ਤਾਂ ਆਪਾਂ ਬੀਪੀ ਤੇ ਹੀ ਗੱਲ ਚੱਲ ਰਹੀ ਹੈ। ਕਿਹੜੀਆਂ ਕਹਿੰਦੇ ਜਿਹੜੇ ਬਲੱਡ ਪ੍ਰੈਸ਼ਰ ਸ਼੍ਰੇਣੀ ਨੂੰ ਖਤਰਨਾਕ ਮੰਨਿਆ ਜਾਏਗਾ? ਕਿਉਂਕਿ ਪਹਿਲੀ ਗੱਲ ਤਾਂ ਆਪਾਂ ਇਹ ਕਹੀ ਹੈ ਸਰਬਜੀਤ ਕਿ ਇਹ ਕੋਈ ਬਿਮਾਰੀ ਹੈ ਹੀ ਨਹੀਂ, ਪਰ ਇਹਨਾਂ ਦਾ ਡਾਕਟਰ ਸਾਹਿਬ ਫਿਰ ਵੀ ਇਹ ਸਵਾਲ ਹੈ ਕਿ ਫਿਰ ਵੀ ਕੋਈ ਬੀਪੀ ਦੀ ਇਹੋ ਜਿਹੀ ਸ਼੍ਰੇਣੀ ਹੈਗੀ ਆ ਜਿਹਨੂੰ ਅਸੀਂ ਖਤਰਨਾਕ ਮੰਨ ਸਕਦੇ ਆ? ਜੀ ਆਪਾਂ ਕਰਾਂਗੇ ਇਹ ਤੇ ਗੱਲ। ਹਾਂਜੀ, ਹੋਰ ਦੂਜਾ ਸਵਾਲ। ਇੱਕ ਕਹਿੰਦੇ ਨੇ ਕਿ ਕੀ ਮੋਟਾਪੇ ਵਾਲੇ ਮਰੀਜ਼ਾਂ ਦੇ ਕਾਰਡੀਓਵੈਸਕੂਲਰ ਜ਼ੋਖਮ ਨੂੰ ਨਿਰਧਾਰਿਤ ਕਰਨ ਦੇ ਲਈ ਕੋਈ ਟੈਸਟ ਹੈ ਮੋਟਾਪੇ ਦੇ ਨਜ਼ਰੀਏ ਤੋਂ ਜੇਕਰ ਦੇਖੀਏ ਤਾਂ? ਜੀ ਜੀ ਠੀਕ ਹੈ ਜੀ। ਤੁਸੀਂ ਸਵਾਲ ਨਾਲ ਦੀ ਨਾਲ ਪੜ੍ਹੀ ਜਾਓਗੇ ਤਾਂ ਨਾਲ ਕਵਰ ਹੋ ਜਾਣਗੇ। ਵੈਸੇ ਤਾਂ ਪੂਰਾ ਜਦੋਂ ਆਪਾਂ ਕੰਪਲੀਟ ਕਰ ਲਾਂਗੇ ਨਾ ਇਹਨੂੰ, ਇਹ ਸਵਾਲ ਆਪਣੇ ਆਪ ਹੱਲ ਹੋ ਜਾਣਗੇ। ਬਸ ਤੁਸੀਂ ਨੋਟ ਕਰੀ ਜਾਓ ਕਿਉਂਕਿ ਮੇਰੇ ਕੋਲ ਲਾਈਵ ਦੇ ਫਿਰ ਮੈਸੇਜ ਜਿਹੜੇ ਡਿਲੀਟ ਹੋ ਜਾਂਦੇ ਜਿਉਂ-ਜਿਉਂ ਉੱਪਰ ਮੈਸੇਜ ਜਾਈ ਜਾਂਦੇ। ਨਹੀਂ, ਤੁਸੀਂ ਨਾਲ ਦੀ ਨਾਲ ਦੱਸਦੇ ਜਾਓ, ਕੋਈ ਗੱਲ ਨਹੀਂ। ਹਾਂਜੀ, ਇਹ ਦੋਨੋਂ ਸਵਾਲ ਵਿੱਚ ਹੀ ਆ ਜਾਣਗੇ। ਠੀਕ ਹੈ। ਹੁਣ ਇੱਕ ਗੱਲ ਆਪਾਂ ਸਮਝ ਲਈ ਹੈ ਜੀ ਕਿ ਸਾਡਾ ਸਰੀਰ ਆਪਣੀ ਜ਼ਰੂਰਤ ਦੇ ਮੁਤਾਬਕ ਬਲੱਡ ਪ੍ਰੈਸ਼ਰ ਨੂੰ ਖੁਦ ਮੈਨੇਜ ਕਰਦਾ ਹੈ। ਜੀ। ਜਦੋਂ ਜ਼ਿਆਦਾ ਜ਼ਰੂਰਤ ਹੈ, ਜਦੋਂ ਤੁਸੀਂ ਜ਼ਿਆਦਾ ਕੰਮ ਕਰ ਰਹੇ ਹੋ, ਜਦੋਂ ਤੁਹਾਡੇ ਸੈੱਲਾਂ ਨੂੰ ਜ਼ਿਆਦਾ ਖਾਣੇ ਦੀ ਜ਼ਰੂਰਤ ਹੈ ਤਾਂ ਹਾਰਟ ਲਗਾਤਾਰ ਤੇਜ਼ੀ ਨਾਲ ਪੰਪ ਕਰ ਰਿਹਾ। ਦੇਖੋ ਤੁਸੀਂ ਜਦੋਂ ਬੀਪੀ ਵੱਧਦਾ ਹੈ ਤਾਂ ਤੁਹਾਡਾ ਪਲਸ ਰੇਟ ਵੀ ਵੱਧਦਾ ਹੈ। ਹਾਂਜੀ। ਮਤਲਬ ਜਦੋਂ ਤੁਸੀਂ ਦੌੜਦੇ ਹੋ ਤਾਂ ਕੱਲਾ ਬਲੱਡ ਪ੍ਰੈਸ਼ਰ ਨਹੀਂ ਵੱਧਦਾ, ਤੁਹਾਡਾ ਦਿਲ ਤੇਜ਼ੀ ਨਾਲ ਧੜਕਦਾ ਹੈ, ਪਲਸ ਰੇਟ ਵੀ ਵੱਧਦਾ ਹੈ। ਜੀ। ਅੱਛਾ, ਹੁਣ ਜਦੋਂ ਇਹ ਗੱਲ ਹੈ ਤਾਂ ਫਿਰ ਬਿਮਾਰੀ ਕਦੋਂ ਹੈ? ਇਹ ਕਦੋਂ ਇਹ ਬਿਮਾਰੀ ਬਣ ਜਾਂਦੀ ਹੈ? ਜੀ। ਇਹ ਸਾਡਾ ਸਰੀਰ ਖੁਦ ਬੀਪੀ ਨੂੰ ਲੋ ਵੀ ਕਰ ਰਿਹਾ ਹੈ, ਹਾਈ ਵੀ ਕਰ ਰਿਹਾ। ਤੁਸੀਂ ਇੱਕ ਦਿਨ 'ਚ 10 ਵਾਰ ਬੀਪੀ ਦੀ ਰੀਡਿੰਗ ਲਾਓਗੇ ਤਾਂ ਕਦੀ ਇੱਕ ਰੀਡਿੰਗ ਨਹੀਂ ਮਿਲੇਗੀ ਤੁਹਾਨੂੰ, ਭਾਵੇਂ ਤੁਸੀਂ ਹੈਲਦੀ ਹੋ। ਜੀ ਜੀ। ਪੂਰੀ ਤਰ੍ਹਾਂ ਤੰਦਰੁਸਤ ਹੋ, ਕਦੀ ਵੀ ਬੀਪੀ ਦੀ ਇੱਕ ਰੀਡਿੰਗ ਨਹੀਂ। ਜੇ ਤੁਹਾਡੀ ਸਗੋਂ ਉਲਟਾ, ਜੇ ਤੁਹਾਡਾ ਬੀਪੀ ਲਗਾਤਾਰ ਉੱਪਰ ਨੀਚੇ ਹੋ ਰਿਹਾ ਤਾਂ ਇਹਦਾ ਮਤਲਬ ਤੁਸੀਂ ਹੈਲਦੀ ਹੋ। ਹਾਂਜੀ। ਤੁਹਾਡਾ ਸਰੀਰ ਦਾ ਸਿਸਟਮ ਪੂਰੀ ਤਰ੍ਹਾਂ ਕੰਮ ਕਰ ਰਿਹਾ, ਲੋੜ ਦੇ ਮੁਤਾਬਕ ਬਲੱਡ ਪ੍ਰੈਸ਼ਰ ਉੱਪਰ ਨੀਚੇ ਹੋ ਰਿਹਾ। ਠੀਕ ਹੈ। ਇਹ ਤਾਂ ਹੋ ਗਿਆ ਜੀ ਫਿਜ਼ੀਕਲ ਐਕਟੀਵਿਟੀ। ਜੀ। ਹੁਣ ਕੋਈ ਬੰਦਾ ਕਹੇ ਮੈਂ ਤਾਂ ਜੀ ਲੰਮਾ ਪਿਆ ਰਹਿਣਾ ਫਿਰ ਵੀ ਮੇਰਾ ਬੀਪੀ ਵੱਧਦਾ। ਜੀ। ਮੈਂ ਕੰਮ ਵੀ ਨਹੀਂ ਕਰਦਾ ਫਿਰ ਵੀ ਬੀਪੀ ਵੱਧਦਾ। ਪਰ ਕੱਲੀ ਫਿਜ਼ੀਕਲ ਐਕਟੀਵਿਟੀ ਨਾਲ ਬੀਪੀ ਨਹੀਂ ਵੱਧਦਾ, ਮਾਨਸਿਕ ਤੌਰ ਤੇ ਐਕਟੀਵਿਟੀ ਜਿਹੜੀ ਆਪਾਂ ਕਰਦੇ ਆ ਉਹਦੇ ਨਾਲ ਵੀ ਬੀਪੀ ਵੱਧਦਾ। ਮੰਨ ਲਓ ਤੁਸੀਂ 4 ਬੰਦੇ ਕਮਰੇ 'ਚ ਬੈਠੇ ਹੋ। ਹਾਂਜੀ। ਤੁਹਾਡਾ ਸਾਰਿਆਂ ਦਾ ਬੀਪੀ ਨੋਟ ਕਰ ਲਿਆ ਜਾਂਦਾ ਹੈ। ਅਚਾਨਕ ਇੱਕ ਸੱਪ ਆ ਜਾਂਦਾ ਕਮਰੇ 'ਚ। ਅੱਛਾ। ਜਿੱਦਾਂ ਹੀ ਤੁਸੀਂ ਚਾਰੋਂ ਲੋਕ ਉਸ ਸੱਪ ਨੂੰ ਦੇਖੋਗੇ ਉਹ ਤੋਂ ਬਾਅਦ ਤੁਸੀਂ 2 ਮਿੰਟ ਬਾਅਦ ਬੀਪੀ ਚੈੱਕ ਕਰੋਗੇ ਤਾਂ ਸਾਰਿਆਂ ਦਾ ਬੀਪੀ ਵਧਿਆ। ਠੀਕ ਹੈ। ਅੱਛਾ, ਹੁਣ ਅਗਰ ਉਹ ਸੱਪ
ਬਿਨਾਂ ਕਿਸੇ ਨੂੰ ਕੱਟੇ ਚਲਿਆ ਜਾਂਦਾ ਹੈ ਜੀ ਤਾਂ ਉਹ ਚਾਰੋਂ ਹੀ ਲੋਕ ਲੰਬਾ ਸਾਹ ਲੈਣਗੇ, ਥੈਂਕ ਗੋਡ ਕਹਿਣਗੇ ਕਿ ਚਲਿਆ ਗਿਆ ਸੱਪ। ਉਹ ਤੋਂ 2-4 ਮਿੰਟ ਬਾਅਦ ਦੇਖੋਗੇ ਬੀਪੀ ਫਿਰ ਥੱਲੇ ਨਾਰਮਲ ਦੇ ਜੀ। ਹੁਣ ਹੋਇਆ ਕੀ ਜੀ, ਬਈ ਜਦੋਂ ਹੀ ਸੱਪ ਦੇਖਿਆ ਤੁਸੀਂ, ਹਾਂਜੀ, ਤੁਰੰਤ ਤੁਹਾਡੇ ਬ੍ਰੇਨ ਨੂੰ ਇਹ ਪਤਾ ਲੱਗਿਆ, ਉਹਨੇ ਇਹ ਸੋਚਿਆ ਜਾਂ ਉਹਨੇ ਕੰਮ ਕੀਤਾ ਵੀ ਅਗਰ ਇਸ ਸੱਪ ਨੇ ਕੱਟ ਲਿਆ ਕਿਸੇ ਨੂੰ ਤਾਂ ਸੈੱਲ ਜਿਹੜੇ ਨੇ ਉਹਨਾਂ ਨੂੰ ਖੁਦ ਨੂੰ ਬਚਾਉਣ ਲਈ ਜ਼ਹਿਰ ਤੋਂ ਤੇ ਜ਼ਹਿਰ ਨੂੰ ਫਲਸ਼ ਆਊਟ ਕਰਨ ਲਈ ਜ਼ਿਆਦਾ ਐਕਟੀਵਿਟੀ ਕਰਨੀ ਪਏਗੀ। ਠੀਕ ਹੈ, ਜ਼ਿਆਦਾ ਕੰਮ ਕਰਨਾ ਪਏਗਾ। ਤਾਂ ਐਡਵਾਂਸ ਦੀ ਹਾਰਟ ਨੂੰ ਇੱਕ ਮੈਸੇਜ ਦੇ ਦਿੰਦਾ, 2 ਮੈਸੇਜ ਦਿੰਦਾ, ਇੱਕ ਲਿਵਰ ਨੂੰ ਦਿੰਦਾ ਕਿ ਤੇਰੇ ਕੋਲ ਜਿੰਨੀ ਸ਼ੂਗਰ ਹੈ ਤੂੰ ਬਲੱਡ ਰਿਲੀਜ਼ ਕਰ ਦੇ। ਜੀ ਜੀ ਬਿਲਕੁਲ। ਦੂਜਾ ਮੈਸੇਜ ਉਹ ਹਾਰਟ ਨੂੰ ਦੇਗਾ ਕਿ ਉਹ ਸ਼ੂਗਰ ਜਿਹੜੀ ਹੈ ਸੈੱਲਾਂ ਤੱਕ ਤਾਂ ਹੀ ਪਹੁੰਚੇਗੀ ਜੇ ਤੂੰ ਬੀਪੀ ਵਧਾਏਗਾ। ਠੀਕ ਹੈ। ਤਾਂ ਜੇ ਤੁਸੀਂ ਅਚਾਨਕ ਸੱਪ ਦੇਖਦੇ ਹੋ ਤਾਂ ਤੁਹਾਡਾ ਸ਼ੂਗਰ ਲੈਵਲ ਵੀ ਵੱਧ ਜਾਏਗਾ, ਬੀਪੀ ਲੈਵਲ ਵੀ ਵੱਧ ਜਾਏਗਾ। ਠੀਕ ਹੈ ਜੀ। ਤੇ ਜਦੋਂ ਹੀ ਸੱਪ ਚਲਿਆ ਜਾਂਦਾ ਬ੍ਰੇਨ ਨੂੰ ਫਿਰ ਪਤਾ ਲੱਗ ਜਾਂਦਾ, ਫਿਰ ਉਹ ਮੈਸੇਜ ਆਪਣਾ ਕਨਵੇ ਕਰਦਾ ਠੀਕ ਹੈ ਸਾਰਾ ਕੁਝ ਨਾਰਮਲ ਹੈ, ਹਾਰਟ ਫਿਰ ਆਪਣੀ ਪਹਿਲੇ ਵਾਲੀ ਸਥਿਤੀ ਚ ਆ ਜਾਂਦਾ ਹੈ ਤੇ ਜਿਹੜਾ ਰਿਲੀਜ਼ ਕੀਤਾ ਸ਼ੂਗਰ ਹੈ ਗਲਾਈਕੋਜਨ ਵਾਪਸ ਫਿਰ ਡਿਪੋਜ਼ਿਟ ਹੋ ਜਾਂਦਾ ਹੈ। ਇਹੀ ਸੇਮ ਉਵੇਂ ਪ੍ਰੋਸੈਸ ਹੁੰਦਾ ਹੈਗਾ ਜਦੋਂ ਅਚਨਚੇਤ ਅਸੀਂ ਕਿਸੇ ਦਾ ਕੋਈ ਇਹੋ ਜਿਹਾ ਸੁਨੇਹਾ ਸੁਣ ਲੈਂਦੇ ਆ ਜੋ ਸਾਨੂੰ ਨਹੀਂ ਹੁੰਦਾ ਕਿ ਵੀ ਇੰਨੀ ਜਲਦੀ ਸਾਨੂੰ ਸੁਨੇਹਾ ਮਿਲੂਗਾ। ਜਦੋਂ ਅਸੀਂ ਇੱਕਦਮ ਕੋਈ ਹੌਲ ਵਾਲੀ ਗੱਲ ਕਹਿ ਲਈਏ ਸਾਡੇ ਪੰਜਾਬੀਆਂ ਦੀ ਭਾਸ਼ਾ ਦੇ ਵਿੱਚ, ਕੋਈ ਇਹੋ ਜਿਹੀ ਖਬਰ, ਇਹੋ ਜਿਹੀ ਫੋਨ ਕਾਲ ਸਾਨੂੰ ਆ ਜਾਂਦੀ ਕਿ ਆਹ ਭਾਣਾ ਵਾਪਰ ਗਿਆ, ਤਾਂ ਉਦੋਂ ਵੀ ਇਹੀ ਚੀਜ਼ ਸੇਮ ਹੁੰਦੀ ਹੈ। ਕਈ ਬੇਹੋਸ਼ ਹੀ ਹੋ ਜਾਂਦੇ ਹੈ, ਕਈ ਆਪਾ ਹੀ ਖੋ ਲੈਂਦੇ ਹੈਗੇ ਆਪਣਾ, ਹਨਾ। ਸੋ ਮੈਨੂੰ ਲੱਗਦਾ ਸੇਮ ਪ੍ਰੋਸੈਸ ਉਹਦੇ ਵਿੱਚ ਵੀ ਹੁੰਦਾ ਕਿ ਇਹ ਪਰਮਿੰਦਰ ਨੇ ਵੀ ਮੈਨੂੰ ਇੱਕ ਸਵਾਲ ਲਿਖਿਆ ਸੀ ਵੀ ਉਦੋਂ ਇਹ ਕਿਉਂ ਹੁੰਦਾ, ਪਰ ਹੁਣ ਜਦੋਂ ਉਹਨਾਂ ਨੇ ਆ ਤੁਹਾਡੀ ਗੱਲ ਸੁਣ ਲਈ ਤਾਂ ਉਹਨਾਂ ਦਾ ਮੈਸੇਜ ਵੀ ਨਾਲੋਂ ਨਾਲ ਹੀ ਆ ਗਿਆ ਕਿ ਮੈਨੂੰ ਜਵਾਬ ਮਿਲ ਗਿਆ। ਸੋ ਮੈਨੂੰ ਇਹ ਸਾਰਾ ਸਿਸਟਮ ਜੀ ਮਤਲਬ ਕੀ ਹੈ ਵੀ ਕੱਲਾ ਫਿਜ਼ੀਕਲ ਐਕਟੀਵਿਟੀ ਨਹੀਂ ਇਹਦੇ ਲਈ ਜ਼ਿੰਮੇਵਾਰ। ਜਦੋਂ ਸਾਡੇ ਮਨ 'ਚ ਕੋਈ ਡਰ ਬੈਠਦਾ, ਜਦੋਂ ਅਸੀਂ ਚਿੰਤਾ 'ਚ ਹੁੰਦੇ ਹਾਂ, ਇਹਦਾ ਮਤਲਬ ਸਾਡੇ ਬ੍ਰੇਨ ਦੇ ਸੈੱਲ ਜ਼ਿਆਦਾ ਕੰਮ ਕਰਦੇ। ਠੀਕ ਹੈ। ਅਸੀਂ ਸੋਚ ਰਹੇ ਹਾਂ, ਡਰ ਹੈ, ਚਿੰਤਾ ਹੈ, ਦੁੱਖ ਹੈ, ਖੁਸ਼ੀ ਹੈ, ਤਾਂ ਉਸ ਸਮੇਂ ਵੀ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਕਿਉਂਕਿ ਤੁਹਾਡੀ ਬਾਡੀ ਦੇ ਇੱਕ ਹਿੱਸੇ ਦੇ ਸੈੱਲ ਜ਼ਿਆਦਾ ਕੰਮ ਕਰਦੇ। ਤਾਂ ਇਸ ਕਰਕੇ ਕੁਝ ਲੋਕ ਤੁਸੀਂ ਸੁਣਿਆ ਹੋਣਾ, ਕੁਝ ਲੋਕ ਕਹਿੰਦੇ ਆ ਇਹਦਾ ਬੀਪੀ ਵੱਧਦਾ ਇਸ ਕਰਕੇ ਇਹਨੂੰ ਗੁੱਸਾ ਆਉਂਦਾ। ਸਹੀ ਹੈ ਨਾ, ਇਹਦਾ ਬਲੱਡ ਪ੍ਰੈਸ਼ਰ ਵੱਧਦਾ ਇਸ ਕਰਕੇ ਇਹਨੂੰ ਗੁੱਸਾ ਆਉਂਦਾ। ਇਹ ਗਲਤ ਹੈ। ਗੁੱਸਾ ਆਉਂਦਾ ਤਾਂ ਬਲੱਡ ਪ੍ਰੈਸ਼ਰ ਵੱਧਦਾ। ਮਤਲਬ ਬੀਪੀ ਗੁੱਸੇ ਦੀ ਵਜ੍ਹਾ ਨਹੀਂ ਹੈ, ਗੁੱਸਾ ਬੀਪੀ ਵਧਣ ਦੀ ਵਜ੍ਹਾ ਹੈ। ਜੇ ਉਹ ਵਿਅਕਤੀ ਗੁੱਸਾ ਛੱਡ ਦੇਵੇ, ਖੁਸ਼ ਰਹਿਣਾ ਸ਼ੁਰੂ ਕਰ ਦੇਵੇ, ਨਹੀਂ ਵਧੇਗਾ, ਨਹੀਂ ਵਧੇਗਾ ਜੀ। ਕਿਉਂਕਿ ਵਿਅਕਤੀ ਗੁੱਸਾ ਕਰਦਾ ਹੈ, ਗੁੱਸਾ ਜਦੋਂ ਕਰਦਾ ਉਦੋਂ ਉਹਦੇ ਬ੍ਰੇਨ ਦੇ ਵਿੱਚ ਕੁਝ ਸੈੱਲ ਐਕਟੀਵਿਟੀ ਕਰਦੇ ਨੇ, ਜ਼ਿਆਦਾ ਕਰਦੇ ਨੇ, ਇਸ ਕਰਕੇ ਬੀਪੀ ਵਧਾਉਣਾ ਪੈਂਦਾ ਬਾਡੀ ਜੀ। ਮਤਲਬ ਬਲੱਡ ਪ੍ਰੈਸ਼ਰ ਵਧਣਾ ਸਰੀਰ ਦੀ ਜ਼ਰੂਰਤ ਹੁੰਦੀ ਹੈ ਉਸ ਸਮੇਂ। ਤੇ ਜਦੋਂ ਸਾਡਾ ਸਰੀਰ ਆਪਣੀ ਜ਼ਰੂਰਤ ਲਈ ਬਲੱਡ ਪ੍ਰੈਸ਼ਰ ਨੂੰ ਅਪ ਡਾਊਨ ਕਰਦਾ ਉਦੋਂ ਕੋਈ ਸਿੰਪਟਮ ਨਹੀਂ ਆਉਂਦਾ, ਕੋਈ ਲੱਛਣ ਨਹੀਂ ਆਉਂਦਾ ਜੀ। ਤਾਂ ਹੀ ਮੈਂ ਪਹਿਲਾਂ ਕਿਹਾ ਜਦੋਂ ਖਿਡਾਰੀ ਖੇਡਦਾ ਹੈ ਉਹਦਾ ਸਿਰ ਥੋੜੀ ਦੁਖਦਾ। ਆਮ ਹਾਲਤਾਂ ਜਦੋਂ ਬੀਪੀ ਵੱਧਦਾ ਬੰਦਾ ਕਹਿੰਦਾ ਮੇਰਾ ਸਿਰ ਦੁਖਦਾ, ਮੈਨੂੰ ਪਤਾ ਲੱਗ ਜਾਂਦਾ ਮੇਰਾ ਬੀਪੀ ਵਧਿਆ ਹੋਇਆ। ਲੇਕਿਨ ਜਦੋਂ ਤੁਸੀਂ ਦੌੜ ਰਹੇ ਹੋ, ਜਦੋਂ ਤੁਸੀਂ ਖੇਡ ਰਹੇ ਹੋ, ਉਦੋਂ ਬੀਪੀ ਤਾਂ ਵਧਿਆ ਹੁੰਦਾ ਲੇਕਿਨ ਲੱਛਣ ਕੋਈ ਨਹੀਂ ਆਉਂਦਾ ਕਿਉਂਕਿ ਉਹ ਬਲੱਡ ਪ੍ਰੈਸ਼ਰ ਸਰੀਰ ਆਪਣੀ ਜ਼ਰੂਰਤ ਮੁਤਾਬਕ ਵਧਾ ਰਿਹਾ ਹੈ ਤੇ ਇਸ ਚੀਜ਼ ਦਾ ਧਿਆਨ ਰੱਖ ਕੇ ਵਧਾ ਰਿਹਾ ਕਿ ਕੋਈ ਹਾਰਮ ਨਾ ਹੋਵੇ ਕਿਸੇ ਦੀ। ਠੀਕ ਹੈ। ਤੇ ਇਹ ਤਾਂ ਹੋ ਗਿਆ ਜੀ ਨੈਚੁਰਲ ਫੰਕਸ਼ਨ ਸਾਡੀ ਬਾਡੀ ਦਾ। ਹਾਂਜੀ। ਹੁਣ ਨੈਚੁਰਲ ਫੰਕਸ਼ਨ ਦਾ ਮਤਲਬ ਕੀ ਹੈ? ਜਿਵੇਂ ਆਪਾਂ ਦੇਖਦੇ ਜਦੋਂ ECG ਕੀਤੀ ਜਾਂਦੀ ਹੈ ਉਹਦੀ ਰਿਪੋਰਟ ਕਿੱਦਾਂ ਹੁੰਦੀ ਹੈ? ਪਹਾੜੀਆਂ ਜਿਹੀਆਂ ਬਣੀਆਂ ਹੁੰਦੀਆਂ ਨਾ, ਉੱਪਰ ਥੱਲੇ ਜੀ ਜੀ। ਜੇ ਤੁਹਾਡੀ ECG ਸਿੱਧੀ ਰੇਖਾ ਚ ਆਉਂਦੀ ਹੈ ਤਾਂ ਮਤਲਬ ਡਾਕਟਰ ਕਹਿੰਦਾ ਹੀ ਇਜ਼ ਨੋ ਮੋਰ। ਜਿਵੇਂ ਬਲੱਡ ਪ੍ਰੈਸ਼ਰ, ਜੇ ਤੁਸੀਂ ਨਾ ਇੱਕ ਸ਼ੂਗਰ ਦੀ ਅੱਜ ਕੱਲ ਇੱਕ ਆਉਂਦੀ ਆ ਮਸ਼ੀਨ ਦੀ, ਉਹ ਚਿਪ ਹੁੰਦੀ ਹੈ, ਉਹਨੂੰ ਤੁਸੀਂ ਆਪਣੇ ਡੋਲੇ ਤੇ ਲਾ ਲੈਂਦੇ ਹੋ ਤਾਂ 24 ਘੰਟੇ ਉਹ ਰੀਡਿੰਗ ਦਿੰਦੀ ਹੈ। ਹਾਂਜੀ। ਤੁਸੀਂ 24 ਘੰਟੇ ਦੀ ਰੀਡਿੰਗ ਲੈ ਸਕਦੇ ਹੋ ਵੀ ਕਿੰਨੇ ਵਜੇ ਮੇਰੀ ਸ਼ੂਗਰ ਲੈਵਲ ਕਿੰਨਾ ਸੀ, ਕਿੰਨੇ ਵਜੇ ਮੇਰਾ ਸ਼ੂਗਰ ਲੈਵਲ ਕਿੰਨਾ ਸੀ ਜੀ।
ਤਾਂ ਜੇ ਉਹ ਮਸ਼ੀਨ ਲਾ ਕੇ ਤੁਸੀਂ 24 ਘੰਟੇ ਦੀ ਰੀਡਿੰਗ ਲੈਂਦੇ ਹੋ ਤਾਂ ਕਦੀ ਵੀ ਉਹ ਸਿੱਧੀ ਲਾਈਨ 'ਚ ਨਹੀਂ ਆਉਂਦੀ, ਜੀ ਅਪ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਹੁੰਦਾ ਰਹਿੰਦਾ ਹੈ। ਜੀ ਇਵੇਂ ਅਗਰ ਬਲੱਡ ਪ੍ਰੈਸ਼ਰ ਵੀ ਆਪਾਂ 24 ਘੰਟੇ ਦੀ ਕੋਈ ਏਦਾਂ ਦੀ ਮੋਨੀਟਰਿੰਗ ਕਰੀਏ ਤਾਂ ਕਦੀ ਵੀ ਇੱਕ ਲਾਈਨ 'ਚ ਨਹੀਂ ਆਏਗਾ, ਠੀਕ ਹੈ ਕਿਉਂਕਿ ਸਰੀਰ ਦਾ ਸਿਸਟਮ ਹੀ ਨਹੀਂ ਹੈ ਏਦਾਂ ਦਾ, ਇੱਕ ਲਾਈਨ 'ਚ ਹੋ ਹੀ ਨਹੀਂ ਸਕਦਾ ਹੈ। ਜੀ ਤਾਂ ਫਿਰ ਇਸ ਗੱਲ ਦੀ ਕਾਢ ਕਿੱਦਾਂ ਕੱਢੀ ਗਈ ਜੀ ਬੀਪੀ ਇਸ ਲੈਵਲ ਤੇ ਹੀ ਰਹਿਣਾ ਚਾਹੀਦਾ, ਇਹ ਖੋਜ ਕਿਉਂ ਕੀਤੀ ਗਈ ਜਾਂ ਇਹ ਕੀ ਮਾਮਲਾ ਹੈ ਕਿ 120-80 ਤੋਂ ਉੱਪਰ ਨਹੀਂ ਹੋਣਾ ਚਾਹੀਦਾ ਜੀ, ਬੀਪੀ ਦਾ ਥੱਲੇ ਹੋਣਾ ਚਾਹੀਦਾ, ਇਹ ਤਾਂ ਫਿਰ ਬਿਮਾਰੀ ਹੈ। ਇਹਦੇ ਤੇ ਆਪਾਂ ਬਾਅਦ ਚਾਹਾਂਗੇ। ਅਸਲ 'ਚ ਇੱਕ ਬਹੁਤ ਵੱਡੀ ਕੌਨਸਪੀਰੇਸੀ ਹੈ, ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਮਨੁੱਖਤਾ ਨਾਲ ਕੀਤੀ ਗਈ ਹੈ ਜੀ। ਤਾਂ ਹੁਣ ਅਸੀਂ ਦੂਸਰੀ ਚੀਜ਼ ਇਹ ਦੇਖਦੇ ਹਾਂ ਵੀ ਬਿਮਾਰੀ ਕਦੋਂ ਹੈ। ਹਾਂਜੀ ਇੱਕ ਗੱਲ ਹੋਰ, ਇੱਕ ਕੋਟੇਸ਼ਨ ਹੈ, ਉਹ ਕੀ ਹੈ ਵੀ ਹਾਈ ਬਲੱਡ ਪ੍ਰੈਸ਼ਰ ਲੀਡ ਟੂ ਹਾਰਟ ਡਿਜ਼ੀਜ਼। ਹਾਂਜੀ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਤੁਹਾਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ, ਇਹ ਗਲਤ ਹੈ। ਅੱਛਾ ਦੂਜੀ ਹੈ ਵੀ ਦਿਲ ਦੀ ਬਿਮਾਰੀ ਹਾਰਟ ਡਿਜ਼ੀਜ਼ ਲੀਡ ਟੂ ਬਲੱਡ ਪ੍ਰੈਸ਼ਰ। ਅਗਰ ਤੁਹਾਨੂੰ ਦਿਲ ਦੀ ਬਿਮਾਰੀ ਹੈ ਫਿਰ ਤੁਹਾਡਾ ਬੀਪੀ ਜ਼ਰੂਰ ਵਧੇਗਾ। ਓਕੇ, ਮਤਲਬ ਬਿਮਾਰੀਆਂ ਕਰਕੇ ਬੀਪੀ ਦਾ ਆਉਣਾ ਲਾਜ਼ਮੀ ਹੈ, ਪਰ ਬੀਪੀ ਆਵੇ ਤੇ ਫਿਰ ਬਿਮਾਰੀ ਆਵੇ ਇਹ ਠੀਕ ਹੈ। ਨਾ ਨਾ ਜੀ ਜੀ ਜੀ, ਬੀਪੀ ਕਰਕੇ ਬਿਮਾਰੀ ਨਹੀਂ, ਬਿਮਾਰੀ ਕਰਕੇ ਬੀਪੀ ਹੈ। ਓਕੇ, ਇਸ ਕਰਕੇ ਇੱਕ ਗੱਲ ਤਾਂ ਆਪਾਂ ਸਾਰੇ ਧਿਆਨ 'ਚ ਰੱਖ ਲਈਏ ਬਈ ਆਮ ਜਨਰਲ ਪ੍ਰੈਕਟਿਸ ਆਪਾਂ ਕੀ ਕਰਦੇ ਆ ਜੀ। ਮਾੜਾ ਜਿਹਾ ਸਿਰ ਦੁਖਿਆ ਜਾਂ ਮਾੜੀ ਜਿਹੀ ਕੋਈ ਗੱਲ ਹੁੰਦੀ ਹੈ ਅਸੀਂ ਬੀਪੀ ਚੈੱਕ ਕਰਦੇ ਹਾਂ ਤੇ ਬੀਪੀ ਹਾਈ ਹੁੰਦਾ ਤੇ ਆਪਾਂ ਗੋਲੀ ਖਾਣੀ ਸ਼ੁਰੂ ਕਰਦੇ ਹਾਂ ਲਗਾਤਾਰ ਜੀਵਨ ਭਰ। ਇਹ ਗਲਤ ਪ੍ਰੈਕਟਿਸ ਹੈ। ਇੱਕ ਰਿਸਰਚ ਦੱਸਦੀ ਹੈ ਕਿ ਜਿੰਨੇ ਲੋਕ ਦੁਨੀਆ ਦੇ ਦਵਾਈ ਖਾ ਰਹੇ ਨੇ ਬਲੱਡ ਪ੍ਰੈਸ਼ਰ ਦੀ, ਮੋਰ ਦੈਨ 50% ਉਹਨਾਂ ਤੋਂ ਬੀਪੀ ਦੇ ਮਰੀਜ਼ ਨਹੀਂ ਹੈਗੇ, ਉਹ ਵਾਈਟ ਕੋਟ ਸਿੰਡਰੋਮ ਦੇ ਮਰੀਜ਼ ਨੇ। ਇਹ ਮੈਡੀਕਲ ਰਿਸਰਚ ਹੈ। ਠੀਕ ਹੈ। ਅੱਛਾ, ਵਾਈਟ ਕੋਟ ਸਿੰਡਰੋਮ ਕੀ ਹੁੰਦਾ ਹੈ ਕਿ ਜਦੋਂ ਮਰੀਜ਼ ਡਾਕਟਰ ਦੇ ਕੈਬਨ 'ਚ ਜਾਂਦਾ ਹੈ, ਉਹਦਾ ਚਿੱਟਾ ਕੋਟ ਦੇਖਦਾ ਹੈ, ਉਹਦਾ ਸੀਰੀਅਸ ਜਿਹਾ ਮੂੰਹ ਦੇਖਦਾ ਹੈ, ਉਹਦੀਆਂ ਡਿਗਰੀਆਂ ਦੇਖਦਾ ਹੈ, ਉਹਦਾ ਬੀਪੀ ਵੱਧ ਜਾਂਦਾ ਹੈ। ਲੇਕਿਨ ਜਦੋਂ ਉਹ ਕੈਬਨ 'ਚੋਂ ਬਾਹਰ ਆ ਜਾਂਦਾ ਉਹਦਾ ਬੀਪੀ ਨਾਰਮਲ ਆ ਜਾਂਦਾ ਹੈ। ਠੀਕ ਹੈ, ਸਹੀ ਹੈ। ਲੇਕਿਨ ਡਾਕਟਰ ਉਸੇ ਵਧੇ ਹੋਏ ਬੀਪੀ ਨੂੰ ਦੇਖ ਕੇ ਦਵਾ ਦੇ ਦਿੰਦਾ ਹੈ। ਜੀ ਜੀ, ਜਦਕਿ ਉਹਨੂੰ ਇਹ ਚੀਜ਼ ਪਤਾ ਹੁੰਦੀ ਹੈ ਕਿ ਮੇਰੇ ਵਰਗੇ ਕਈ ਇੰਜੈਕਸ਼ਨ ਤੋਂ ਡਰਦੇ ਆ, ਵੀ ਉਹ ਡਰਦੇ ਮਾਰੇ ਬੀਪੀ ਵਧਾ ਗਏ ਤੇ ਉਹਨੂੰ ਨਾਲ ਦੀ ਨਾਲ ਇੱਕ ਬੀਪੀ ਦੀ ਗੋਲੀ ਵੀ ਦਿੱਤੀ। ਠੀਕ ਹੈ। ਜਿਹੜਾ ਮਤਲਬ ਇਹ ਰਿਸਰਚ ਹੈ ਵੀ ਮੋਰ ਦੈਨ 50% ਲੋਕ ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾ ਖਾ ਰਹੇ ਨੇ ਉਹ ਬਲੱਡ ਪ੍ਰੈਸ਼ਰ ਦੇ ਮਰੀਜ਼ ਨਹੀਂ ਹੈਗੇ। ਜੀ, ਉਹ ਸਿਰਫ ਡਾਕਟਰ ਦੇ ਕੈਬਨ 'ਚ ਆ ਕੇ ਉਸ ਮਾਹੌਲ 'ਚ ਉਹਨਾਂ ਦਾ ਬੀਪੀ ਵੱਧ ਜਾਂਦਾ। ਲੇਕਿਨ ਜਦੋਂ ਉਸ ਮਾਹੌਲ 'ਚ ਬਾਹਰ ਉਹਨਾਂ ਦਾ ਬੀਪੀ ਨਾਰਮਲ ਹੁੰਦਾ, ਲੇਕਿਨ ਉਸੇ ਮਾਹੌਲ 'ਚ ਜਿਹੜਾ ਬੀਪੀ ਨੂੰ ਚੈੱਕ ਕਰਕੇ ਡਾਕਟਰ ਸਾਰੀ ਉਮਰ ਦਵਾਈ ਖਿਲਾਈ ਜਾਂਦਾ। ਇਸ ਕਰਕੇ ਇੱਕ ਗੱਲ ਸਾਰੇ ਸਰੋਤਿਆਂ ਨੂੰ ਮੈਂ ਕਹਿਣੀ ਚਾਹੁੰਦਾ ਵੀ ਕਦੀ ਵੀ ਜਿਹੜੇ ਸਾਡੀ ਆਦਤ ਪਤਾ ਕੀ ਹੈ, ਮੰਨ ਲਓ ਤੁਸੀਂ ਕਿਸੇ ਨੂੰ ਮਿਲਣ ਜਾਂਦੇ ਹੋ, ਉਹ ਬੰਦਾ ਮੋਹਰੇ ਡਾਕਟਰ ਹੈ, ਤੁਹਾਡਾ ਮਿੱਤਰ ਹੈ, ਦੋਸਤ ਹੈ, ਜਾਣਕਾਰ ਹੈ, ਰਿਸ਼ਤੇਦਾਰ ਹੈ, ਤੁਸੀਂ ਦੇਖਦੇ ਹੋ ਉਹਦੇ ਟੇਬਲ ਤੇ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੀ ਮਸ਼ੀਨ ਪਈ ਹੈ ਤਾਂ ਤੁਸੀਂ ਅਚਾਨਕ ਵੈਸੇ ਹੀ ਕਹਿ ਦਿੰਦੇ ਆ ਲੈ ਯਾਰ ਦੇਖੀ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰ ਲਾ। ਹਾਂਜੀ, ਸਹੀ ਗੱਲ ਹੈ। ਇਹ ਸਾਡੀ ਨਾ ਇੱਕ ਆਦਤ ਬਣੀ, ਪ੍ਰੋਸਟੀ ਹੈ। ਵੈਸੇ ਆਪਾਂ ਕਿਸੇ ਕੋਲੋਂ ਬਲੱਡ ਪ੍ਰੈਸ਼ਰ ਜਾ ਕੇ ਚੈੱਕ ਕਰਾਉਣੇ ਤਾਂ 15-20 ਰੁਪਏ ਲੈਂਦਾ ਉਹ, ਲੇਕਿਨ ਜਦੋਂ ਸਾਡੇ ਕੋਲ ਮੁਫਤ ਦੀ ਫੈਸਿਲਿਟੀ ਹੁੰਦੀ ਹੈ ਨਾ ਏਦਾਂ ਦੀ, ਬੰਦਾ ਤਾਂ ਆਪਣਾ ਮਿੱਤਰ ਹੈ ਡਾਕਟਰ, ਇਹਨੇ ਕਿਹੜਾ ਪੈਸੇ ਲੈਣੇ ਆ, ਅਸੀਂ ਨਾਰਮਲੀ ਇਹ ਗੱਲ ਕਹਿ ਦਿੰਦੇ ਆ ਯਾਰ ਕਰੀ ਮੇਰਾ। ਸਹੀ ਗੱਲ ਹੈ। ਤੇ ਜੇਕਰ ਏਦਾਂ ਚੈੱਕ ਕਰਾਇਆ ਬੀਪੀ ਕਿਸੇ ਬੰਦੇ ਨੇ ਵੱਧ ਆਉਂਦਾ ਵੀ ਹੈ ਤਾਂ ਡਰੋ ਨਾ, ਘਬਰਾਓ ਨਾ, ਤੁਹਾਨੂੰ ਨਹੀਂ ਪਤਾ ਤੁਹਾਡੇ ਸਰੀਰ ਦੇ ਅੰਦਰ ਕੀ ਚੱਲ ਰਿਹਾ। ਤੁਸੀਂ ਇਹ ਦੇਖੋਗੇ ਘਰ ਆਪਣੇ ਲੋਕਾਂ ਨੇ ਬਲੱਡ ਪ੍ਰੈਸ਼ਰ ਵਾਲੀਆਂ ਮਸ਼ੀਨਾਂ, ਇੱਕ ਤਾਂ ਜਿਹੜੀ ਆਹ ਇਲੈਕਟ੍ਰੋਨਿਕ ਦੀ ਮਸ਼ੀਨ ਆਉਂਦੀ ਡਿਜੀਟਲ, ਇਹ ਵੈਸੇ ਹੀ ਬਹੁਤ ਐਰਰ ਦਿੰਦੀ ਹੈ, ਇਹਦੇ 'ਚ ਬਹੁਤ ਸਾਰਾ ਫਰਕ ਪਾਉਂਦਾ ਹੈ ਰੀਡਿੰਗ ਦਾ। ਇਹਨੂੰ ਸਹੀ ਬੰਨ ਕੇ ਦਵਾਈਆਂ ਨਾ ਖਾਓ। ਦੂਜੀ ਗੱਲ ਇਹ ਆ ਵੀ ਤੁਸੀਂ ਘਰ ਜਦੋਂ ਬੀਪੀ ਚੈੱਕ ਕਰਦੇ ਹੋ ਨਾ, ਇੱਕ ਵਾਰ ਚੈੱਕ ਕਰਕੇ ਹਟੇ, ਦੂਜੀ ਵਾਰ ਫਿਰ ਚੈੱਕ ਕਰੋ ਉਸੇ ਵੇਲੇ 5 ਮਿੰਟ ਬਾਅਦ, 2 ਮਿੰਟ ਬਾਅਦ, ਤਾਂ ਵੀ ਸੇਮ ਰੀਡਿੰਗ ਨਹੀਂ ਆਉਂਦੀ।
ਜੀ ਰੀਡਿੰਗ ਚੇਂਜ ਹੋਈ ਹੁੰਦੀ ਹੈ ਜੀ ਕਿਉਂਕਿ ਬਲੱਡ ਬਾਡੀ ਦਾ ਸਿਸਟਮ ਹੀ ਏਦਾਂ ਦਾ ਹੈ। ਬੀਪੀ ਉੱਪਰ ਥੱਲੇ ਹੁੰਦਾ ਹੀ ਰਹਿੰਦਾ ਹੈ। ਹੁਣ ਜਦੋਂ ਹੀ ਤੁਹਾਡਾ ਸਰੀਰ ਮਤਲਬ ਇੱਕ ਹੋਰ ਚੀਜ਼ ਕਰਕੇ ਦੇਖ ਲੈਂਦੇ ਆ ਆਪਾਂ ਜੀ ਮੰਨ ਲਓ ਤੁਸੀਂ ਬੈਠੇ ਹੋ ਆਰਾਮ ਨਾਲ ਤੁਹਾਡਾ ਬੀਪੀ ਨੋਟ ਕੀਤਾ ਜਾਂਦਾ ਉਸ ਤੋਂ ਬਾਅਦ ਤੁਹਾਡੀ ਉਂਗਲੀ ਤੇ ਇੱਕ ਚੀਰਾ ਲਾ ਦਿੱਤਾ ਜਾਂਦਾ ਹੈ ਬਲੇਡ ਦਾ ਇੱਕ ਕੱਟ ਲਾ ਦਿਓ ਜੀ ਉਹ ਤੋਂ ਬਾਅਦ ਤੁਸੀਂ ਚੈੱਕ ਕਰੋਗੇ ਤਾਂ ਤੁਹਾਨੂੰ ਸ਼ੂਗਰ ਲੈਵਲ ਵੀ ਵਧਿਆ ਹੋਇਆ ਮਿਲੇਗਾ ਬੀਪੀ ਵੀ ਵਧਿਆ ਭਾਵੇਂ ਥੋੜਾ ਜਿਹਾ ਵਧਿਆ ਠੀਕ ਹੈ ਉਹਦੀ ਵਜ੍ਹਾ ਕੀ ਹੈ ਜਿੱਦਾਂ ਹੀ ਕੱਟ ਲੱਗਿਆ ਬ੍ਰੇਨ ਨੂੰ ਪਤਾ ਲੱਗਾ ਵੀ ਇਸ ਜਗ੍ਹਾ ਦੇ ਸੈੱਲ ਨੇ ਇੱਥੇ ਡੈਮੇਜ ਹੋਇਆ ਇਹਨਾਂ ਨੇ ਖੁਦ ਨੂੰ ਰਿਪੇਅਰ ਕਰਨਾ ਹੈ ਇਹਨਾਂ ਨੇ ਆਪਣੇ ਆਪ ਨੂੰ ਕਿਉਰ ਕਰਨਾ ਹੈ ਉਹ ਤੁਰੰਤ ਮੈਸੇਜ ਦੇ ਦਿੰਦਾ ਲਿਵਰ ਨੂੰ ਵੀ ਕਿ ਤੂੰ ਸ਼ੂਗਰ ਲੀਡ ਕਰ ਦੇ ਔਰ ਹਾਰਟ ਨੂੰ ਵੀ ਕਿ ਤੂੰ ਬੀਪੀ ਵਧਾ ਦੇ ਠੀਕ ਹੈ ਜਦੋਂ ਹੀ ਸਾਡੇ ਸੈੱਲਾਂ ਨੇ ਖੁਦ ਨੂੰ ਕਿਉਰ ਕਰਨਾ ਹੈ ਜਦੋਂ ਹੀ ਸੈੱਲਾਂ ਨੇ ਖੁਦ ਨੂੰ ਰਿਪੇਅਰ ਕਰਨਾ ਹੈ ਜਦੋਂ ਹੀ ਸਾਡੀ ਬਾਡੀ ਨੇ ਇਮਿਊਨਿਟੀ ਨੇ ਕਿਸੇ ਬੈਕਟੀਰੀਆ ਨਾਲ ਵਾਇਰਸ ਨਾਲ ਲੜਨਾ ਹੈ ਇਹਦਾ ਮਤਲਬ ਉਹਨੂੰ ਵੱਧ ਕੰਮ ਕਰਨਾ ਪੈਣਾ ਹੈ ਵੱਧ ਕੰਮ ਕਰਨਾ ਪੈਣਾ ਮਤਲਬ ਬਲੱਡ ਪ੍ਰੈਸ਼ਰ ਵਧੇਗਾ ਜੀ ਕਿਸੇ ਨੂੰ ਨਜ਼ਲਾ ਜ਼ੁਕਾਮ ਹੈ ਬੀਪੀ ਵਧਿਆ ਹੋ ਸਕਦਾ ਹੈ ਕਿਸੇ ਨੂੰ ਬੁਖਾਰ ਹੈ ਬੀਪੀ ਵੱਧ ਸਕਦਾ ਹੈ ਕਿਸੇ ਨੂੰ ਇਹੋ ਜੀ ਮੰਨ ਲਓ ਅਸੀਂ ਕਹਿੰਦੇ ਨਾ ਮੈਨੂੰ ਜ਼ੁਕਾਮ ਹੈ ਨਾ ਬੁਖਾਰ ਹੈ ਇਹੋ ਜਿਹੇ ਵਾਇਰਸ ਵੀ ਹੁੰਦੇ ਨੇ ਜਿਹਨੂੰ ਬਾਡੀ ਜਾਂਦੇ ਹੀ ਵਾਇਰਸ ਗਿਆ ਤੁਹਾਡੀ ਇਮਿਊਨਿਟੀ ਉਹਨਾਂ ਲੜੀ ਉਹਨੂੰ ਮਾਰ ਦਿੱਤਾ ਤੁਹਾਨੂੰ ਸਿੰਪਟਮ ਕੋਈ ਨਹੀਂ ਆਇਆ ਠੀਕ ਹੈ ਲੇਕਿਨ ਬੀਪੀ ਤਾਂ ਵਧੂਗਾ ਨਾ ਜਦ ਤੱਕ ਬਲੱਡ ਪ੍ਰੈਸ਼ਰ ਵੱਧਦਾ ਨਹੀਂ ਤੁਹਾਡੀ ਬਾਡੀ ਦੁਸ਼ਮਣ ਨਾਲ ਲੜ ਨਹੀਂ ਸਕਦੀ ਜੀ ਜਦ ਤੱਕ ਬੀਪੀ ਵੱਧਦਾ ਨਹੀਂ ਤੁਹਾਡੇ ਸੈੱਲ ਖੁਦ ਨੂੰ ਕਿਉਰ ਨਹੀਂ ਕਰਦੇ ਜੀ ਜਦੋਂ ਸਾਡੀ ਬਾਡੀ ਸੈਲਫ ਕਿਉਰ ਕਰਦੀ ਹੈ ਜਦੋਂ ਸਾਡੇ ਸੈੱਲ ਆਪਣੇ ਆਪ ਨੂੰ ਕਿਉਰ ਕਰਦੇ ਨੇ ਜਦੋਂ ਸਾਡੇ ਸੈੱਲ ਕਿਸੇ ਬਿਮਾਰੀ ਨਾਲ ਲੜਦੇ ਨੇ ਸਾਡਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਲੈਵਲ ਦੋਨੋਂ ਹੀ ਵੱਧਦੇ ਨੇ ਦੋਨੋਂ ਵੱਧਦੇ ਔਰ ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚੋਂ ਇੱਕ ਜਵਾਬ ਆਇਆ ਜੀ ਮੇਰੇ ਕੋਲੇ ਪਿਛਲੀ ਵਾਰ ਬਲਰਾਜ ਸਿੰਘ ਗਿੱਲ ਹੋਰਾਂ ਨੇ ਆਪਾਂ ਨੂੰ ਇੱਕ ਸਵਾਲ ਇਹ ਦਿੱਤਾ ਸੀ ਕਿ ਬੀਪੀ ਕਿਉਂ ਵੱਧਦਾ ਹੈ ਕਿਵੇਂ ਹੈ ਕੀ ਹੈ ਬੀਪੀ ਹੈ ਕੀ ਚੀਜ਼ ਇਸ ਬਾਰੇ ਜ਼ਰੂਰ ਗੱਲਬਾਤ ਕਰੋ ਸੋ ਇਹਨਾਂ ਦੇ ਮੈਸੇਜ ਤੇ ਹੀ ਆਪਾਂ ਅੱਜ ਦਾ ਸੈਗਮੈਂਟ ਰੱਖਿਆ ਹੋਇਆ ਤਾਂ ਇਹਨਾਂ ਦਾ ਜਵਾਬ ਵੀ ਸੀ ਕਿ ਮੇਰਾ ਹੁਣ ਬੀਪੀ ਹੈ ਜਿਹੜਾ ਉਹ ਸਹੀ ਹੋ ਗਿਆ ਸੋ ਹੁਣ ਇਹ ਕਹਿੰਦੇ ਮੈਂ ਸਹਿਮਤ ਹਾਂ ਡਾਕਟਰ ਸਾਹਿਬ ਦੇ ਨਾਲ ਕਿ ਮੇਰਾ ਜਿਹੜਾ ਬੀਪੀ ਲੈਵਲ ਦੀ ਪ੍ਰੋਬਲਮ ਸੀ ਨਾ ਤਾਂ ਉਹ ਲੀਵਰ ਕਰਕੇ ਸੀ ਇਹਨਾਂ ਦੀ ਲੀਵਰ ਦੀ ਪ੍ਰੋਬਲਮ ਸੀਗੀ ਜਿਹਦੇ ਕਰਕੇ ਇਹਨਾਂ ਦਾ ਬੀਪੀ ਵੀ ਵੱਧਦਾ ਸੀ ਤਾਂ ਉਹ ਪ੍ਰੋਬਲਮ ਸੌਰਟ ਆਊਟ ਹੋਈ ਲੀਵਰ ਵਾਲੀ ਤਾਂ ਆਟੋਮੈਟਿਕਲੀ ਕਿ ਬੀਪੀ ਵੀ ਆਪਣੇ ਆਪ ਲੈਵਲ ਸੈੱਟ ਹੋ ਗਿਆ ਸਹਿਮਤ ਹਾਂ ਜੀ ਬਿਲਕੁਲ ਅਗਰ ਤੁਹਾਡੀ ਕਿਡਨੀ ਦੀ ਪ੍ਰੋਬਲਮ ਹੈ ਤਾਂ ਵੀ ਬੀਪੀ ਵਧੇਗਾ ਠੀਕ ਹੈ ਕਿਸੇ ਵੀ ਆਰਗਨ ਦੇ ਸੈੱਲ ਜਦੋਂ ਆਪਣੇ ਆਪ ਨੂੰ ਕਿਉਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਮਿਲੇਗਾ ਜੀ ਇਸ ਕਰਕੇ ਇਸ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਬਿਮਾਰੀ ਨਾ ਸਮਝੋ ਤੇ ਇਹਨੂੰ ਕਿਸੇ ਦਵਾਈ ਨਾਲ ਕੰਟਰੋਲ ਕਰਨ ਦੀ ਹਰਗਿਜ਼ ਕੋਸ਼ਿਸ਼ ਮਤ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਦਵਾਈ ਨਾਲ ਬੀਪੀ ਨੂੰ ਕੰਟਰੋਲ ਕਰਨ ਨਾਲ ਹੁੰਦਾ ਕੀ ਜੀ ਤੁਸੀਂ ਡਾਕਟਰ ਕੋਲ ਗਏ ਡਾਕਟਰ ਨੇ ਬੀਪੀ ਚੈੱਕ ਕੀਤਾ ਬੀਪੀ ਤੁਹਾਡਾ ਵਧਿਆ ਹੋਇਆ ਆਇਆ ਤੇ ਡਾਕਟਰ ਕਹਿੰਦਾ ਗੋਲੀ ਖਾਓ ਠੀਕ ਹੈ ਮੈਂ ਅੱਗੇ ਵੀ ਇੱਕ ਵਾਰ ਆਪਣੀ ਗੱਲ ਹੋਈ ਸੀ ਮੈਂ ਕਹਿੰਦਾ ਵੀ ਡਾਕਟਰ ਨੂੰ ਇੱਕ ਛੋਟਾ ਜਿਹਾ ਸਵਾਲ ਪੁੱਛੋ ਬਈ ਨਾਰਮਲ ਬੀਪੀ ਕਿੰਨਾ ਹੁੰਦਾ ਜੀ ਉਹ ਕਹੇਗਾ 120-80 ਹੁੰਦਾ ਹੈ ਠੀਕ ਹੈ ਹੈਨਾ ਬਈ ਆਪਾਂ ਦੂਜਾ ਸਵਾਲ ਪੁੱਛਦੇ ਵੀ ਜੇ 120 ਤੋਂ ਵੱਧ ਜੇ ਫਿਰ ਕੀ ਹੋਊਗਾ ਲਾਜ਼ਮੀ ਡਾਕਟਰ ਕਹਿੰਦਾ ਕਿ ਮਾੜਾ ਹੁੰਦਾ ਜੀ ਤੁਹਾਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਜੀ ਅਗਲਾ ਸਵਾਲ ਇਹ ਹੈ ਵੀ ਮੈਂ ਘਰੋਂ ਬਾਹਰ ਨਿਕਲਦਾ ਅਗਰ ਮੇਰੇ ਮਗਰ ਕੋਈ ਕੁੱਤਾ ਮੈਨੂੰ ਵੱਢਣ ਨੂੰ ਆਉਂਦਾ ਤਾਂ ਮੈਂ ਦੌੜਾਂ ਕਿ ਨਾ ਦੌੜਾਂ ਜੀ ਕਿਉਂਕਿ ਜੇ ਮੈਂ ਦੌੜੂੰਗਾ ਤਾਂ ਕੁਦਰਤੀ ਮੇਰਾ ਬੀਪੀ 120 ਤੋਂ ਵਧੇਗਾ ਬਿਲਕੁਲ ਜੇ ਤੁਸੀਂ ਕਹਿੰਦੇ ਹੋ ਬੀਪੀ 120 ਤੋਂ ਵਧਣ ਨਾਲ ਕੋਈ ਪ੍ਰੋਬਲਮ ਹੋਏਗੀ ਬਾਡੀ ਡੈਮੇਜ ਹੋਏਗਾ ਜਾਂ ਬਿਮਾਰੀ ਹੋ ਜਾਏਗੀ ਤਾਂ ਫਿਰ ਮੈਨੂੰ ਦੱਸੋ ਮੈਂ ਖੜਾ ਕੁੱਤੇ ਨੂੰ ਵੱਢਣ ਦਿਆਂ ਜਾਂ ਮੈਂ ਵੱਢਣ ਲਈ ਦੌੜਾਂ ਸਹੀ ਹੈ ਫਿਰ ਤਾਂ ਜੀ ਤੇ ਅਸਲ ਦੇ ਵਿੱਚ ਦਵਾ ਕੀ ਕਰਦੀ ਹੈ ਦਵਾ ਹਾਰਟ ਨੂੰ ਇਨਫਲੂਐਂਸ ਕਰਦੀ ਹੈ ਕਿ ਤੂੰ ਹੌਲੀ ਹੌਲੀ ਪੰਪ ਕਰ ਤਾਂ ਹੀ ਬੀਪੀ ਕੰਟਰੋਲ ਹੁੰਦਾ ਹੈ ਅਲਟੀਮੇਟਲੀ ਉਹ ਦਵਾ ਦਿਲ ਨੂੰ ਕਮਜ਼ੋਰ ਕਰਦੀ ਹੈ ਉਹਦੀ ਸਟਰੈਂਥ ਨੂੰ ਘਟਾ ਦਿੰਦੀ ਹੈ ਕਿ ਉਹ ਪੰਪ ਹੌਲੀ ਕਰੇ ਤਾਂ ਕਿ ਪ੍ਰੈਸ਼ਰ ਘੱਟ ਰੀਡਿੰਗ ਘੱਟ ਜੀ ਹੁਣ ਤੁਸੀਂ ਇਹ ਦੇਖ ਲਓ
ਬਈ ਤੁਸੀਂ ਬਲੱਡ ਪ੍ਰੈਸ਼ਰ ਦਵਾ ਖਾਧੀ ਹੋਈ ਹੈ ਤੇ ਮੇਰਾ ਬੀਪੀ 120 ਤੋਂ ਉੱਪਰ ਨਾ ਜਾਵੇ। ਠੀਕ ਹੈ, ਹਾਂਜੀ। ਤੇ ਬਾਡੀ ਦੀ ਜ਼ਰੂਰਤ ਹੈ ਕਿ ਉਹਨੇ ਆਪਣੇ ਆਪ ਨੂੰ ਕਿਉਰ ਕਰਨਾ, ਸੈੱਲਾਂ ਨੇ ਆਪਣੇ ਆਪ ਨੂੰ ਕਿਉਰ ਕਰਨਾ, ਬੀਪੀ ਵਧਾਉਣਾ ਚਾਹੁੰਦੀ ਹੈ ਬਾਡੀ, ਲੇਕਿਨ ਤੁਸੀਂ ਉਹਨੂੰ ਬੰਨਿਆ ਹੋਇਆ ਗੋਲੀ ਖਾ ਕੇ। ਹਾਂ, ਵੀ ਅਸੀਂ ਵਧਣ ਨਹੀਂ ਦੇਣਾ। ਤਾਂ ਇਸ ਸਥਿਤੀ ਦੇ ਵਿੱਚ ਜਦੋਂ ਤੁਸੀਂ ਬਲੱਡ ਪ੍ਰੈਸ਼ਰ ਨੂੰ ਗੋਲੀ ਖਾ ਕੇ ਕੰਟਰੋਲ ਕਰਦੇ ਆ, ਤੁਸੀਂ ਮੰਨ ਲਓ ਕਿ ਤੁਹਾਡੇ ਸਰੀਰ ਦੇ ਅੰਦਰ ਜਿਹੜਾ ਕੁਦਰਤੀ ਕਿਉਰ ਕਰਨ ਦਾ ਸਿਸਟਮ ਹੈ, ਆਪਣੇ ਆਪ ਬਾਡੀ ਜਿਹੜਾ ਇਲਾਜ ਕਰਦੀ ਹੈ ਚੀਜ਼ਾਂ ਦਾ, ਉਹ ਬੰਦ ਹੋ ਜਾਂਦਾ, ਖਤਮ ਹੋ ਜਾਂਦਾ। ਸਹੀ। ਉਸ ਤੋਂ ਬਾਅਦ ਤੁਹਾਡੀ ਬਾਡੀ ਸੈਲਫ ਕਿਉਰ ਨਹੀਂ ਕਰ ਸਕਦੀ। ਹਾਂਜੀ। ਕਿਉਂਕਿ ਬੀਪੀ ਅਸੀਂ ਪਤਾ ਨਹੀਂ, ਉਹਦੀ ਬੜੀ ਸੋਹਣੀ ਐਗਜ਼ਾਮਪਲ ਆਪਾਂ ਦਿੰਦੇ ਆ ਕਿ ਤੁਹਾਡੀ ਬਾਈਕ ਹੈ, ਸਕੂਟਰੀ ਹੈ ਤੁਹਾਡੀ, ਤੁਸੀਂ ਚਲਾਉਂਦੇ ਹੋ, ਤੁਹਾਨੂੰ ਇਹ ਕਿਹਾ ਜਾਵੇ ਤੁਹਾਡੀ ਸਕੂਟਰੀ ਦਾ ਐਕਸੀਲੇਟਰ ਇੱਕ ਜਗ੍ਹਾ ਤੇ ਫਿਕਸ ਕਰਦੀ ਹੈ ਆਪਾਂ। ਹਾਂਜੀ। ਹੈਨਾ, ਮੰਨ ਲਓ ਤੁਸੀਂ, ਤੁਹਾਡੀ ਚੁਆਇਸ ਹੈ ਕਿੰਨੀ ਸਪੀਡ ਤੇ ਫਿਕਸ ਕਰਾਉਣਾ ਚਾਹੁੰਦੇ ਹੋ। ਕੋਈ ਕਹਿੰਦਾ ਜੀ 40 ਦੀ ਸਪੀਡ ਠੀਕ ਹੈ ਜੀ, ਇਹਦੇ ਤੇ ਫਿਕਸ ਕਰ ਦਿਓ। ਤਾਂ ਹੁਣ 40 ਦੀ ਸਪੀਡ ਤੇ ਅਗਰ ਐਕਸੀਲੇਟਰ ਨੂੰ ਫਿਕਸ ਕਰ ਦਿੱਤਾ ਜਾਂਦਾ, ਤੁਸੀਂ ਦੱਸੋ ਚਲਾ ਪਾਓਗੇ ਸਕੂਟਰੀ ਨੂੰ? ਜੀ ਬਿਲਕੁਲ ਨਹੀਂ ਚੱਲਣੀ। ਮਤਲਬ ਜਦੋਂ ਤੁਸੀਂ ਉਹਨੂੰ ਤੋੜਨਾ ਹੁੰਦਾ ਤਾਂ ਸਪੀਡ 5 ਦੀ, 2 ਦੀ, 5 ਦੀ, 7 ਦੀ, 10 ਦੀ, ਏਦਾਂ ਕਰਕੇ ਸਪੀਡ ਵੱਧਦੀ ਹੈ। 40 ਦੀ ਸਪੀਡ ਤੇ ਤਾਂ ਜਦੋਂ ਹੀ ਤੁਸੀਂ ਐਕਸੀਲੇਟਰ ਅਗਰ ਵੱਜਿਆ, ਜਦੋਂ ਹੀ ਤੁਸੀਂ ਕਲੱਚ ਛੱਡੋਗੇ, ਗੱਡੀ ਛਾਲ ਮਾਰੇਗੀ ਜਾਂ ਬੰਦ ਹੋ ਜਾਏਗੀ। ਬਿਲਕੁਲ ਇੱਕਦਮ ਸਿੱਧੀ ਸਪੀਡ ਤੇ ਜਾਏਗੀ, ਹੈ ਨਾ। ਅੱਛਾ, ਹੁਣ ਤੁਸੀਂ ਰੋਡ ਤੇ ਚਲੇ ਗਏ, ਤੁਹਾਡੇ ਮੂਹਰੇ ਕੁੱਤਾ ਆ ਗਿਆ, ਤੁਸੀਂ ਐਕਸੀਲੇਟਰ ਨੂੰ ਘਟਾਉਣਾ ਚਾਹੁੰਦੇ ਹੋ, ਉਹ ਤਾਂ ਫਿਕਸ ਹੈ। ਉਹਦੇ ਵਿੱਚ ਐਕਸੀਡੈਂਟ ਹੋਣਾ ਲਾਜ਼ਮੀ ਹੈ। ਮਤਲਬ ਅਗਰ ਕਿਸੇ ਗੱਡੀ ਦਾ ਐਕਸੀਲੇਟਰ ਇੱਕ ਜਗ੍ਹਾ ਤੇ ਫਿਕਸ ਕੀਤਾ ਹੋਇਆ ਤਾਂ ਉਸ ਗੱਡੀ ਨਾਲ ਇੱਕੋ ਹੀ ਚੀਜ਼ ਹੋ ਸਕਦੀ ਹੈ, 100% ਐਕਸੀਡੈਂਟ। ਸਹੀ ਹੈ, ਕੋਈ ਡਾਊਟ ਨਹੀਂ ਹੈ ਜੀ। ਇਵੇਂ ਅਗਰ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਇੱਕ ਜਗ੍ਹਾ ਫਿਕਸ ਕਰ ਦਿਓਗੇ ਜੀ, ਤਾਂ ਤੁਹਾਡੀ ਬਾਡੀ ਦੇ ਅੰਦਰ ਬਹੁਤ ਸਾਰੇ ਐਕਸੀਡੈਂਟ। ਬਲੱਡ ਪ੍ਰੈਸ਼ਰ ਨੂੰ ਬੰਨ ਕੇ ਰੱਖਣਾ ਉਸੇ ਤਰ੍ਹਾਂ ਜਿਵੇਂ ਤੁਸੀਂ ਗੱਡੀ ਦੇ ਐਕਸੀਲੇਟਰ ਨੂੰ ਇੱਕ ਜਗ੍ਹਾ ਬੰਦ ਕਰਨਾ। ਜੀ ਬਿਲਕੁਲ। ਕਿਉਂਕਿ ਕਦੀ ਸਾਨੂੰ ਸਪੀਡ 10 ਦੀ ਹੁੰਦੀ ਹੈ, ਕਦੀ ਸਾਡੀ 40 ਦੀ ਹੁੰਦੀ ਹੈ। ਓਵਰਟੇਕ ਕਰਨ ਵੇਲੇ ਸਾਨੂੰ 100 ਦੀ ਸਪੀਡ ਵੀ ਕਰਨੀ ਪੈਂਦੀ ਹੈ। ਤੁਸੀਂ ਕਿਸੇ ਗੱਡੀ ਨੂੰ ਓਵਰਟੇਕ ਕਰ ਰਹੇ ਹੋ ਲੇਕਿਨ ਸਪੀਡ ਨਹੀਂ ਵਧਾ ਪਾ ਰਹੇ ਹੋ, ਲਾਜ਼ਮੀ ਮੋੜੋ ਆਉਣ ਵਾਲੀ ਗੱਡੀ ਤੁਹਾਨੂੰ ਠੋਕ ਦੇਗੀ। ਇਸ ਕਰਕੇ ਬਲੱਡ ਪ੍ਰੈਸ਼ਰ ਨੂੰ ਇੱਕ ਜਗ੍ਹਾ ਤੇ ਬੰਨ ਕੇ ਰੱਖਣਾ ਮਤਲਬ ਆਪਣੇ ਪੈਰਾਂ ਤੇ ਖੁਦ ਕੁਹਾੜਾ ਮਾਰਨਾ, ਆਪਣੇ ਆਪ ਨੂੰ ਮਾਰਨ ਵਾਲੀ ਗੱਲ ਹੈ। ਦਵਾ ਖਾ ਕੇ ਅਗਰ ਬੀਪੀ ਨੂੰ ਅਸੀਂ ਕੰਟਰੋਲ ਕਰਦੇ ਹਾਂ। ਹੁਣ ਅੱਗੇ ਆ ਜਾਓ ਬਈ ਕਦੋਂ ਇਹ ਬਿਮਾਰੀ ਹੁੰਦਾ, ਕਦੋਂ ਇਹ ਦਿਲ ਦੀ ਬਿਮਾਰੀ ਨਾਲ ਬੀਪੀ ਵੱਧਦਾ, ਤਾਂ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ। ਪਹਿਲੀ ਗੱਲ ਤਾਂ ਛੋਟੀ ਜਿਹੀ ਗੱਲ ਹੈ, ਜਦੋਂ ਹਾਰਟ ਪੰਪ ਕਰਦਾ, ਜਿਹਨਾਂ ਨਾੜੀਆਂ ਰਾਹੀਂ ਖੂਨ ਜਾਂਦਾ ਉਹਨਾਂ ਨੂੰ ਕਹਿੰਦੇ ਨੇ ਆਰਟਰੀ ਜੀ। ਜਿਹਨਾਂ ਨਾੜੀਆਂ ਰਾਹੀਂ ਦਿਲ 'ਚ ਵਾਪਸ ਆਉਂਦਾ ਖੂਨ ਉਹਨਾਂ ਨੂੰ ਕਹਿੰਦੇ ਨੇ ਵੇਨ ਜੀ। ਵੇਨ, ਠੀਕ ਹੈ। ਆਰਟਰੀਜ਼ ਤੇ ਵੇਨਸ, ਆਰਟਰੀਜ਼ ਦੇ ਵਿੱਚ ਵੇਨ ਨਾਲੋਂ ਪ੍ਰੈਸ਼ਰ ਕਈ ਗੁਣਾ ਜ਼ਿਆਦਾ ਹੁੰਦਾ, ਕਿਉਂਕਿ ਜਦੋਂ ਦਿਲ ਧੱਕਦਾ ਖੂਨ ਨੂੰ ਉਦੋਂ ਪ੍ਰੈਸ਼ਰ ਜ਼ਿਆਦਾ ਹੁੰਦਾ, ਜਦੋਂ ਦਿਲ ਤੱਕ ਵਾਪਸ ਆਉਂਦਾ ਉਦੋਂ ਪ੍ਰੈਸ਼ਰ ਘੱਟ ਹੁੰਦਾ ਜੀ ਜੀ। ਇਸ ਕਰਕੇ ਜਿਹੜੀ ਆਰਟਰੀਜ਼ ਹੈ ਉਹ ਉਹਨਾਂ ਲਗਾਤਾਰ ਜ਼ਿਆਦਾ ਪ੍ਰੈਸ਼ਰ ਰਹਿਣ ਕਰਕੇ ਉਹਨਾਂ ਦੀ ਜਿਹੜੀ ਲੇਅਰ ਹੈ, ਇਨਰ ਲੇਅਰ, ਕਈ ਵਾਰ ਕਮਜ਼ੋਰ ਹੋ ਜਾਂਦੀ। ਠੀਕ ਹੈ। ਤੇ ਜਦੋਂ ਉਹ ਇਨਰ ਲੇਅਰ ਕਿਤੇ ਜ਼ਖਮੀ ਹੁੰਦੀ ਹੈ, ਉੱਥੇ ਕਿਤੇ ਸਵੈਲਿੰਗ ਆ ਜਾਂਦੀ ਹੈ, ਜਦੋਂ ਸਾਡੇ ਬਲੱਡ 'ਚ ਖਾਣੇ ਦੇ ਨਾਲ ਨਾਲ ਨੈਚੁਰਲ ਇੰਗਰੀਡੀਐਂਟ ਦੇ ਨਾਲ ਨਾਲ ਕੈਮੀਕਲ ਵੀ ਫਲੋ ਕਰਦੇ ਨੇ। ਹੁਣ ਤੁਸੀਂ ਬਾਜ਼ਾਰੋਂ ਇੱਕ ਪਾਈਪ ਲੈਣ ਜਾਂਦੇ ਹੋ ਜੀ, ਦੁਕਾਨਦਾਰ ਪੁੱਛਣਾ ਕਾਹਦੇ ਲਈ ਚਾਹੀਦਾ, ਤੁਸੀਂ ਕਹਿੰਦੇ ਪਾਣੀ ਲਾਉਣਾ ਮੈਂ ਬੂਟਿਆਂ ਨੂੰ, ਉਹ ਤੁਹਾਨੂੰ ਇੱਕ ਪਾਈਪ ਦੇ ਦਿੰਦਾ। ਠੀਕ ਹੈ। ਉਹ ਪਾਈਪ ਦਿੰਦਾ ਜਿਹੜਾ ਪਾਣੀ ਲਈ ਡਿਜ਼ਾਈਨ ਕੀਤਾ ਗਿਆ। ਤੁਸੀਂ ਘਰ ਆ ਕੇ ਉਸ ਪਾਈਪ ਦੇ ਵਿੱਚੋਂ ਪੰਜਾਬ ਲਗਾਉਣ ਲੱਗ ਪੈਂਦੇ ਹੋ, ਉਸ ਪਾਈਪ ਦੀ ਲਾਈਫ ਉਨੀ ਨਹੀਂ ਰਹੇਗੀ ਜੀ। ਜਾਂ ਉਹਦੇ ਵਿੱਚ ਤੇਲ, ਪੈਟਰੋਲ, ਕੁਛ ਵੀ ਪਾਣੀ ਦੇ ਲੰਘਣ ਲਈ ਜਿਹੜਾ ਪਾਈਪ ਡਿਜ਼ਾਈਨ ਕੀਤਾ ਗਿਆ, ਉਹਦੇ ਪਾਣੀ ਤੋਂ ਇਲਾਵਾ ਅਗਰ ਕੋਈ ਹੋਰ ਚੀਜ਼ ਲਗਾਓਗੇ ਤਾਂ ਉਹ ਡੈਮੇਜ ਹੋਏਗਾ ਜੀ, ਉਹਦੀ ਲਾਈਫ ਉਨੀ ਨਹੀਂ ਰਹੇਗੀ। ਇਵੇਂ ਸਾਡੇ ਖੂਨ ਦੀਆਂ ਨਾੜੀਆਂ ਨੇ ਜਿਹੜੀਆਂ, ਉਹ ਨੈਚੁਰਲ ਇੰਗਰੀਡੀਐਂਟ ਦੇ ਫਲੋ ਕਰਨ ਲਈ, ਬਲੱਡ ਦੇ ਫਲੋ ਕਰਨ ਲਈ ਡਿਜ਼ਾਈਨ ਹੋਈਆਂ ਜੀ।
ਜਦੋਂ ਉਹਨਾਂ 'ਚ ਕੈਮੀਕਲ ਫਲੋ ਕਰਦੇ ਨੇ, ਕਿੱਥੋਂ ਆਉਂਦੇ ਨੇ ਕੈਮੀਕਲ? ਰਿਫਾਈਨਡ ਫੂਡ ਹੈ ਉਹਦੇ 'ਚ ਕੈਮੀਕਲ ਹੁੰਦੇ ਨੇ, ਤਾਕਤ ਫੂਡ ਹੈ ਉਹਦੇ 'ਚ ਕੈਮੀਕਲ ਹੁੰਦੇ ਨੇ, ਦਵਾਈਆਂ ਅਸੀਂ ਸਾਰੀਆਂ ਖਾਂਦੇ ਜਿਹੜੀਆਂ 100% ਕੈਮੀਕਲ ਹੁੰਦਾ ਜੀ। ਜਦੋਂ ਕੈਮੀਕਲ ਫਲੋ ਕਰਦੇ ਨੇ ਤਾਂ ਸਾਡੀਆਂ ਆਰਟਰੀ ਦੇ ਅੰਦਰ ਸਵੈਲਿੰਗ ਹੋ ਜਾਂਦੀ ਹੈ ਤੇ ਛੋਟੇ ਛੋਟੇ ਜ਼ਖਮ ਹੋ ਜਾਂਦੇ ਜੀ। ਜਦੋਂ ਇਹੋ ਜਿਹੀ ਸਥਿਤੀ ਆਉਂਦੀ ਹੈ ਤਾਂ ਸਾਡੀ ਇਮਿਊਨਿਟੀ ਜਿਹੜੀ ਹੈ ਉਹ ਕੰਮ ਕਰਦੀ ਹੈ, ਵਾਈਟ ਬਲੱਡ ਸੈੱਲ ਤੇ ਕੋਲੇਸਟ੍ਰੋਲ ਜਾ ਕੇ ਉਸ ਜਗ੍ਹਾ ਦੇ ਉੱਤੇ ਨਾ ਇੱਕ ਲੇਅਰ ਬਣਾ ਲੈਂਦਾ, ਉਹਨੂੰ ਢੱਕ ਲੈਂਦਾ ਜੀ, ਤਾਂ ਕਿ ਉੱਥੇ ਹੋਰ ਡੈਮੇਜ ਨਾ ਹੋਵੇ, ਉਹ ਜਗ੍ਹਾ ਕਿਉਰ ਹੋ ਜਾਏ। ਜੀ। ਜਦੋਂ ਉਹ ਜਗ੍ਹਾ ਕਿਉਰ ਹੋ ਜਾਂਦੀ ਹੈ, ਠੀਕ ਹੋ ਜਾਂਦੀ ਹੈ, ਉਹ ਆਪਣੇ ਆਪ ਪਿੱਛੇ ਹਟ ਜਾਂਦਾ ਜੀ। ਲੇਕਿਨ ਡੈਮੇਜ ਅਗਰ ਲਗਾਤਾਰ ਹੋਈ ਜਾ ਰਿਹਾ ਤਾਂ ਕੋਲੇਸਟ੍ਰੋਲ ਲਗਾਤਾਰ ਜਾ ਕੇ ਉੱਥੇ ਜਮਾ ਹੋ ਰਿਹਾ ਜੀ। ਲਗਾਤਾਰ ਉੱਥੇ ਜਾ ਕੇ ਜਮਾ ਹੋ ਰਿਹਾ ਤਾਂ ਉਹਦੇ ਨਾਲ ਬਣਦੀ ਹੈ ਬਲੌਕੇਜ। ਜੀ। ਬਲੌਕੇਜ ਹਮੇਸ਼ਾ ਆਰਟਰੀਜ਼ ਦੇ ਵਿੱਚ ਹੀ ਹੁੰਦੀ ਹੈ ਜੀ, ਵੇਨਸ ਬਲੌਕੇਜ ਨਹੀਂ ਹੁੰਦੀ। ਠੀਕ ਹੈ। ਆਰਟਰੀਜ਼ ਦੇ ਵਿੱਚ ਜਦੋਂ ਬਲੌਕੇਜ ਹੁੰਦੀ ਹੈ ਤਾਂ ਆਪਾਂ ਦੇਖਦੇ ਹਾਂ, ਜਦੋਂ ਆਪਾਂ ਟੂਟੀ ਨਾਲ ਪਾਈਪ ਲਾ ਕੇ ਗੱਡੀ ਧੋਨੇ ਆ ਤਾਂ ਪ੍ਰੈਸ਼ਰ ਘੱਟ ਹੁੰਦਾ, ਜਦੋਂ ਆਪਾਂ ਮੂਹਰੇ ਪਾਈਪ ਨੂੰ ਦੱਬ ਲੈਂਦੇ ਆ ਤਾਂ ਪ੍ਰੈਸ਼ਰ ਵੱਧ ਜਾਂਦਾ ਇੱਕਦਮ। ਹਾਂਜੀ। ਜਦੋਂ ਤੁਸੀਂ ਪਾਈਪ ਦੇ ਰੇਡੀਅਸ ਨੂੰ ਜਿਹੜਾ ਡਾਇਆਮੀਟਰ ਜਿਹੜਾ ਉਹਦਾ ਕੰਮ ਘੱਟ ਕਰੋਗੇ ਨਾ, ਅੱਗੇ ਪ੍ਰੈਸ਼ਰ ਵੱਧੇਗਾ ਜੀ। ਖੂਨ ਦੀ ਨਾੜੀ ਦੇ ਵਿੱਚ ਜਦੋਂ ਬਲੌਕੇਜ ਹੋ ਜਾਂਦੀ ਹੈ ਤਾਂ ਉਹਦਾ ਰਸਤਾ ਟਾਈਟ ਹੋ ਜਾਂਦਾ ਹੈ। ਹੁਣ ਤੁਸੀਂ ਦੇਖੋਗੇ ਜਦੋਂ ਬਲੱਡ ਉਹਦੇ ਚ ਲੰਘੇਗਾ ਤਾਂ ਅੱਗੇ ਪ੍ਰੈਸ਼ਰ ਵੱਧੇਗਾ। ਠੀਕ ਹੈ। ਪ੍ਰੈਸ਼ਰ ਵੱਧੇਗਾ ਤਾਂ ਹੁਣ ਜੇ ਖੂਨ ਗਾੜਾ ਆ ਤਾਂ ਉਹ ਜ਼ਿਆਦਾ ਮੁਸ਼ਕਿਲ ਨਾਲ ਲੰਘੇਗਾ, ਪ੍ਰੈਸ਼ਰ ਜ਼ਿਆਦਾ ਵਧੇਗਾ। ਠੀਕ ਹੈ। ਅਗਰ ਖੂਨ ਪਤਲਾ ਆ ਤਾਂ ਥੋੜਾ ਸੌਖਾ ਲੰਘ ਜਾਏਗਾ। ਜੀ। ਖੂਨ ਗਾੜਾ ਜਾਂ ਪਤਲਾ ਇੱਥੇ ਜਾ ਕੇ ਮੈਟਰ ਕਰੇਗਾ ਬਲੱਡ ਪ੍ਰੈਸ਼ਰ ਨੂੰ। ਅਗਰ ਖੂਨ ਗਾੜਾ ਹੈ ਥੋੜਾ ਬੀਪੀ ਜ਼ਿਆਦਾ ਵੱਧ ਜਾਏਗਾ, ਅਗਰ ਖੂਨ ਪਤਲਾ ਥੋੜਾ ਸੌਖਾ ਲੰਘ ਜਾਏਗਾ, ਬੀਪੀ ਥੋੜਾ ਘੱਟ ਵਧੇਗਾ। ਠੀਕ ਹੈ ਜੀ। ਤਾਂ ਇਹਦਾ ਮਤਲਬ ਇਹ ਨਹੀਂ ਹੈ ਜਿਹੜੀ ਖੂਨ ਪਤਲਾ ਕਰਨ ਵਾਲੀ ਗੋਲੀ ਖਾਣੀ ਚਾਹੀਦੀ, ਉਹ ਆਦਤ ਥੋੜੀ ਹੈ ਮਸਲੇ ਦਾ। ਜੀ। ਮੈਂ ਇੱਥੇ ਹੀ ਆ ਰਹੀ ਸੀ, ਫਿਰ ਇਹਦਾ ਕੋਈ ਮਤਲਬ ਨਹੀਂ ਬਣਦਾ ਕਿ ਅਸੀਂ ਇੱਕ ਟੈਬਲੇਟ ਹੈ ਜਿਹੜੀ ਉਹ ਕੰਟੀਨਿਊ ਰੱਖੀਏ ਕਿ ਹਫਤੇ ਦੇ ਵਿੱਚ ਜੇ ਡੇਲੀ ਨਹੀਂ ਖਾਣੀ ਤਾਂ ਹਫਤੇ ਦੇ ਵਿੱਚ ਇੱਕ ਟੈਬਲੇਟ ਜ਼ਰੂਰ ਲੈਣੀ ਲਾਜ਼ਮੀ ਹੁੰਦੀ ਹੈ। ਨਹੀਂ ਜੀ ਨਹੀਂ, ਖੂਨ ਪਤਲਾ ਕਰਨ ਵਾਲੀ ਦਵਾਈ ਖਾਣ ਦਾ ਕੋਈ ਮਤਲਬ ਨਹੀਂ ਹੈ। ਜੀ। ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ, ਸਾਈਡ ਇਫੈਕਟ ਕੀ ਹੁੰਦੇ ਨੇ, ਉਹਦੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਕਿਉਂਕਿ ਖੂਨ ਪਤਲਾ ਕਰਨ ਵਾਲੀ ਦਵਾਈ ਜਿਹੜੀ ਹੈ ਉਹ ਖੂਨ ਦਾ ਜਿਹੜਾ ਨੈਚੁਰਲ ਗੁਣ ਹੁੰਦਾ ਕਲੌਟ ਕਰਨ ਦਾ, ਜੰਮਣ ਦਾ, ਉਹਨੂੰ ਡਿਸਟਰਬ ਕਰਦਾ। ਜੀ। ਖੂਨ ਜਿਹੜਾ ਸਾਡਾ ਖੂਨ ਹੈ ਉਹਦੇ ਚ ਇੱਕ ਨੈਚੁਰਲ ਗੁਣ ਹੁੰਦਾ ਹੈ, ਜਦੋਂ ਆਪਣੇ ਜ਼ਖਮ ਹੁੰਦਾ ਹੈ ਤਾਂ ਪਹਿਲਾਂ ਖੂਨ ਵਗਦਾ ਹੈ। ਹਾਂਜੀ। ਉਹ ਖੂਨ ਇਸ ਕਰਕੇ ਵਗਦਾ ਕਿ ਜ਼ਖਮ ਨੂੰ ਸਾਫ਼ ਕੀਤਾ ਜਾ ਸਕੇ। ਉਹ ਤੋਂ ਬਾਅਦ ਖੂਨ ਜੰਮ ਜਾਂਦਾ ਹੈ। ਜੀ। ਜੰਮਣ ਤੋਂ ਬਾਅਦ ਉਹ ਸੈੱਲ ਜਿਹੜੇ ਆਪਣੇ ਆਪ ਨੂੰ ਕਿਉਰ ਕਰਨਾ ਸ਼ੁਰੂ ਕਰਦੇ, ਹੌਲੀ ਹੌਲੀ ਜ਼ਖਮ ਠੀਕ ਹੋ ਜਾਂਦਾ, ਉੱਪਰ ਸਕਿਨ ਆ ਜਾਂਦਾ। ਜੀ। ਇੱਕ ਸਵਾਲ ਡਾਕਟਰ ਸਾਹਿਬ ਇਸੇ ਦੇ ਨਾਲ ਅਗਰ ਜੋੜ ਖਾਂਦਾ, ਮੇਲ ਖਾਂਦਾ ਤਾਂ ਠੀਕ ਹੈ ਜੀ, ਐਕਸਟਰਾ ਆਪਾਂ ਇਹਦੇ ਬਾਰੇ ਨੌਲੇਜ ਫਿਰ ਤੋਂ ਰੱਖਾਂਗੇ ਤਾਂ ਜ਼ਰੂਰ ਤੁਸੀਂ ਜਿਵੇਂ ਤੁਸੀਂ ਸਹੀ ਸਮਝੋ। ਤਾਂ ਹੁਣ ਬਲਰਾਜ ਜੀ ਦਾ ਇੱਕ ਨੈਕਸਟ ਇਹਦੇ ਵਿੱਚ ਜਿਹੜਾ ਮੈਸੇਜ ਆਇਆ ਕਿ ਅਧਰੰਗ ਜਿਹੜਾ ਹੁੰਦਾ ਨਾ, ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀਗੀ ਵੀ ਕੀ ਉਹ ਫਿਰ ਇਸ ਬੀਪੀ ਦੇ ਕਰਕੇ ਹੀ ਹੁੰਦਾ ਕਿ ਬੀਪੀ ਹਾਈ ਹੋ ਗਿਆ ਹਨਾ, ਉਹਦੇ ਕਰਕੇ ਕੋਈ ਅਟੈਕ ਹੋ ਗਿਆ? ਇਹ ਵੱਖਰੀ ਚੀਜ਼ ਹੈ। ਪ੍ਰੈਸ਼ਰ ਦਾ ਅਧਰੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ, ਮਤਲਬ ਇਹ ਵੱਖਰੀ ਹੈ। ਅਧਰੰਗ ਕੀ ਹੁੰਦਾ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ, ਜੇ ਸਮਾਂ ਬਚਦਾ ਤਾਂ ਇਹਦੇ ਤੇ ਆਪਾਂ ਕਰ ਲਾਂਗੇ। ਓਕੇ, ਜੇ ਤਾਂ ਸਮਾਂ ਬਚੇਗਾ ਤਾਂ ਜ਼ਰੂਰ, ਨਹੀਂ ਤਾਂ ਫਿਰ ਆਪਾਂ ਅਲੱਗ ਜਿਹੜਾ ਇੱਕ ਦਿਨ ਜ਼ਰੂਰ ਇਸ ਤੇ ਦੱਸੀ ਗੱਲ ਅਲੱਗ ਇਹਦੇ ਤੇ ਇੱਕ ਐਪੀਸੋਡ ਰੱਖ ਲਾਂਗੇ ਜੀ। ਹੁਣ ਗੱਲ ਕੀ ਹੈ ਜੀ, ਬਈ ਬਲੱਡ ਪ੍ਰੈਸ਼ਰ ਜਦੋਂ ਕਿਤੇ ਬਲੌਕੇਜ ਆ ਗਈ, ਕਿਤੇ ਰਸਤੇ 'ਚ ਰੁਕਾਵਟ ਆ ਗਈ ਤਾਂ ਬੀਪੀ ਵੱਧ ਜਾਣਾ। ਹਾਂਜੀ। ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਚੈੱਕ ਕਰਦੇ ਹੋ ਬੀਪੀ ਤੁਹਾਨੂੰ ਹਾਈ ਰੇਂਜ 'ਚ ਮਿਲਦਾ, ਬੀਪੀ ਥੱਲੇ ਨਹੀਂ ਆਉਂਦਾ। ਠੀਕ ਹੈ। ਨਾਰਮਲੀ ਜਦੋਂ ਤੁਸੀਂ ਹੈਲਦੀ ਹੋ ਉਦੋਂ ਤੁਸੀਂ ਦਿਨ 'ਚ 10 ਵਾਰ ਚੈੱਕ ਕਰਦੇ ਹੋ ਤਾਂ ਬੀਪੀ ਫਲਕਚੁਏਟ ਕਰਦਾ ਆਏਗਾ। ਲੇਕਿਨ ਜਦੋਂ ਬਲੌਕੇਜ ਹੈ ਤਾਂ ਤੁਸੀਂ ਦੇਖੋਗੇ ਕਿ ਇੱਕ ਹਾਈ ਰੇਂਜ ਦੇ ਉੱਤੇ ਬੀਪੀ ਲਗਾਤਾਰ ਬਣਿਆ ਰਹਿੰਦਾ, ਥੱਲੇ ਆ ਹੀ ਨਹੀਂ ਰਿਹਾ। ਜੀ। ਜੇ ਤੁਹਾਡਾ ਬੀਪੀ ਲਗਾਤਾਰ ਇੱਕ ਹਾਈ ਰੇਂਜ ਰਹਿ ਰਿਹਾ, ਉਹ ਥੱਲੇ ਆ ਹੀ ਨਹੀਂ ਰਿਹਾ, ਤਾਂ ਇਹਦਾ ਮਤਲਬ ਸਮਝ ਲਓ ਕਿ ਤੁਹਾਡੇ ਅੰਦਰ ਬਲੌਕੇਜ ਹੈ। ਜੀ। ਹੁਣ ਬਲੌਕੇਜ ਨੂੰ ਹਟਾਉਣ ਲਈ ਜਿਹੜੀ
ਮਾਡਰਨ ਮੈਡੀਸਨ ਹੈ ਉਹਦੇ ਕੋਲ ਇੱਕੋ ਹੀ ਤਰੀਕਾ ਜੀ, ਸਟੈਂਟ ਪਾ ਦਿਓ ਹਾਂ ਸਟੰਟ ਜਾਂ ਬਾਈਪਾਸ ਸਰਜਰੀ ਕਰ ਦਿਓ। ਜੀ ਬਿਲਕੁਲ। ਬਲੌਕੇਜ ਨੂੰ ਹਟਾਉਣ ਦਾ ਹੋਰ ਕੋਈ ਤਰੀਕਾ ਨਹੀਂ। ਪਹਿਲਾਂ ਉਹ ਖੂਨ ਖਾਨ ਪਤਲਾ ਕਰਨ ਦੀ ਕੋਸ਼ਿਸ਼ ਕਰਦੇ, ਆਪਾਂ ਪਹਿਲਾਂ ਖੂਨ ਪਤਲਾ ਕਰਨ ਵਾਲਾ ਮਾਮਲਾ ਹੱਲ ਕਰ ਲਈਏ। ਉਹ ਦਵਾਈ ਜਿਹੜੀ ਹੈ ਉਹ ਬਲੱਡ ਦੇ ਜੰਮਣ ਦੇ ਗੁਣ ਨੂੰ ਡਿਸਟਰਬ ਕਰ ਦਿੰਦੀ ਹੈ, ਤੇ ਫਿਰ ਜੇ ਕਿਤੇ ਉਸ ਪੇਸ਼ੈਂਟ ਤੋਂ ਇੰਟਰਨਲ ਬਲੀਡਿੰਗ ਹੋ ਜੇ ਉਹਦੇ ਨਾਲ ਮੌਤ ਵੀ ਹੋ ਸਕਦੀ ਜੀ, ਕਿਉਂਕਿ ਬਲੱਡ ਦਾ ਉਹ ਨੈਚੁਰਲ ਗੁਣ ਜਿਹੜਾ ਵਗਣ ਤੋਂ ਬਾਅਦ ਜੰਮਣਾ, ਅਗਰ ਉਹ ਗੁਣ ਡਿਸਟਰਬ ਹੋ ਗਿਆ ਤਾਂ ਫਿਰ ਬਲੀਡਿੰਗ ਰੁਕਦੀ ਨਹੀਂ ਹੈ ਜੀ। ਇਸ ਕਰਕੇ ਬਲੱਡ ਥਿਨਰ ਜਿਹੜੇ ਨੇ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ। ਨੈਚੁਰਲ ਬਲੱਡ ਥਿਨਰ ਹੈ ਜਿਹੜਾ ਬੰਦਾ ਵੀ ਖੂਨ ਪਤਲਾ ਕਰਨ ਦੀ ਦਵਾਈ ਖਾਂਦਾ ਉਸ ਦਵਾਈ ਨੂੰ ਤੁਰੰਤ ਛੱਡ ਦਿਓ। ਉਹਦੀ ਜਗ੍ਹਾ ਤੇ ਹਲਦੀ, ਅਦਰਕ ਤੇ ਲਸਣ, ਹਲਦੀ, ਅਦਰਕ ਤੇ ਲਸਣ, ਹਾਂ ਇਹ ਤੁਸੀਂ ਚਮਚੇ ਦਾ ਚੌਥਾ ਹਿੱਸਾ ਲੈ ਲਓ। ਦੋ ਕਲੀਆਂ ਲਸਣ ਦੀਆਂ ਲੈ ਲਓ, ਇੰਨਾ ਦੀ ਅਦਰਕ ਲੈ ਲਓ, ਇੰਨੀ ਕੀ ਹਲਦੀ ਲੈ ਲਓ। ਇਹਨਾਂ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਤੁਸੀਂ ਦਿਨ 'ਚ ਇੱਕ ਵਾਰ ਖਾ ਲਓ ਤੇ ਤੁਸੀਂ ਦੇਖੋਗੇ ਕਿ ਇਹ ਨੈਚੁਰਲ ਬਲੱਡ ਥਿਨਰ ਹੈ। ਇਹ ਬਲੱਡ ਦੇ ਨੈਚੁਰਲ ਗੁਣ ਨੂੰ ਡਿਸਟਰਬ ਨਹੀਂ ਕਰੇਗਾ, ਲੇਕਿਨ ਬਲੱਡ ਨੂੰ ਜਿੱਥੇ ਉਹਨੂੰ ਲੋੜ ਹੈ ਖੂਨ ਪਤਲਾ ਕਰਨ ਦੀ ਉੱਥੇ ਕਰ। ਮਤਲਬ ਅਸੀਂ ਦੇਖ ਲਓ ਸਾਡੇ ਰਸੋਈ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਹੀ ਇਹ ਚੀਜ਼ ਪਈ ਹੈ ਔਰ ਕੱਚਾ ਅਸੀਂ ਇਹਨੂੰ ਖਾ ਸਕਦੇ ਹਾਂ ਨਾ ਸਰ? ਜੀ ਜੀ ਜੀ। ਇਸ ਕਰਕੇ ਜੇ ਡਾਕਟਰ ਕਹਿੰਦਾ ਤੁਹਾਡਾ ਵੀ ਤੂੰ ਬਲੱਡ ਥਿਨਰ ਲੈ ਰਹੇ, ਜੇ ਤੁਸੀਂ ਇਹ ਤਿੰਨੋਂ ਚੀਜ਼ਾਂ ਲੈ ਰਹੇ ਹੋ ਨਾ, ਤੁਹਾਨੂੰ ਕਹਿ ਦਿਓ ਮੇਰਾ ਗੋਲੀ ਖਾਧੀ, ਮੇਰਾ ਹਾਂਜੀ ਮੈਂ ਬਲੱਡ ਥਿਨਰ ਲੈ ਜੀ। ਬਲੱਡ ਥਿਨਰ ਨਹੀਂ ਖਾਣੇ ਚਾਹੀਦੇ। ਹਾਲਾਂਕਿ ਐਸਪਰਿਨ, ਡੈਸਪਰਿਨ ਜਿਹੜੀ ਹੈ ਇਹਨੂੰ ਲਾਈਫ ਸੇਵਿੰਗ ਡਰਗ ਕਿਹਾ ਜਾਂਦਾ ਹੈ ਐਮਰਜੈਂਸੀ ਲਈ ਜੀ, ਕਿਉਂਕਿ ਇਹਨੂੰ ਲਾਈਫ ਸੇਵਿੰਗ ਕਿਹਾ ਜਾਂਦਾ। ਇਸ ਕਰਕੇ ਆਪਾਂ ਇਹਦੇ ਫੱਕੇ ਮਾਰਦੇ ਰਹਿੰਦੇ ਹਾਂ। ਡੈਸਪਰਿਨ ਦਾ ਕਿਹੜਾ ਕੋਈ ਨੁਕਸਾਨ ਹੈ, ਤਾਂ ਜਾਨ ਬਚਾਉਂਦੀ ਹੈ ਜੀ। ਇਹ ਜਾਨ ਉਦੋਂ ਬਚਾਉਂਦੀ ਹੈ ਜਦੋਂ ਮੰਨ ਲਓ ਕਿਸੇ ਨੂੰ ਹਾਰਟ ਅਟੈਕ ਹੋਇਆ ਉਦੋਂ ਤੁਸੀਂ ਅਗਰ ਕਿਸੇ ਨੂੰ ਐਸਪਰਿਨ ਦਿੰਦੇ ਹੋ ਤਾਂ ਉਹ ਬੰਦੇ ਦੇ ਬਚਣ ਦੇ ਚਾਂਸ ਵੱਧ ਜਾਂਦੇ ਨੇ ਜੀ। ਲੇਕਿਨ ਲਗਾਤਾਰ ਰੈਗੂਲਰ ਬੇਸ ਤੇ ਐਸਪਰਿਨ ਦਾ ਇਸਤੇਮਾਲ ਕਰਨਾ ਬਹੁਤ ਵੱਡੀ ਗਲਤੀ ਜੀ। ਕੋਲੇਸਟ੍ਰੋਲ ਦੀ ਦਵਾ, ਕੋਲੇਸਟ੍ਰੋਲ ਘੱਟ ਕਰਨ ਵਾਲੀ ਦਵਾ, ਖੂਨ ਪਤਲਾ ਕਰਨ ਵਾਲੀ ਦਵਾ, ਇਹ ਦਵਾਈਆਂ ਖਾਣਾ ਸਰੀਰ ਨੂੰ ਡੈਮੇਜ ਕਰਨ ਦਾ ਮਾਮਲਾ ਹੈ। ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ, ਬਿਮਾਰੀ ਦੀ ਜੜ ਖਤਮ ਨਹੀਂ ਹੁੰਦੀ ਇਹਦੇ ਨਾਲ ਜੀ। ਬਿਮਾਰੀ ਦੀ ਜੜ ਅਗਰ ਖਤਮ ਕਰਨੀ ਹੈ ਤਾਂ ਤੁਹਾਨੂੰ ਕੀ ਕਰਨਾ ਹੋਏਗਾ? ਤੁਹਾਨੂੰ ਉਹ ਡੈਮੇਜ ਰੋਕਣਾ ਪਏਗਾ ਜਿਹੜਾ ਆਰਟਰੀ ਦੇ ਵਿੱਚ ਹੋ ਰਿਹਾ, ਜਿਹਦੇ ਕਰਕੇ ਬਲੌਕੇਜ ਬਣ ਰਹੀ ਹੈ। ਠੀਕ ਹੈ। ਉਸ ਡੈਮੇਜ ਨੂੰ ਰੋਕਣ ਲਈ ਤੁਹਾਨੂੰ ਕੈਮੀਕਲ ਦੀ ਸਪਲਾਈ ਬੋਡੀ ਨੂੰ ਦੇਣੀ ਬੰਦ ਕਰਨੀ ਹੋਏਗੀ ਜੀ। ਪੈਕਡ ਫੂਡ ਬੰਦ ਕਰ ਦਿਓ, ਰਿਫਾਈਨਡ ਫੂਡ ਬੰਦ ਕਰ ਦਿਓ, ਐਨੀਮਲ ਫੂਡ ਬੰਦ ਕਰ ਦਿਓ ਤੇ ਦਵਾਈਆਂ ਵੀ ਬੰਦ ਕਰ ਦਿਓ। ਠੀਕ ਹੈ। ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਬੰਦ ਕਰਦੇ ਹਾਂ ਤਾਂ ਉਹ ਡੈਮੇਜ ਹੋਣਾ ਬੰਦ ਹੋ ਜਾਂਦਾ, ਕੋਲੇਸਟ੍ਰੋਲ ਉੱਥੋਂ ਆਪਣੇ ਪਿੱਛੇ ਹਟ ਜਾਂਦਾ, ਬਲੌਕੇਜ ਖਤਮ ਹੋ ਜਾਂਦੀ ਹੈ। ਕਿੰਨਾ ਸਮਾਂ ਲੱਗਦਾ ਹੈ? ਉਹ ਪੇਸ਼ੈਂਟ ਜਿਹਨੂੰ ਡਾਕਟਰ ਕਹਿੰਦਾ ਤੇਰੀ ਬਾਈਪਾਸ ਸਰਜਰੀ ਕਰਨੀ ਪੈਣੀ ਹੈ ਜਾਂ 90% ਬਲੌਕੇਜ ਹੋ ਗਈ, ਸਟੈਂਟ ਪਾਉਣਾ ਹੀ ਪੈਣਾ, 1 ਮਹੀਨੇ ਦੇ ਅੰਦਰ ਅੰਦਰ ਉਹ ਪੇਸ਼ੈਂਟ ਬਿਨਾਂ ਸਟੈਂਟ ਤੋਂ ਠੀਕ ਹੋ ਜਾਂਦਾ ਜੀ। ਜੇ ਉਹ ਆਪਣਾ ਖਾਣਾ ਬਦਲ ਲੈਂਦਾ, ਆਪਣਾ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰ ਸਕਦਾ। ਠੀਕ ਹੈ। ਇਹ ਤਾਂ ਹੋ ਗਿਆ ਜੀ ਬਲੌਕੇਜ ਕਰਕੇ ਬੀਪੀ ਵਧਣ ਦਾ। ਹੁਣ ਦੂਸਰਾ ਕਾਰਨ ਇਹ ਹੈ ਕਿ ਜੇ ਤੁਸੀਂ ਲਗਾਤਾਰ ਟੈਨਸ਼ਨ ਤੋਂ, ਲਗਾਤਾਰ ਸਟ੍ਰੈਸ ਤੋਂ ਤਾਂ ਵੀ ਤੁਹਾਡਾ ਬੀਪੀ ਵਧਿਆ ਹੋਇਆ ਜੀ। ਤਾਂ ਇਹਦੇ ਲਈ ਜ਼ਰੂਰੀ ਹੈ ਵੀ ਤੁਸੀਂ ਖੁਸ਼ ਰਹਿਣਾ ਸਿੱਖੋ, ਮਨ ਨੂੰ ਕਾਬੂ ਚ ਕਰੋ, ਚਿੰਤਾ ਮੁਕਤ ਹੋ ਜਾਓ, ਬਿਨਾਂ ਵਜ੍ਹਾ ਦੀਆਂ ਟੈਨਸ਼ਨਾਂ ਲੈਣਾ ਬੰਦ ਕਰ ਦਿਓ। ਤੁਸੀਂ ਦੇਖੋਗੇ ਬੀਪੀ ਆਪਣੇ ਆਪ ਨਾਰਮਲ ਰੇਂਜ ਆ ਜਾਂਦਾ ਹੈ ਜੀ। ਤੇ ਹੁਣ ਜਿਹੜੀ ਆਪਾਂ ਪੈਰਾਲਾਈਸਿਸ ਦੀ ਗੱਲ ਕਰਦੇ ਆ, ਅੱਛਾ ਇੱਕ ਇਹਦੇ ਚ ਗੱਲ ਆਉਣਾ ਬਹੁਤ ਵੱਡਾ ਸਵਾਲ ਹੱਲ ਕਰਨਾ ਪਊਗਾ ਆਪਾਂ ਨੂੰ ਵੀ ਜੇ ਆਪਾਂ ਕਹਿੰਦੇ ਗੋਲੀ ਖਾਣੀ ਨਹੀਂ ਚਾਹੀਦੀ, ਬੀਪੀ ਦੀ ਗੋਲੀ ਬਣੀ ਕਿਉਂ, ਫਿਰ ਖੋਜ ਕਿਉਂ ਕੀਤੀ ਗਈ ਹੈ? ਹਾਂਜੀ, ਇਹ ਮੈਨੂੰ ਸੀਗਾ, ਮੈਂ ਆਖਿਆ ਚਲ ਥੋੜਾ ਹੋਰ ਆਪਾਂ ਅੱਗੇ ਨੌਲੇਜ ਵੱਲ ਚੱਲੀਏ। ਮੈਂ ਪੁੱਛਣਾ ਵੀ ਜਦੋਂ ਬੀਪੀ ਕਿਸੇ ਬਿਮਾਰੀ ਦਾ ਕਾਰਨ ਹੀ ਨਹੀਂ ਹੈ, ਸਗੋਂ ਬਿਮਾਰੀਆਂ ਬੀਪੀ ਦਾ ਕਾਰਨ ਹੈ, ਫਿਰ ਬੀਪੀ ਦੀ ਗੋਲੀ ਐਕਸਟਰਾ ਕਿਉਂ ਲੱਗਦੀ ਹੈ? ਉਹ ਵੀ ਹਰੇ ਰੰਗ ਦੀ ਪੂਰੀ ਪੱਕੇ ਤੌਰ ਤੇ ਲਾ ਦਿੰਦੇ ਆ। ਦਵਾਈ ਕਿਉਂ, ਅਸਲ ਚ ਖੋਜ ਹੀ ਕਿਉਂ ਕੀਤੀ ਗਈ ਇਸ ਦਵਾਈ ਦੀ? ਅਸਲ ਦੇ ਵਿੱਚ ਇਸ ਦਵਾਈ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਜਿਹਦੇ ਕਰਕੇ ਦੀ ਖੋਜ ਕੀਤੀ ਗਈ। ਉਹ ਜ਼ਰੂਰਤ ਕਦੋਂ ਹੁੰਦੀ ਹੈ? ਜਦੋਂ ਪੇਸ਼ੈਂਟ ਆਪਰੇਸ਼ਨ ਟੇਬਲ ਤੇ ਹੁੰਦਾ ਹੈ। ਠੀਕ ਹੈ। ਬਲੱਡ ਪ੍ਰੈਸ਼ਰ ਦੀ ਦਵਾਈ ਦੀ ਜ਼ਰੂਰਤ ਕਦੋਂ ਪੈਂਦੀ ਹੈ? ਜਦੋਂ ਮੰਨ ਲਓ ਤੁਹਾਡੇ ਇੱਕ ਵੱਡਾ ਜ਼ਖਮ ਹੋਇਆ, ਖੂਨ ਵਗ ਰਿਹਾ, ਡਾਕਟਰ ਨੇ ਸਟਿਚ ਲਗਾਉਣੇ ਨੇ, ਉਦੋਂ ਬਾਡੀ ਕੀ ਕਰਦੀ ਹੈ? ਕਿਉਂਕਿ ਬਾਡੀ ਡੈਮੇਜ ਹੋਇਆ, ਬਾਡੀ ਲਗਾਤਾਰ ਬਲੱਡ ਪ੍ਰੈਸ਼ਰ ਵਧਾ ਰਹੀ ਹੈ।
ਹੁਣ ਲਗਾਤਾਰ ਬੀਪੀ ਵਧਣ ਨਾਲ ਬਲੱਡ ਲਾਸ ਹੋ ਰਿਹਾ, ਲਗਾਤਾਰ ਸ਼ੂਗਰ ਵੀ ਵੱਧ ਰਹੀ ਹੈ, ਸ਼ੂਗਰ ਵੀ ਵੇਸਟ ਜਾ ਰਹੀ ਹੈ ਜੀ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਜ਼ਰੂਰੀ ਹੈ ਕਿ ਚਾਹੇ ਕੋਈ ਦਵਾ ਦੇ ਕੇ ਬਲੱਡ ਪ੍ਰੈਸ਼ਰ ਨੂੰ ਇੱਕ ਰੇਂਜ 'ਚ ਰੱਖਿਆ ਜਾਵੇ, ਹਾਰਟ ਨੂੰ ਇਨਫਲੂਐਂਸ ਕੀਤਾ ਜਾਵੇ, ਤੂੰ ਹੌਲੀ ਹੌਲੀ ਪੰਪ ਕਰ ਜੀ। ਲੇਕਿਨ ਸਿਰਫ ਉਸ ਸਥਿਤੀ 'ਚ ਜਦੋਂ ਡਾਕਟਰ ਮਤਲਬ ਆਪਰੇਸ਼ਨ ਚੱਲ ਰਿਹਾ ਹੈ, ਜਦੋਂ ਐਮਰਜੈਂਸੀ ਚੱਲ ਰਹੀ ਹੈ, ਸਿਰਫ ਉਦੋਂ ਲਈ। ਜੀ ਜੀ। ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਦਾ ਕੋਈ ਤੁਕ ਨਹੀਂ ਹੈ ਜੀ। ਤਾਂ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਤਾਂ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਲਈ ਸਮੱਸਿਆ ਇਹ ਸੀ ਵੀ ਦਵਾਈ ਤਾਂ ਵਿਕ ਨਹੀਂ ਰਹੀ। ਹਾਂਜੀ। ਦਵਾਈ ਐਮਰਜੈਂਸੀ ਸਥਿਤੀ ਤਾਂ ਬਹੁਤ ਘੱਟ ਆਉਂਦੀ ਹੈ। ਤਾਂ ਫਿਰ ਇੱਕ ਯੋਜਨਾ ਬਣਾਈ ਗਈ ਕਿ ਅਗਰ ਇਸ ਦਵਾਈ ਨੂੰ ਜ਼ਿਆਦਾ ਵੇਚਣਾ ਚਾਹੁੰਦੇ ਆਪਾਂ ਤਾਂ ਇੱਕ ਕੰਮ ਕਰੀਏ, ਆਪਾਂ ਲੋਕਾਂ ਨੂੰ ਇਹ ਕਹੀਏ ਬਲੱਡ ਪ੍ਰੈਸ਼ਰ ਦੀ ਇੱਕ ਨਾਰਮਲ ਰੇਂਜ ਤੈਅ ਕਰ ਜੀ ਕਿ ਜੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਇਸ ਰੇਂਜ 'ਚ ਹੈ ਤਾਂ ਤੁਸੀਂ ਹੈਲਦੀ ਹੋ, ਜੇ ਤੋਂ ਵੱਧ ਹੈ ਤਾਂ ਤੁਸੀਂ ਬਿਮਾਰ ਹੋ, ਤੁਹਾਨੂੰ ਦਵਾਈ ਖਾਣੀ ਪਏਗੀ। ਜੀ ਠੀਕ ਹੈ। ਤਾਂ ਪਹਿਲਾਂ ਇਸ ਰੇਂਜ ਨੂੰ ਫਿਕਸ ਕੀਤਾ ਗਿਆ 160-100 ਕਿ ਨਾਰਮਲ ਰੇਂਜ ਜਿਹੜੀ 160-100 ਹੁੰਦੀ ਹੈ, ਜੇ ਇਹ ਤੋਂ ਵਧੇਗਾ ਤਾਂ ਦਵਾਈ ਖਾਣੀ ਪਏਗੀ। ਠੀਕ ਹੈ। ਤਾਂ ਦੇਖਿਆ ਗਿਆ ਕਿ ਦਵਾਈ ਤਾਂ ਫਿਰ ਬਹੁਤ ਘੱਟ ਵਿਕ ਰਹੀ ਹੈ। 160-100 ਤਾਂ ਆਮ ਲੋਕਾਂ ਦਾ ਹੁੰਦਾ ਹੈ, ਇਸ ਤੋਂ ਵੱਧ ਤਾਂ ਬਹੁਤ ਘੱਟ ਲੋਕਾਂ ਦਾ ਵੱਧਦਾ ਹੈ ਜੀ। ਫਿਰ ਇਹਨੂੰ 140-90 ਕੀਤਾ ਗਿਆ। ਅੱਛਾ। ਜਿਹਦੇ ਨਾਲ ਦਵਾਈ ਖਾਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਜੀ। ਹੁਣ ਮੰਨ ਲਓ ਤੁਹਾਡਾ ਬੀਪੀ ਰਹਿੰਦਾ 150, ਤੁਸੀਂ ਰਾਤ ਨੂੰ ਸੁੱਤੇ, ਤੁਸੀਂ ਹੈਲਦੀ ਸੀ, ਜੀ। ਦੂਜੇ ਦਿਨ ਤੁਸੀਂ ਅਖਬਾਰ 'ਚ ਪੜ੍ਹਿਆ ਕਿ ਨਾਰਮਲ ਬਲੱਡ ਪ੍ਰੈਸ਼ਰ ਦੀ ਰੇਂਜ 140-90 ਹੁੰਦੀ ਹੈ, ਤੁਹਾਡਾ ਤਾਂ 150 ਰਹਿੰਦਾ ਹੈ। ਜਿਹਦਾ ਮਤਲਬ ਤੁਸੀਂ ਰਾਤੋਂ ਰਾਤ ਮਰੀਜ਼ ਬਣ ਗਏ। ਜੀ। ਤੁਸੀਂ ਰਾਤੋਂ ਰਾਤ ਸੁੱਤੇ ਉਸ ਦਵਾਈ ਦੇ ਗਾਹਕ ਬਣ ਗਏ ਤੇ ਹੁਣ ਤੁਹਾਨੂੰ ਲਗਾਤਾਰ ਉਹ ਦਵਾਈ ਖਾਣੀ ਪਏਗੀ। ਜੀ। ਫਿਰ ਇਸ ਰੇਂਜ ਨੂੰ ਕੀਤਾ ਗਿਆ 120-80 ਜੀ ਤਾਂ ਕਿ ਜਿਹੜੇ ਲੋਕ ਬਚੇ ਆ ਉਹ ਵੀ ਦਵਾਈ ਖਾਣ ਲੱਗ ਪੈਣ। ਠੀਕ ਹੈ। ਲੇਕਿਨ ਆਉਣ ਵਾਲੇ 5-7 ਸਾਲਾਂ ਜਿਹੜੇ ਲੱਛਣ ਨੇ ਉਹ ਇਹ ਹੈ ਵੀ 120-80 ਨੂੰ ਵੀ 115-75 ਕਰਤਾ ਜਾਊਗਾ ਤਾਂ ਕਿ 100% ਲੋਕ ਜਿਹੜੇ ਕੋਈ ਬਚੇ ਹੀ ਨਾ। ਜਿਵੇਂ ਆਪਾਂ ਦੇਖਦੇ ਹਾਂ ਨਾ, ਇੱਕ ਫੁੱਟਬਾਲ ਦਾ ਖਿਲਾੜੀ ਕਹੇ ਕਿ ਦੁਨੀਆ ਦਾ ਕੋਈ ਫੁੱਟਬਾਲਰ ਮੈਨੂੰ ਆਊਟ ਨਹੀਂ, ਹਰਾ ਨਹੀਂ ਸਕਦਾ, ਗੋਲ ਨਹੀਂ ਕਰ ਸਕਦਾ, ਲੇਕਿਨ ਗੋਲ ਜਿਹੜੇ ਨੇ, ਪੋਲ ਜਿਹੜੇ, ਉਹਨਾਂ ਦੀ ਦੂਰੀ ਮੈਂ ਤੈਅ ਕਰੂੰਗਾ। ਜੇ ਹੁਣ ਪੋਲ ਇੰਨੀ ਦੂਰੀ ਤੇ ਰੱਖਦੇ ਜਾਣ ਕਿ ਫੁੱਟਬਾਲ ਉਹਨਾਂ ਤੋਂ ਬਾਹਰ ਜਾਵੇ ਹੀ ਨਾ ਤਾਂ ਉਹ ਕਦੀ ਹਾਰ ਹੀ ਨਹੀਂ ਸਕਦਾ। ਸੱਚੀ ਗੱਲ ਹੈ ਜੀ। ਕੋਈ ਕ੍ਰਿਕਟ ਦਾ ਖਿਡਾਰੀ ਬੋਲੇ ਕਿ ਦੁਨੀਆ ਦਾ ਕੋਈ ਖਿਡਾਰੀ ਮੈਨੂੰ ਆਊਟ ਨਹੀਂ ਕਰ ਸਕਦਾ, ਲੇਕਿਨ ਵਿਕਟਾਂ ਦਾ ਸਾਈਜ਼ ਮੈਂ ਤੈਅ ਕਰੂੰਗਾ। ਉਹ ਵਿਕਟਾਂ ਦਾ ਸਾਈਜ਼ ਹੀ ਇੰਨਾ ਛੋਟਾ ਤੈਅ ਕਰ ਦਿੰਦਾ ਕਿ ਕੋਈ ਖਿਡਾਰੀ ਉਹਨੂੰ ਆਊਟ ਹੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦਵਾ ਕੰਪਨੀਆਂ ਕਹਿੰਦੀਆਂ ਨੇ ਕਿ ਅਸੀਂ ਦੁਨੀਆ ਦਾ ਕੋਈ ਬੰਦਾ ਛੱਡਣਾ ਹੀ ਨਹੀਂ ਜਿਹੜਾ ਦਵਾ ਨਾ ਖਾਵੇ, ਇਸ ਕਰਕੇ ਉਹਦੇ ਲੈਵਲ ਅਸੀਂ ਤੈਅ ਕਰਾਂਗੇ। ਤੇ ਇਹ ਚਾਹੇ ਕੋਲੇਸਟ੍ਰੋਲ ਲੈਵਲ ਦੀ ਗੱਲ ਕਰ ਲਓ, ਚਾਹੇ ਬਲੱਡ ਪ੍ਰੈਸ਼ਰ ਲੈਵਲ ਦੀ ਗੱਲ ਕਰ ਲਓ, ਚਾਹੇ ਸ਼ੂਗਰ ਲੈਵਲ ਦੀ, ਸਾਰੇ ਦੇ ਸਾਰੇ ਲੈਵਲ ਲਗਾਤਾਰ ਥੱਲੇ ਲਿਆਂਦੇ ਜਾ ਰਹੇ ਆ ਤਾਂ ਕਿ ਹਰ ਬੰਦਾ ਦੁਨੀਆ ਦਾ ਉਹਨੂੰ ਦਵਾਈ ਖਿਲਾਈ ਜਾ ਸਕੇ, ਵੱਡਾ ਮੁਨਾਫਾ ਕਮਾਇਆ ਜਾ ਸਕੇ। ਇਸ ਕਰਕੇ ਅਸੀਂ ਅੱਜ ਵੀ ਇਹ ਕਹਿੰਦੇ ਆ ਕਿ ਬਲੱਡ ਪ੍ਰੈਸ਼ਰ ਦੀ ਨਾਰਮਲ ਰੇਂਜ ਜਿਹੜੀ ਹੈ, ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦੀ ਜਿਹੜੀ ਗਾਈਡਲਾਈਨ ਹੈ ਉਹ ਕੀ ਹੈ ਤੇ ਅਗਰ ਤੁਹਾਡਾ ਉੱਪਰ ਤੇ ਥੱਲੇ ਵਾਲਾ ਜੋੜ ਕਰ ਲਓ, ਜੇ ਉਹ 250 ਤੋਂ ਥੱਲੇ ਆ ਤੁਸੀਂ ਹੈਲਦੀ ਹੋ। ਠੀਕ ਹੈ। ਮਤਲਬ ਜੇ 150-100 ਤੁਹਾਡਾ ਬੀਪੀ ਹੈ, ਲਗਾਤਾਰ ਇੰਨਾ ਵੀ ਰਹਿੰਦਾ ਹੈ ਤਾਂ ਵੀ ਤੁਸੀਂ ਜ਼ਰੂਰਤ ਨਹੀਂ ਹੈ ਤੁਹਾਨੂੰ ਕੋਈ ਦਵਾ ਖਾਣ ਦੀ। ਸਹੀ ਗੱਲ ਹੈ। ਦਵਾ ਖਾਣ ਦੀ ਤਾਂ ਵੈਸੇ ਵੀ ਜ਼ਰੂਰਤ ਨਹੀਂ ਹੈ। ਜੇ ਇਸ ਤੋਂ ਵੱਧ ਜਾਂਦਾ ਬੀਪੀ ਤਾਂ ਸਿੰਪਲ ਆਪਣੇ ਖਾਣੇ 'ਚ ਤਬਦੀਲੀ ਕਰ ਲਓ, ਆਪਣੇ ਥੋੜੇ ਜਿਹੇ ਲਾਈਫ ਸਟਾਈਲ ਤਬਦੀਲੀ ਕਰ ਲਓ, ਤੁਸੀਂ ਦੇਖੋਗੇ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਡਾ ਬੀਪੀ ਨਾਰਮਲ ਰੇਂਜ 'ਚ ਆ ਜਾਂਦਾ ਜੀ। ਔਰ ਇੱਥੇ ਛੋਟੀ ਜਿਹੀ ਇੱਕ ਗੱਲ ਮੈਂ ਵੀ ਦੱਸੂਗੀ, ਉਹ ਵੀ ਤੁਹਾਡੇ ਸਾਹਮਣੇ। ਮੈਨੂੰ ਇੱਕ ਸਵਾਲ ਆਇਆ ਸੀਗਾ ਮਲਕੀਤ ਸਿੰਘ ਕੁੜਿਆਣਾ ਦਾ। ਤਾਂ ਡਾਕਟਰ ਸਾਹਿਬ ਕਿਤੇ ਤੁਹਾਡਾ ਨਾਰਾ ਨਾ ਇਹ ਚੱਲਦਾ ਹੀ ਮੈਨੂੰ ਲੱਗਦਾ ਪ੍ਰੋਗਰਾਮ ਚੱਲਦੇ ਕੰਟੀਨਿਊ ਹੋਏਗਾ ਕਿ ਅਸੀਂ ਆਪਣੇ ਡਾਕਟਰ ਆਪ ਬਣਨ ਲੱਗ ਗਏ, ਹਨਾ। ਸੋ ਇਹਨਾਂ ਦੇ ਇਹਨਾਂ ਦੇ ਸਵਾਲ ਦਾ ਆਨਸਰ ਮੈਂ ਦਊਂਗੀ। ਇਹਨਾਂ ਨੇ ਪੁੱਛਿਆ ਕਿ ਇਹਨਾਂ ਦਾ ਜਿਹੜਾ ਸਿਰ ਦੁਖਦਾ ਹੈ ਨਾ, ਖੋਪੜੀ ਦੇ ਵਿਚਕਾਰੋਂ ਦੁਖਦਾ ਹੈਗਾ, ਕਹਿੰਦੇ ਇਹ ਵੀ ਬੀਪੀ ਵਧਣ ਦਾ ਕਾਰਨ ਹੈ। ਤਾਂ ਇਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਜਿਹੜਾ ਮਾਰਨਿੰਗ ਕੇਸਰ ਵਾਟਰ ਪੀਣਾ ਸ਼ੁਰੂ ਕਰ ਦਿਓ। ਸੋ ਮੈਂ ਤਾਂ ਬਹੁਤ ਰਿਲੈਕਸ ਫੀਲ ਕਰ ਲਿਆ। ਮੇਰਾ ਮਾਈਗ੍ਰੇਨ ਮੈਨੂੰ ਇਉਂ ਲੱਗਦਾ ਵੀ ਹੁਣ ਖਤਮ ਹੀ ਹੁੰਦਾ ਜਾ ਰਿਹਾ।
ਸਿਰਫ ਕਦੇ-ਕਦੇ ਹਲਕਾ ਜਿਹੜਾ ਕਦੇ ਜ਼ਰੂਰ ਹੁੰਦਾ ਹੈ, ਉਹ ਵੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਮੇਰਾ ਕੰਮ ਸਾਰਾ ਹੈੱਡਫੋਨ ਦਾ ਹੈਗਾ, ਇੱਥੇ ਵੀ ਹੈੱਡਫੋਨ ਆ ਤੇ ਮੇਰੀ ਅਗਲੀ ਡਿਊਟੀ ਵੀ ਸਾਰਾ ਦਿਨ ਸ਼ਾਮ ਦੇ 7 ਵਜੇ ਤੱਕ ਹੈੱਡਫੋਨ ਤੇ ਰਹਿੰਦੀ ਹੈ। ਬਿਲਕੁਲ ਉਹਦੇ ਕਰਕੇ ਕਦੇ-ਕਦੇ ਹੁੰਦਾ ਆ। ਪਰ ਮਲਕੀਤ ਸਿੰਘ ਜੀ, ਤੁਸੀਂ ਸਵੇਰੇ ਜਿਹੜਾ ਵਾਰਮ ਵਾਟਰ ਗਰਮ ਪਾਣੀ ਦੇ ਵਿੱਚ ਤੁਸੀਂ ਕੇਸਰ ਦੀਆਂ ਕੁਝ ਤੁਰੀਆਂ ਜੀਆਂ ਪਾ ਲਓ, ਪੱਤੇ ਜੇ ਹੁੰਦੇ ਆ, ਤੁਸੀਂ ਉਹਨੂੰ ਕੰਟੀਨਿਊ ਪੀਓ। ਮੈਨੂੰ ਲੱਗਦਾ ਡਾਕਟਰ ਸਾਹਿਬ ਮੈਨੂੰ ਸੈਕਿੰਡ ਜਿਹੜਾ ਮੰਥ ਹੈਗਾ, ਮੈਂ ਦੂਸਰੇ ਮੰਥ ਦੇ ਵਿੱਚ ਆ ਗਈ ਹਾਂ ਕਿ ਮੈਂ ਲਗਾਤਾਰ ਕੇਸਰ ਵਾਟਰ ਪੀ ਰਹੀ ਹਾਂ ਔਰ ਸੀਆ ਸੀਡ ਪੀ ਰਹੀ ਹਾਂ। ਹਾਂ, ਤਾਂ ਮੈਨੂੰ ਤਾਂ ਇਹ ਚੀਜ਼ ਜਿਹੜੀ ਮਾਈਗ੍ਰੇਨ ਹੈਗਾ, ਇਹ ਸਿਰ ਦਾ ਦੁਖਣਾ, ਮੇਰਾ ਸਿਰ ਦੁਖਦਾ ਨਹੀਂ ਸੀ, ਫਟਦਾ ਸੀ, ਜਿਹਨੂੰ ਕਹਿੰਦੀ ਨਾ ਕਿ ਢੋਲ ਵੱਜਦੇ ਸੀ ਮਾੜੀ ਜੀ ਗੱਲ ਤੋਂ। ਸੋ ਬਹੁਤ ਔਖਾ ਸੀ। ਸਰ ਨੇ ਵੀ ਖੁਦ ਬਹੁਤ ਵਾਰੀ ਮੈਨੂੰ ਇਹ ਚੀਜ਼ ਨੋਟ ਕਰਾਈ ਹੈ ਕਿ ਬੇਟਾ ਇਹ ਬਹੁਤ ਜ਼ਿਆਦਾ ਆ ਔਰ ਪ੍ਰੋਬਲਮ ਹੈ। ਸੋ ਲਓ ਜੀ, ਹੁਣ ਮੈਂ ਇੱਕ ਸੌਟ ਆਊਟ ਕੀਤਾ ਆਨਸਰ। ਡਾਕਟਰ ਬਣ ਗਿਆ ਜੀ, ਡਾਕਟਰ ਬਣ ਗਿਆ। ਹਾਂ, ਨਹੀਂ ਸਹੀ ਗੱਲ ਹੈ। ਜਿਹੜੀ ਚੀਜ਼ ਦੀ ਤੁਹਾਨੂੰ ਨੌਲੇਜ ਹੈ ਡਾਕਟਰ ਸਾਹਿਬ, ਉਹਨੂੰ ਜ਼ਰੂਰ ਵੰਡਣਾ ਚਾਹੀਦਾ, ਉਹਨੂੰ ਜ਼ਰੂਰ ਸ਼ੇਅਰ ਕਰਨਾ ਚਾਹੀਦਾ। ਇੱਕ ਪਰਿਵਾਰ ਸੇ ਇਹ ਉਪਰਾਲਾ ਕਰ ਰਹੇ ਆ ਕਿ ਜੇ ਦੇਖੋ, ਇਹਦੇ ਵਿੱਚ ਅਸੀਂ ਕਿਸੇ ਮੈਡੀਸਨ ਦੀ ਪਬਲਿਸਿਟੀ ਨਹੀਂ ਕਰਦੇ, ਅਸੀਂ ਆਪਣੀ ਮਾਰਕੀਟਿੰਗ ਨਹੀਂ ਵਧਾ ਰਹੇ ਕਿ ਹਾਂਜੀ ਤੁਸੀਂ ਆਓ, ਸਾਡਾ ਆਹ ਮੈਡੀਕਲ ਸਟੋਰ ਹੈ, ਇੱਥੋਂ ਆ ਕੇ ਥੱਪਾ ਗੋਲੀਆਂ ਦਾ ਲੈ ਕੇ ਜਾਓ। ਸਾਡਾ ਕੋਈ ਸਟੋਰ ਨਹੀਂ, ਅਸੀਂ ਕੋਈ ਵਪਾਰ ਨਹੀਂ ਕਰਦੇ, ਅਸੀਂ ਸਿਰਫ ਇੱਕ ਆਵਾਜ਼ ਦੀ ਦੁਨੀਆ ਦੇ ਤੁਹਾਡੇ ਨਾਲ ਜੁੜੇ ਹੋਏ ਦੋਸਤ ਮਿੱਤਰ ਹੈ। ਔਰ ਚੰਗਾ ਲੱਗਦਾ ਜਦੋਂ ਸਾਰੇ ਜਣੇ ਆਪਣੀ ਆਪਣੀ ਕੋਈ ਗੱਲਬਾਤ ਸ਼ੇਅਰ ਕਰਦੇ, ਆਪਾਂ ਉਸ ਤੇ ਵਿਚਾਰ ਚਰਚਾ ਕਰਦੇ ਆ, ਖੁੱਲ ਜਾਂਦੀ ਹੈ ਜੀ ਉਹ ਗੱਲ। ਅਬ ਜਦੋਂ ਖਲਾਰਾ ਪੈ ਜਾਂਦਾ ਹੈਗਾ, ਫਿਰ ਜਿਹੜਾ ਉਹ ਪਤਾ ਵੀ ਲੱਗ ਜਾਂਦਾ ਕਿ ਇਹ ਚੀਜ਼ ਕਿਉਂ ਹੈ ਤੇ ਕਿਵੇਂ ਹੈ। ਸੋ 9:18 ਦੇ ਇਸ ਸਮੇਂ ਦੇ ਵਿੱਚ ਹੈ। ਸੋ ਕੁਝ ਨੇ ਤੁਹਾਡੇ ਨੰਬਰ ਮੰਗੇ ਆ ਜੀ। ਹੁਣ ਇਹ ਤਾਂ ਮੈਨੂੰ ਪਤਾ ਨਹੀਂ ਉਹ ਫੋਨ ਕਰਦੇ ਵੀ ਹੋਣਗੇ ਕਿ ਨਹੀਂ, ਪਰ ਨੰਬਰ ਜ਼ਰੂਰ ਮੰਗਦੇ ਆ। ਹਰ ਪ੍ਰੋਗਰਾਮ 'ਚ ਤੁਹਾਡੇ 2 ਤੋਂ 4 ਨੰਬਰ ਮੇਰੇ ਕੋਲੋਂ ਜਾਂਦੇ ਆ। ਸੋ ਕੋਈ ਗੱਲ ਨਹੀਂ ਜੀ, ਕਰ ਲੈਣਗੇ, ਜਦੋਂ ਸਮਾਂ ਲੱਗੇਗਾ ਕਰ ਲੈਣਗੇ, ਕੋਈ ਗੱਲ ਨਹੀਂ। ਨੰਬਰ ਆਪਾਂ ਇਹ ਕਰਦੇ ਆ ਜੀ, ਇਸ ਟੌਪਿਕ ਨੂੰ ਨਾ ਅਗਲੇ ਹਫਤੇ ਵੀ ਕੰਟੀਨਿਊ ਰੱਖਾਂਗੇ, ਕਿਉਂਕਿ ਇਹਦੇ ਵਿੱਚ ਕਾਫੀ ਚੀਜ਼ਾਂ ਹੋਰ ਨੇ, ਜਿਵੇਂ ਪੈਰਾਲਿਸਿਸ ਵਾਲੀ ਗੱਲ ਹੈ, ਹਾਂ ਉਹ ਐਡ ਕਰਿਓ, ਉਹ ਕਰਾਂਗੇ। ਤੇ ਹਾਰਟ ਅਟੈਕ ਕਿਉਂ ਹੁੰਦਾ, ਕੀ ਹੁੰਦਾ, ਇਹ ਸਾਰੀਆਂ ਚੀਜ਼ਾਂ ਆਪਾਂ ਕਵਰ ਕਰਾਂਗੇ, ਅਗਲੇ ਹਫਤੇ ਨੂੰ ਕੰਟੀਨਿਊ ਕਰਾਂਗੇ। ਠੀਕ ਹੈ। ਤੇ ਮੈਂ ਮੋਬਾਈਲ ਨੰਬਰ ਮੈਂ ਵੀ ਰਿਪੀਟ ਕਰ ਦਿੰਦਾ, ਮੇਰਾ ਮੋਬਾਈਲ ਨੰਬਰ 9256213157 9256135157। ਬਿਲਕੁਲ ਏਦਾਂ ਨਹੀਂ ਸੋਚਣਾ, ਜੇ ਮੰਨ ਲਓ ਤੁਹਾਡੀ ਕਾਲ ਆਉਂਦੀ ਮੈਂ ਨਹੀਂ ਰਿਸੀਵ ਕਰਦਾ ਤਾਂ ਮੈਂ ਕਾਲ ਬੈਕ, ਹਰ ਕਾਲ ਨੂੰ ਮੈਂ ਕਾਲ ਬੈਕ ਕਰਦਾ ਜੀ। ਜਿਹੜੀ ਕਾਲ ਮੇਰੇ ਤੋਂ ਮਿਸ ਹੋ ਜਾਂਦੀ ਹੈ, ਠੀਕ ਹੈ, ਮੈਂ ਉਹਨੂੰ ਕਾਲ ਬੈਕ ਕਰਦਾ। ਤੇ ਅਗਰ ਨਹੀਂ ਉਠਾਇਆ ਜਾਂਦਾ ਕਿਸੇ ਵਜ੍ਹਾ ਕਰਕੇ, ਕਈ ਵਾਰ ਫੋਨ ਸਾਇਲੈਂਟ ਹੁੰਦਾ, ਕਿਤੇ ਮੀਟਿੰਗ ਚ ਹੋ ਜਾਂ ਕਿਤੇ ਹੋਰ, ਤਾਂ ਤੁਸੀਂ ਚਿੰਤਾ ਨਾ ਕਰੋ, ਬਾਰ-ਬਾਰ ਕਾਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਇੱਕ ਵਾਰ ਕਾਲ ਕਰਕੇ ਛੱਡ ਦਿਓ, ਮੈਂ ਕਾਲ ਬੈਕ ਕਰ ਲਾਂਗਾ। ਹਾਂ, ਤੇ ਦੂਸਰੀ ਗੱਲ ਜਿਹੜੀ ਹੈ ਵੀ ਜੇ ਤੁਸੀਂ ਇਹਨੂੰ ਪਰਫੈਕਟਲੀ ਸਿੱਖਣਾ ਚਾਹੁੰਦੇ ਹੋ, ਸਾਰੀ ਵਿਧੀ ਨੂੰ, ਇੱਕ ਐਸੀ ਵਿਧੀ ਜਿਹੜੀ ਆਪਣਾ ਇਲਾਜ ਆਪ ਕਰਨ ਦੀ ਵਿਧੀ ਹੈ ਤੇ 100% ਰਿਜ਼ਲਟ ਹੈ, ਕੋਈ ਡਾਊਟ ਨਹੀਂ ਹੈ। ਠੀਕ ਹੈ। ਤੁਸੀਂ ਇੱਕ ਚੀਜ਼ ਜਿਹੜੀ ਤੁਸੀਂ ਕੇਸਰ ਵਾਲਾ ਦੱਸ ਰਹੇ ਹੋ, ਇਹੀ ਸਹੀ ਤਰੀਕਾ ਹੈ। ਮਤਲਬ ਜਿਹੜੀ ਚੀਜ਼ ਤੋਂ ਤੁਹਾਨੂੰ ਲਾਭ ਮਿਲਿਆ, ਉਹੀ ਚੀਜ਼ ਤੁਸੀਂ ਅੱਗੇ ਰეკਮੈਂਡ ਕਰੋਗੇ, ਇਹ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਨਹੀਂ ਤਾਂ ਕੀ ਹੁੰਦਾ, ਜਿਹੜੇ ਡਾਕਟਰ ਕੋਲ ਤੁਸੀਂ ਬਲੱਡ ਪ੍ਰੈਸ਼ਰ ਦਾ ਇਲਾਜ ਕਰਾਉਣ ਜਾਂਦੇ, ਉਹ ਖੁਦ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਿਹਾ ਹੁੰਦਾ। ਜੀ ਹੈ ਨਾ, ਉਹ ਤੁਹਾਡਾ ਕੀ ਇਲਾਜ ਕਰੇਗਾ? ਜਿਹੜਾ ਖੁਦ ਦੇ ਬਲੱਡ ਪ੍ਰੈਸ਼ਰ ਨੂੰ ਦਵਾਈਆਂ ਨਾਲ ਕੰਟਰੋਲ ਕਰ ਰਿਹਾ ਡਾਕਟਰ, ਉਹ ਤੁਹਾਡਾ ਇਲਾਜ ਕਿਵੇਂ ਕਰੇਗਾ? ਸਹੀ ਗੱਲ ਹੈ ਜੀ। ਤੇ ਇਸ ਲਈ ਅਗਰ ਅਸੀਂ ਸਹੀ ਇਲਾਜ ਦੀ ਗੱਲ ਕਰਾਂਗੇ ਤਾਂ ਜਿਹੜੀ ਚੀਜ਼ ਤੁਹਾਨੂੰ ਠੀਕ ਕੀਤਾ, ਜਿਹੜੀ ਚੀਜ਼ ਨੇ, ਉਹੀ ਚੀਜ਼ ਤੁਸੀਂ ਦੂਜੇ ਲੋਕਾਂ ਨੂੰ ਰეკਮੈਂਡ ਕਰੋਗੇ ਤਾਂ ਉਹੀ ਸਹੀ ਤਰੀਕਾ ਹੋ ਸਕਦਾ। ਜੀ ਬਿਲਕੁਲ। ਔਰ ਇਸ ਟਾਈਮ ਮੈਂ ਜਦੋਂ ਹੁਣ ਸੀਆ ਸੀਡ ਲੈਣ ਗਈ ਸੀ ਸ਼ਾਪ ਤੋਂ, ਤਾਂ ਉਸ ਮੈਡਮ ਨੇ ਪੁੱਛ ਹੀ ਲਿਆ, ਉੱਥੇ ਇੱਕ ਮੈਮ ਵੀ ਬੈਠੇ ਸੀਗੇ, ਤਾਂ ਉਹਨਾਂ ਨੇ ਪੁੱਛਿਆ ਸੀ ਵੀ ਤੁਸੀਂ ਕਿਸ ਚੀਜ਼ ਦੇ ਵਿੱਚ ਪਾਉਣਾ, ਕਿਉਂਕਿ ਸੀਆ ਸੀਡ ਦੇ ਵੀ ਅੱਗੋਂ ਕਈ ਜਿਹੜੀਆਂ ਸੀਗੀਆਂ, ਜਿਵੇਂ ਕਹਿ ਦਈਏ ਕਿ ਕਿਸਮਾਂ ਸੀ ਉਹਨਾਂ ਦੀਆਂ। ਤਾਂ ਫਿਰ ਹਾਂਜੀ, ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਏਦਾਂ ਨਾਰਮਲ ਪੀਣਾ ਹੁੰਦਾ ਹੈ। ਤਾਂ ਫਿਰ ਉਹਨਾਂ ਨੇ ਪੁੱਛਿਆ ਕਿਉਂ? ਜਦੋਂ ਮੈਨੂੰ ਇਸ ਚੀਜ਼ ਬਾਰੇ ਦੱਸਿਆ, ਕਹਿੰਦੀ ਮੈਨੂੰ ਨੋਟ ਕਰਵਾ ਕੇ ਜਾ, ਮੇਰਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ। ਤਾਂ ਮੈਂ ਹੁਣ ਕੱਲ ਉਹਨੂੰ ਮਿਲ ਕੇ ਆਈ ਹਾਂ, ਮੈਂ ਕਿਹਾ ਸ਼ੁਰੂ ਕਰ ਲਿਆ? ਕਹਿੰਦੇ ਹਾਂਜੀ ਮੈਂ ਸ਼ੁਰੂ ਕਰ ਲਿਆ। ਮੈਂ ਕਿਹਾ ਚਲੋ ਜਿੱਦਣ ਕਿਤੇ ਹੁਣ ਮੇਰਾ ਫੇਰ ਟਾਈਮ ਲੱਗਿਆ ਤੁਹਾਡੇ ਵੱਲ ਆਈ ਤਾਂ ਮੈਨੂੰ ਦੱਸਿਓ ਜ਼ਰੂਰ ਵੀ ਤੁਹਾਨੂੰ ਫਰਕ ਪਿਆ ਕਿ ਨਾ। ਪਰ ਵਧੀਆ ਲੱਗਦਾ ਜੀ, ਕਿਉਂਕਿ ਜਦੋਂ ਕੋਈ ਬੰਦਾ ਕਿਸ ਬਿਮਾਰੀ ਦੇ ਵਿੱਚ ਹੁੰਦਾ, ਕੋਈ ਇਨਸਾਨ ਕਿਸੇ ਛੋਟੀ ਮੋਟੀ ਬਿਮਾਰੀ ਦੇ ਵਿੱਚ ਹੁੰਦਾ ਹੈਗਾ, ਬੜਾ ਔਖਾ ਹੁੰਦਾ ਉਹਨੂੰ ਇਹ ਚੀਜ਼ ਦੇਖਣਾ ਕਿ ਕਿਵੇਂ ਉਸ ਤੋਂ ਸਾਈਡ ਕਰੇ। ਪਰ ਜਦੋਂ ਹੁੰਨੇ ਆ ਸਾਈਡ, ਆਰਾਮ ਮਿਲਦਾ, ਫਿਰ ਸਾਨੂੰ ਲੱਗਦਾ ਵੀ ਯਾਰ 4 ਬੰਦਿਆਂ ਨੂੰ ਹੋਰ ਦੱਸੀਏ ਤਾਂ ਕਿ ਉਹਨਾਂ ਤੋਂ ਇਹ ਚੀਜ਼ ਦੂਰ ਹੋ ਜਾਏ। ਜੀ ਬਿਲਕੁਲ।
ਹੁਣ ਪ੍ਰੋਗਰਾਮ ਤੇ- ਆਪਣਾ ਸਮਾਪਤੀ ਵੱਲ ਹੈ। ਮੈਂ ਤੁਹਾਨੂੰ ਸੌਰੀ ਮਾਫ ਕਰਨਾ ਟੋਕ ਰਹੀ ਹਾਂ। 9:21 ਦਾ ਸਮਾਂ ਆਪਾਂ ਹਾਂਜੀ ਇਸ ਨੂੰ ਇੱਕ ਕੰਟੀਨਿਊ ਮਿੰਟ ਹੋਰ ਲੈਊਂਗਾ ਮੈਂ, ਇੱਕ ਜੀ। ਮਿੰਟ। ਮੈਂ ਸਿਰਫ ਇਹੀ ਦੱਸਣਾ ਚਾਹੁੰਦਾ ਜੀ ਕਿ ਅਸਲ 'ਚ ਬਿਮਾਰੀ ਤੋਂ ਬਾਅਦ ਖਰਚਿਆ ਹੋਇਆ ਪੈਸਾ ਜਿਹੜਾ ਨਾ ਉਹ ਬੇਕਾਰ ਹੁੰਦਾ ਹੈ, ਜੀ। ਉਹਦਾ ਕੋਈ ਲਾਭ ਨਹੀਂ ਹੁੰਦਾ। ਜੀ ਜੀ ਜਿਹੜਾ ਜੀ ਪ੍ਰੀਵੈਂਸ਼ਨ ਲਈ ਅਸੀਂ ਖਰਚਾ ਕਰਦੇ ਹਾਂ, ਉਹਨੂੰ ਬਿਮਾਰੀ ਤੋਂ ਬਚਣ ਲਈ ਅਸੀਂ ਜਿਹੜਾ ਕੁਝ ਉਪਰਾਲਾ ਕਰਦੇ ਹਾਂ, ਮੰਨ ਲਓ 2 ਕਿਤਾਬਾਂ ਖਰੀਦ ਕੇ ਪੜ੍ਹਦੇ ਹਾਂ ਜਾਂ ਕੋਈ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਲੈਂਦੇ ਆ ਜਾਂ ਕਿਸੇ ਕਿਤੋਂ ਐਜੂਕੇਸ਼ਨ ਲੈਂਦੇ ਆ, ਉਹ ਜਿਹੜਾ ਚੀਜ਼ ਹੈ ਉਹ ਹਮੇਸ਼ਾ ਇਲਾਜ ਨਾਲੋਂ ਚੰਗੀ ਹੁੰਦੀ ਹੈ। ਜੀ 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 ਇਸ ਕਰਕੇ ਅਗਰ ਤੁਸੀਂ ਇਹ ਸਾਰੀ ਇਲਾਜ ਵਿਧੀ ਨੂੰ ਪਰਫੈਕਟਲੀ ਸਿੱਖਣਾ ਚਾਹੁੰਦੇ ਹੋ, ਬਕਾਇਦਾ ਮੇਰੇ ਜਿੰਨੀ ਨੌਲੇਜ ਤੁਸੀਂ ਲੈਣਾ ਚਾਹੁੰਦੇ ਹੋ, ਤਾਂ ਉਹਦੇ ਲਈ ਮੇਰਾ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ। 1 ਮਹੀਨੇ ਦਾ ਆਨਲਾਈਨ ਟ੍ਰੇਨਿੰਗ ਹੈ। ਉਹ ਜੀ। ਬਹੁਤ ਥੋੜੀ ਜੀ 5000 ਰੁਪਏ ਦੀ ਫੀਸ ਹੈ। ਤੁਸੀਂ ਉਸ ਟ੍ਰੇਨਿੰਗ ਨੂੰ ਲੈ ਕੇ ਇੱਕ ਪਰਫੈਕਟ ਡਾਕਟਰ ਬਣ ਸਕਦੇ ਹੋ। ਫਿਰ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੀ ਮੈਨੂੰ ਆਹ ਬਿਮਾਰੀ ਹੈ ਮੈਂ ਕੀ ਕਰਾਂ, ਮੈਨੂੰ ਉਹ ਬਿਮਾਰੀ ਹੈ ਮੈਂ ਕੀ ਕਰਾਂ। ਜੀ। ਫਿਰ ਤੁਸੀਂ ਆਪਣੇ ਪਰਿਵਾਰ ਦਾ ਤੇ ਆਪਣਾ ਜੀ ਇਲਾਜ ਜਿਹੜਾ ਆਪ ਕਰ ਸਕਦੇ ਹੋ, ਬਿਨਾਂ ਦਵਾਈਆਂ ਤੋਂ ਕਰ ਸਕਦੇ ਹੋ। ਤੇ ਮੇਰਾ ਇਹ ਜਿਹੜਾ ਮਿਸ਼ਨ ਹੈ ਉਹ ਹੈ ਕਿ ਹਰ ਘਰ 'ਚ ਇੱਕ ਡਾਕਟਰ, ਜੀ 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 ਹਰ ਘਰ 'ਚ ਇੱਕ ਡਾਕਟਰ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਦਵਾਈਆਂ ਦਾ ਜਿਹੜਾ ਸਾਡੇ ਦੇਸ਼ ਦੇ ਉੱਤੇ ਬੋਝ ਹੈ, ਆਰਥਿਕ ਬੋਝ ਹੈ, ਇਹਨੂੰ ਅਸੀਂ ਖਤਮ ਕਰ ਸਕੀਏ। ਖਤਮ ਕਰੀਏ ਜੀ ਬਿਲਕੁਲ। ਤੇ ਉਹਦੇ ਲਈ ਤੁਸੀਂ ਮੈਨੂੰ WhatsApp ਕਰ ਸਕਦੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਹਾਡਾ ਸਵਾਗਤ ਹੈ। ਬਹੁਤ ਸਾਰੇ ਲੋਕ ਜਿਹੜੇ ਉਹ ਟ੍ਰੇਨਿੰਗ ਲੈ ਕੇ ਆਪਣੇ ਡਾਕਟਰ ਬਣ ਚੁੱਕੇ ਨੇ। ਪਿਛਲੇ ਲਗਭਗ 1.5 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਉਹ ਟ੍ਰੇਨਿੰਗ। ਇਸ ਵਾਰ 17ਵਾਂ ਬੈਚ ਜਿਹੜਾ ਹੈ ਉਹ ਚੱਲ ਰਿਹਾ। 18ਵਾਂ ਬੈਚ ਜਿਹੜਾ 1 ਅਕਤੂਬਰ ਤੋਂ ਸ਼ੁਰੂ ਹੋਏਗਾ। ਠੀਕ ਹੈ ਜੀ ਜੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਆਪਾਂ ਫਿਰ ਤੋਂ ਅਨਾਉਂਸ ਕਰ ਦਈਏ ਕਿ ਅਗਲੇ ਹਫਤੇ ਸੇਮ ਪ੍ਰੋਸੈਸ ਕੰਟੀਨਿਊ ਰਹੇਗਾ ਤੇ ਵਿੱਚ ਜਿਹੜੇ ਇੱਕ ਅਧਰੰਗ ਦਾ ਸਾਡੇ ਕੋਲੇ ਮੈਸੇਜ ਆਇਆ ਸੀ ਬਲਰਾਜ ਜੀ ਤੁਹਾਡਾ, ਇਹ ਵੀ ਵਿੱਚ ਐਡ ਕਰ ਲਵਾਂਗੇ ਔਰ ਹੋਰ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਵਾਲਾਂ ਦੇ ਵਿੱਚੋਂ ਨਿਕਲ ਕੇ ਆਉਣਗੀਆਂ। ਸੋ ਡਾਕਟਰ ਸਾਹਿਬ ਬੜੀ ਸੋਹਣੀ ਜਾਣਕਾਰੀ ਅੱਜ ਦੇ ਇਸ ਦਿਨ ਦੇ ਵਿੱਚ। ਆਪਾਂ ਸਾਰਿਆਂ ਨੂੰ ਕੋਸ਼ਿਸ਼ ਤਾਂ ਇਹੀ ਹੈ ਕਿ ਸਾਰੇ ਆਪਣੇ ਆਪ ਨੂੰ ਤੰਦਰੁਸਤ ਰੱਖਣ। ਸੋ ਥੈਂਕ ਯੂ ਤੁਹਾਡਾ ਵੀ ਕਿ ਬਹੁਤ ਕੀਮਤੀ ਸਮਾਂ ਤੁਸੀਂ ਸਾਡੇ ਲਈ ਕੱਢਦੇ ਹੋ। ਸੋ ਦਿਲੋਂ ਧੰਨਵਾਦ ਜੀ ਤੁਹਾਡਾ ਟੀਮ ਵੱਲੋਂ, ਪ੍ਰਵਾਸੀ ਪੂਰੀ ਟੀਮ ਤੇ ਸਾਰੇ ਸਰੋਤਿਆਂ ਵੱਲੋਂ ਬਹੁਤ ਬਹੁਤ ਸ਼ੁਕਰਾਨਾ। ਸ਼ੁਕਰੀਆ ਜੀ, ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਅੱਜ ਦੇ ਇਸ ਦਿਨ ਤੋਂ। ਲਓ ਜੀ, ਇਹ ਤਾਂ ਸੀ ਸਾਡਾ ਅੱਜ ਦਾ ਸੈਗਮੈਂਟ। ਹੁਣ ਸਾਡਾ ਪ੍ਰੋਗਰਾਮ